ਵੇ ਪੁੱਤ ਹੁਣ ਤਾਂ ਆਪਣਾ ਘਰ-ਬਾਰ ਵੀ ਬਹੁਤ ਵਧੀਆ ਬਣ ਗਿਆ। ਚੁੱਪ ਕਰਕੇ ਰਿਸ਼ਤਾ ਕਰਾ ਲੈ। ਉਹ ਬੇਬੇ ਜਿਸ ਟਾਈਪ ਦੀ ਮੈਨੂੰ ਕੁੜੀ ਚਾਹੀਦੀ ਹੈ ਉਸ ਟਾਈਪ ਦੀ ਮਿਲ ਨਹੀਂ ਰਹੀ। ਤੂੰ ਭਾਲਦਾ ਸਰਕਾਰੀ ਨੌਕਰੀ ਵਾਲੀ। ਨੌਕਰੀਆਂ ਅੱਜ ਕੱਲ੍ਹ ਮਿਲਦੀਆਂ ਨਹੀਂ, ਨਾਲੇ ਤੂੰ ਕਿਹੜਾ ਨੌਕਰੀ ਲੱਗਿਆਗਾ। ਮੈਨੂੰ ਲੱਗਦਾ ਤੂੰ ਛੜੇ ਹੀ ਰਹੇਂਗਾ। ਓਏ ਬੇਬੇ ਜੇ ਸਰਕਾਰੀ ਨਹੀਂ ਲੱਗਿਆ ਹੋਇਆ ਤਾਂ ਘਾਟ ਵੀ ਕੀ ਆ ਤੇਰੇ ਪੁੱਤ 'ਚ। ਮੁੰਡਾ ਸੁੱਖ ਨਾਲ ਅੱਡੇ ਨਾਲ ਲੱਗਦੀ ਜ਼ਮੀਨ ਵਰਗਾ। ਵੇ ਗੱਲ ਸੁਣ, ਆ ਤੇਰੀਆਂ ਫੋਕਰੀਆਂ ਤੈਨੂੰ ਛੜਾ ਰੱਖਣਗੀਆਂ। ਜਿਹੋ ਜਿਹਾ ਰਿਸ਼ਤਾ ਆਉਂਦਾ ਨਾ ਚੁੱਪ ਕਰਕੇ ਕਰਾ ਲੈ। ਲੈ ਕਹਿੰਦੀ ਜਿਹੋ ਰਿਸ਼ਤਾ ਦਾ ਚੁੱਪ ਕਰਕੇ ਕਰਾ ਲਾ। ਮੈਂ ਦਿਨ ਰਾਤ ਇੱਕ ਕੀਤੀ ਵੀ ਆ ਸਰਕਾਰੀ ਨੌਕਰੀ ਵਾਲੀ ਕੁੜੀ ਲੱਭਣ ਤੇ। ਜੇ ਵਿਆਹ ਕਰਾਉਣਾ ਤਾਂ ਸਰਕਾਰੀ ਨਾਲ ਹੀ ਕਰਾਊਂਗਾ, ਨਹੀਂ ਮੈਂ ਕਰਾਉਂਦਾ ਹੀ ਨਹੀਂ। ਚੁੱਪ ਕਰਕੇ ਨਾ ਘਰ ਦਾ ਕੰਮ ਕਰਨ ਵਾਲੀ ਕੁੜੀ ਲੈ ਲੈ। ਉਹ ਤਾਂ ਨੌਕਰੀ ਵਾਲੀ ਤਾਂ ਸ਼ਕੀਨੀ ਲਾ ਕੇ ਤੁਰ ਜਾ ਕਰੂਗੀ ਤੇ ਫਿਰ ਤੂੰ ਭਾਂਡੇ ਮਾਂਜੀ ਜਾਇਆ ਕਰੀ। ਭਾਂਡੇ ਮਾਂਜ ਨੂੰ ਹੈਗੀ ਤਾਂ ਸਹੀ ਆ ਬੇਬੇ ਤੂੰ। ਵੇ ਮੇਰਾ ਕੀ ਪਤਾ ਹੈ ਅਗਲੇ ਸਾਲ ਹੈਗੀ ਆ ਕਿ ਨਾ। ਨੌਕਰੀ ਵਾਲੀ ਕੁੜੀ ਬੇਬੇ ਚੜੇ ਮਹੀਨੇ ਨੋਟ ਲੈ ਕੇ ਆਇਆ ਕਰੂਗੀ। ਆਪਾਂ ਆਰਾਮ ਨਾਲ ਨੌਕਰਾਂ ਨਹੀਂ ਰੱਖਾਂਗੇ। ਭਾਂਡੇ ਮਾਂਜਣ ਦੀ ਕੀ ਲੋੜ ਆਪਾਂ ਨੂੰ। ਉਹ ਦਿਆ ਕਰੂ ਤੈਨੂੰ ਢਾਵੇਂ, ਅਗਲੀ ਉਹਦੇ ਬੈਂਕ 'ਚ ਜਮਾ ਰੱਖਿਆ ਕਰੂਗੀ ਤੇ ਨਾਲੇ ਤੇਰੇ ਤੇ ਰੋਬ ਮਾਰਿਆ ਕਰੂ ਨੌਕਰੀ ਦਾ। ਓਏ ਲੈ ਲੈ ਬੇਬੇ ਤੈਨੂੰ ਕੀ ਪਤਾ, ਉਹਦਾ ਏਟੀਐਮ ਕਾਰਡ ਦਾ ਮੈਂ ਹੀ ਰੱਖਿਆ ਕਰਨਾ ਆਪਣੀ ਜੇਬ 'ਚ। ਨਾਲੇ ਨੋਟਾਂ ਤੋਂ ਮੈਂ ਅੜਾਊਂ ਜਿਵੇਂ ਤਾਸ਼ ਦੇ ਪੱਤੇ ਉਡਾਈਦੇ ਨੇ। ਵੇ ਤੇਰਾ ਤਾਂ ਉਹ ਹਾਲ ਹੋਊਗਾ ਅਕੇ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ। ਉਹ ਦੇਖੀ ਆ ਬੇਬੇ ਤੂੰ, ਜੇ ਮੈਂ ਢੋਲੀ ਲੈ ਕੇ ਆਉਂ ਨਾ ਤਾਂ ਸਰਕਾਰੀ ਨੌਕਰੀ ਵਾਲੀ ਦੀ ਉਹ ਲੈ ਕੇ ਆਉਂ। ਮੇਰੀ ਵੀ ਜਿੱਦ ਆ ਪੂਰੀ। ਚੱਲ ਭਾਈ ਮਰਜ਼ੀ ਆ ਤੇਰੀ, ਤੂੰ ਕਿਹੜਾ ਮੇਰੀ ਮੰਨਣੀ ਹੈਗੀ। ਉਹ ਬੇਬੇ ਮੈਨੂੰ ਲੱਗਦਾ ਮੇਰੇ ਸੰਜੋਗ ਮੇਰੇ ਨਾਲੋਂ ਵੀ ਕਾਲੇ ਨੇ। ਆ ਦੇਖ ਸਰਕਾਰੀ ਨੌਕਰੀ ਲੱਗੀ ਵਾਲੀ ਕੁੜੀ ਨੇ ਮੇਰੀ ਫਰੈਂਡ ਰਿਕੁਐਸਟ ਐਕਸੈਪਟ ਕਰ ਲਈ। ਪਤਾ ਨਹੀਂ ਕੀ ਭਕਾਈ ਮਾਰੀ ਜਾਂਦਾ ਰਹਿੰਦਾ ਸਾਰਾ ਦਿਨ ਫੋਨ 'ਚ ਹੀ ਬੜਿਆ ਰਹਿੰਦਾ। ਉਹ ਬੇਬੇ ਇਹ ਫੋਨ ਹੀ ਲਿਆਊ ਤੇਰੀ ਨੂੰਹ ਲੱਭ ਕੇ। ਅੱਜ ਕੱਲ੍ਹ ਰਿਸ਼ਤਿਆਂ ਲਈ ਵਿਚੋਲਿਆਂ ਦੀ ਨਹੀਂ ਲੋੜ ਪੈਂਦੀ, ਫੇਸਬੁੱਕ ਤੇ ਹੀ ਬੁੱਕ ਹੁੰਦੇ ਨੇ। ਅੱਜ ਕੱਲ੍ਹ ਦੇ ਮੁੰਡਿਆਂ ਦਾ ਵੀ ਨਾ ਸਰਿਆ ਹੀ ਪਿਆ। ਰਿਕੁਐਸਟ ਐਕਸੈਪਟ ਕੀਤੀ ਨਹੀਂ, ਮੈਸੇਜ ਕਰ ਕਰ ਇਨਬਾਕਸ ਭਰ ਦਿੰਦੇ ਨੇ। ਓਏ ਦੇਖ ਲੈ ਮੈਸੇਜ ਬਣਾ ਲਈਏ ਆਪਾਂ ਵੀ ਜੋੜੀ। ਲੈ ਵੀ ਮੈਸੇਜ ਤਾਂ ਹੋ ਗਏ ਸੀ, ਬਸ ਹੁਣ ਰਿਪਲਾਈ ਕਰ ਦੇਵੇ ਫੇਰ ਹੁਣ ਅਸਲੀ ਗੱਲ ਆ। ਇਹ ਪਤਾ ਲੱਗਦਾ ਜ਼ਿਆਦਾ ਹੀ ਸੀਰੀਅਸ ਲੱਗਦਾ ਹੈ। ਸਿੱਧਾ ਵਿਆਹ ਦਾ ਪ੍ਰਪੋਜ਼ਲ ਹੀ ਭੇਜਤਾ। ਆਏ ਹਾਏ ਕੁਛ ਟਾਈਪਿੰਗ ਕਰ ਰਹੀ ਆ, ਹੁਣ ਬਣੂ ਗੱਲ। ਵੇ ਕੀ ਭਕਾਈ ਮਾਰੀ ਜਾਂਦਾ, ਉੱਠ ਕੇ ਕੰਮ ਧੰਦਾ ਕਰ ਲੈ ਕੋਈ। ਬੇਬੇ ਤੂੰ ਪਹਿਲਾਂ ਕੁੜੀ ਦੇਖ ਕਿਵੇਂ ਲੱਗੀ। ਕੁੜੀ ਤਾਂ ਸੋਹਣੀ ਆ ਪਰ ਇਹ ਪੁਲਿਸ ਵਾਲੀ ਆ। ਓਏ ਬੇਬੇ ਇਹ ਪੁਲਿਸ ਵਾਲੀ ਉਹ ਤੇਰੀ ਨੂੰਹ ਬਣਾਉਣੀ ਆ। ਨਾ ਨਾ ਪੁੱਤ ਆਪਾਂ ਨਹੀਂ ਇਹਦਾ ਰਿਸ਼ਤਾ ਲੈਣਾ, ਤੂੰ ਇਹਨੂੰ ਜਵਾਬ ਦੇ ਦੇ। ਓਏ ਬੇਬੇ ਹਾਲੇ ਤੈਨੂੰ ਮੈਂ ਕੁੜੀ ਦੀ ਫੋਟੋ ਦਿਖਾਈ ਆ, ਹਲੇ ਇਹਦੇ ਨਾਲ ਕੋਈ ਗੱਲ ਥੋੜੋ ਕੀਤੀ ਆ। ਮੁੰਡਾ ਤਾਂ ਸ਼ਰੀਫ ਲੱਗਦਾ ਹੈ, ਡਿਟੇਲ ਕੱਢਣੀ ਪਊ ਇਹਦੀ। ਸ਼ੁਕਰ ਆ ਹੈਗੀ ਵੀ ਸਿੰਗਲ ਆ। ਮੈਨੂੰ ਲੱਗਦਾ ਮੇਰੇ ਲਈ ਉਹ ਸਿੰਗਲ ਫਿਰਦੀ ਆ। ਚਲ ਕੋਈ ਨਹੀਂ, ਹੁਣ ਤਾਂ ਚੜ੍ਹਦੇ ਸਿਆਲੇ ਹੋ ਜਾਵਾਂਗੇ ਡਬਲ। ਬਸ ਇੱਕ ਵਾਰੀ ਇਹ ਹਾਂ ਕਰ ਦੇ। ਮੈਨੂੰ ਇੰਨਾ ਟਾਈਮ ਹੋ ਗਿਆ ਬੈਠੇ ਨੂੰ, ਉਹ ਤਾਂ ਆਈਓ ਨਹੀਂ। ਕਿਤੇ ਕੋਈ ਮੁੰਡਾ ਹੀ ਤਾਂ ਨਹੀਂ ਦੀ ਮੈਨੂੰ ਐਵੇਂ ਬੁੱਧੂ ਬਣਾਈ ਜਾਂਦਾ ਹੋਵੇ ਕੁੜੀ ਬਣ ਕੇ। ਹੈਲੋ ਹਾਏ ਕਿਵੇਂ ਹੋ? ਵਧੀਆ। ਹੋਰ ਘਰੇ ਠੀਕ ਨੇ ਸਾਰੇ? ਹਾਂਜੀ ਹਾਂ ਸਭ ਵਧੀਆ। ਤੁਸੀਂ ਦੱਸੋ? ਬਸ ਵਧੀਆ। ਤੁਸੀਂ ਇਹਨਾਂ ਸੰਗੀ ਕਿ ਜਾ ਰਹੇ ਹੋ? ਮੈਂ ਅਸਲ 'ਚ ਨਾ ਐਵੇਂ ਕਦੇ ਕਿਸੇ ਕੁੜੀ ਨੂੰ ਮਿਲੇ ਹੀ ਨਹੀਂ ਇਕੱਲਾ। ਨਾ ਮੈਂ ਐਵੇਂ ਕਦੇ ਕਿਸੇ ਕੁੜੀ ਕੋਲ ਬੈਠਿਆ ਜਿਵੇਂ ਤੁਹਾਡੇ ਕੋਲ ਬੈਠਾ। ਫੋਨ ਤੇ ਤਾਂ ਬੜੀਆਂ ਗੱਲਾਂ ਮਾਰਦੇ ਸੀ, ਹੁਣ ਚੁੱਪ ਕਰਕੇ ਬੈਠੇ ਹੋ। ਅਸਲ 'ਚ ਫੋਨ ਤੇ ਤੁਸੀਂ ਸਾਹਮਣੇ ਨਹੀਂ ਸੀ, ਹੁਣ ਸਾਹਮਣੇ ਬੈਠੇ ਹੋ। ਚਲੋ ਹੋਰ ਦੱਸੋ ਜਨਾਬ, ਖਾਣ ਪੀਣ ਨੂੰ ਕੀ ਮੰਗਵਾਵਾਂ? ਨਹੀਂ ਨਹੀਂ ਖਾਣ ਪੀਣ ਨੂੰ ਤਾਂ ਮੈਂ ਆਪੇ ਮੰਗਵਾ ਲੂੰਗਾ, ਮੈਂ ਕਰ ਦੂੰਗਾ ਆਰਡਰ। ਹੋਰ ਸੁਣਾਓ ਕਿਵੇਂ ਆਉਣੇ ਹੋਏ? ਆਣੇ ਕਿਵੇਂ ਹੋਏ? ਤੁਹਾਨੂੰ ਮਿਲਣ ਆਈ ਹਾਂ ਜਨਾਬ, ਹੋਰ ਕਿਵੇਂ ਆਣਾ ਸੀ? ਉਹ ਬਸ ਜੀ ਹੋਰ ਕੋਈ ਗੱਲ ਔੜ ਜੇ ਨਹੀਂ ਰਹੀ ਸੀ ਤੇ ਮੂੰਹ 'ਚੋਂ ਬੋਲਣਾ ਤਾਂ ਮੈਂ ਕੁਝ ਹੋਰ ਚਾਹੁੰਦਾ, ਨਿਕਲ ਕੁਝ ਹੋਰ ਹੀ ਰਿਹਾ। ਇੱਕ ਕੰਮ ਕਰੋ, ਪਹਿਲਾਂ ਰਿਲੈਕਸ ਹੋ ਕੇ ਬਹਿ ਜਾਓ, ਮੈਂ ਪਾਣੀ ਮੰਗਵਾਵਾਂ? ਓਏ ਨਹੀਂ ਨਹੀਂ ਜੀ, ਮੈਂ ਤਾਂ ਲੱਸੀ ਪੀ ਕੇ ਆਇਆ। ਇੰਨੀ ਛੇਤੀ ਪਿਆਸ ਕਿੱਥੇ ਲੱਗਦੀ ਆ? ਹਾਏ ਤੁਸੀਂ ਲੱਸੀ ਪੀ ਕੇ ਆਏ ਹੋ? ਹਾਂ ਯਾਰ ਮੈਨੂੰ ਵੀ ਲਿਆ ਕੇ ਦੇਣੀ ਸੀ,
ਬਹੁਤ ਟਾਈਮ ਹੋ ਗਿਆ ਲੱਸੀ ਪੀਤੇ ਨੂੰ। ਅੱਛਾ, ਤੁਸੀਂ ਡੰਗਰ ਨਹੀਂ ਰੱਖਦੇ ਹੋਣੇ। ਅਸੀਂ ਬਹੁਤ ਟਾਈਮ ਪਹਿਲੇ ਸਿਟੀ ਸ਼ਿਫਟ ਹੋ ਗਏ ਸੀ ਤੇ ਸਿਟੀ 'ਚ ਕਿੱਥੇ ਪੋਸੀਬਲ ਹੈ ਕਾਓ ਪਸ਼ੂ ਰੱਖਣਾ। ਇਹ ਵੀ ਗੱਲ ਆ। ਚਲੋ ਕੋਈ ਨਹੀਂ, ਕਿਉਂ ਫਿਕਰ ਕਰਦੇ ਹੋ, ਮੈਂ ਲਿਆ ਦਿਆ ਕਰੂੰ ਤੁਹਾਨੂੰ, ਲੱਸੀ ਬਥੇਰੀ ਹੁੰਦੀ ਆ ਆਪਣੇ। ਅੱਛਾ, ਤੁਹਾਨੂੰ ਯਾਦ ਹੈ ਤੁਸੀਂ ਮੈਨੂੰ ਕਿਹਾ ਸੀ ਫੋਨ ਤੇ ਕੁਝ ਕਿ ਤੁਸੀਂ ਕੁਝ ਬੋਲੋਗੇ? ਨਾ ਜੀ ਨਾ, ਮੇਰੇ ਤਾਂ ਜਮਾ ਨਹੀਂ ਯਾਦ। ਅੱਛਾ, ਤੁਸੀਂ ਫੋਨ ਤੇ ਮੈਨੂੰ ਕਿਹਾ ਸੀ ਕਿ ਤੁਸੀਂ ਫਿਲਮੀ ਅੰਦਾਜ਼ 'ਚ ਮੈਨੂੰ ਲਵ ਯੂ ਬੋਲੋਗੇ। ਉਹਦਾ ਹੀ ਮੈਂ ਐਵੇਂ ਭਗਾਈ ਮਾਰਤੀ ਹੋਣੀ ਫੋਨ ਤੇ। ਤੁਸੀਂ ਐਵੇਂ ਦੱਸੋ, ਆਪਾਂ ਕੁਝ ਖਾ ਪੀ ਲੈਨੇ ਆ, ਆਰਡਰ ਕਰਕੇ ਆਵਾਂ ਮੈਂ? ਨਹੀਂ ਰਹਿਣ ਦਿਓ, ਅਸੀਂ ਜਾਂਦੇ ਹੋਏ ਖਾ ਲਾਂਗੇ। ਮੇਰੇ ਕੋਲ ਟਾਈਮ ਥੋੜਾ ਘੱਟ ਹੀ ਹੈ, ਡਿਊਟੀ ਤੇ ਵੀ ਜਾਣਾ ਮੈਂ ਵਾਪਸ। ਅੱਛਾ ਚਲੋ ਐਂ ਕਰੋ ਫਿਰ, ਜਾਓ ਡਿਊਟੀ ਤੇ। ਕਾਹਨੂੰ ਲੇਟ ਹੋਣਾ ਤੁਸੀਂ? ਅਰੇ ਨਹੀਂ, ਇੰਨਾ ਵੀ ਘੱਟ ਟਾਈਮ ਨਹੀਂ ਹੈ, 1 ਘੰਟਾ ਹੈ ਮੇਰੇ ਕੋਲ। ਅੱਛਾ ਜੀ, ਮੈਨੂੰ ਲੱਗਿਆ ਕਿਤੇ ਜ਼ਿਆਦਾ ਘੱਟ ਟਾਈਮ ਆ। ਆਈ ਲਵ ਯੂ ਜੀ। ਚਲੋ ਸ਼ੁਕਰ ਹੈ ਜਨਾਬ, ਤੁਸੀਂ ਕੁਝ ਬੋਲੇ ਤਾਂ ਸਹੀ, ਨਹੀਂ ਤਾਂ ਮੈਨੂੰ ਤਾਂ ਲੱਗ ਰਿਹਾ ਸੀ ਕਿ ਆਹ ਸ਼ੁਰੂਆਤ ਵੀ ਨਾ ਮੈਨੂੰ ਹੀ ਕਰਨੀ ਪਊਗੀ। ਆਈ ਲਵ ਯੂ ਟੂ। ਤੋ ਬਸ ਜੀ, ਮੈਂ ਤਾਂ ਹਿੰਮਤ ਕਰਕੇ ਮਸਾਂ ਹੀ ਬੋਲਿਆ। ਹਾਂ ਮੈਂ ਦੇਖ ਰਹੀ ਸੀ, ਤੁਹਾਡੇ ਤਾਂ ਹੱਥ ਵੀ ਕੰਬ ਰਹੇ ਸੀ। ਇਸ ਚੀਜ਼ ਨੂੰ ਘਬਰਾਉਣ ਦੀ ਕੀ ਜ਼ਰੂਰਤ ਹੈ? ਆਫਟਰ ਆਲ ਆਪਾਂ ਮੈਰਿਜ ਕਰਵਾਉਣੀ ਹੈ ਤਾਂ ਅਸੀਂ ਇੱਕ ਦੂਜੇ ਨੂੰ ਕੁਝ ਵੀ ਖੁੱਲ ਕੇ ਪੁੱਛ ਸਕਦੇ ਹਾਂ। ਅੱਛਾ ਜੀ, ਮਤਲਬ ਤੁਹਾਡੀ ਮੈਰਿਜ ਲਈ ਹਾਂ ਹੈ? ਕੀ ਗੱਲ, ਤੁਸੀਂ ਮੇਰਾ ਜਵਾਬ ਹੀ ਨਹੀਂ ਦਿੱਤਾ ਗੱਲ ਦਾ? ਖਾਦਾ ਜੀ, ਮੈਂ ਤਾਂ ਕੋਈ ਸੁਣਿਆ ਹੀ ਨਹੀਂ। ਉਹ ਅਸਲ 'ਚ ਮੈਂ ਤਾਂ ਵਿਆਹ ਵਾਲੇ ਸੁਪਨੇ ਦੇਖਣ ਲੱਗ ਗਿਆ ਸੀ। ਹੁਣ ਦੱਸੋ ਕੀ ਕਹਿ ਰਹੇ ਸੀ? ਮੈਂ ਇਹ ਕਹਿ ਰਹੀ ਸੀ ਕਿ ਤੁਹਾਨੂੰ ਪਤਾ ਹੈ ਨਾ ਕਿ ਮੈਂ ਪੁਲਿਸ 'ਚ ਜੌਬ ਕਰਦੀ ਹਾਂ ਤੇ ਮੈਂ ਵਿਆਹ ਤੋਂ ਬਾਅਦ ਵੀ ਜੌਬ ਕਰਨਾ ਚਾਹੁੰਦੀ ਹਾਂ। ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਨਾ ਜੀ ਨਾ, ਮੈਨੂੰ ਕਦੀ ਪ੍ਰੋਬਲਮ ਹੋਣੀ ਆ? ਸਰਕਾਰੀ ਨੌਕਰੀ ਦੀ ਕੁੜੀ ਤਾਂ ਮੈਨੂੰ ਮਸਾਂ ਲੱਭੀ ਆ। ਤੁਸੀਂ ਬਸ ਤਿਆਰ ਹੋ ਕੇ ਜਾਇਆ ਕਰੋ ਡਿਊਟੀ ਤੇ। ਘਰ ਦੇ ਕੰਮ ਤਾਂ ਮੈਂ ਤੇ ਮੇਰੀ ਬੇਬੇ ਆਪ ਹੀ ਕਰ ਲਿਆ ਕਰਾਂਗੇ। ਅੱਛਾ ਜੀ, ਇੰਨੇ ਲਾਡਾ ਨਾਲ ਰੱਖੋਗੇ ਮੈਨੂੰ? ਹਾਂਜੀ, ਮੈਂ ਤਾਂ ਤੁਹਾਨੂੰ ਫੁੱਲਾਂ ਵਾਂਗੂ ਰੱਖਿਆ ਕਰੂੰਗਾ। ਝਾੜੂ ਪੋਚਣ ਦਾ ਮੈਂ ਵੈਸੇ ਵੀ ਗੇੜਾ ਨਹੀਂ ਪੈਣ ਦਿੰਦਾ। ਭਾਂਡੇ ਭੁੰਡੇ ਮੇਰੀ ਬੇਬੇ ਮਾਂਜ ਲੈਂਦੀ ਆ। ਬਸ ਤੁਸੀਂ ਤਾਂ ਐਸ ਕਰਿਆ ਕਰਿਓ, ਤਿਆਰ ਹੋ ਕੇ ਡਿਊਟੀ ਤੇ ਜਾਇਆ ਕਰਿਓ। ਅੱਛਾ ਇੱਕ ਗੱਲ ਦੱਸੋ, ਤੁਸੀਂ ਪੜ੍ਹੇ ਲਿਖੇ ਵੀ ਵਧੀਆ ਹੋ, ਫਿਰ ਤੁਸੀਂ ਕੋਈ ਨੌਕਰੀ ਕਿਉਂ ਨਹੀਂ ਕੀਤੀ? ਬਸ ਸਰਕਾਰੀ ਮਿਲੀ ਨਹੀਂ ਤੇ ਪ੍ਰਾਈਵੇਟ ਮੈਂ ਕੀਤੀ ਨਹੀਂ। ਚਲੋ ਛੱਡੋ, ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ। ਯਾਦ ਹੈ ਮੈਂ ਫੋਨ ਤੇ ਕਿਹਾ ਸੀ ਕਿ ਬਹੁਤ ਜ਼ਰੂਰੀ ਗੱਲ ਹੈ, ਮਿਲ ਕੇ ਦੱਸੂਗੀ। ਉਹ ਹਾਂਜੀ ਹਾਂ, ਮੈਂ ਵੀ ਅਸਲ 'ਚ ਭੁੱਲ ਗਿਆ। ਦੱਸੋ ਕੀ ਗੱਲ ਆ? ਦੇਖੋ ਗੱਲ ਐਵੇਂ ਹੈ ਕਿ ਮੈਂ ਨਹੀਂ ਚਾਹੁੰਦੀ ਕਿ ਨਾ ਕਿਸੇ ਗੱਲ ਦਾ ਲੁਕੋ ਰੱਖਾਂ ਮੈਂ। ਜੇ ਪਹਿਲੇ ਹੀ ਸਭ ਕੁਝ ਕਲੀਅਰ ਹੋ ਜਾਏ ਤਾਂ ਬਾਅਦ 'ਚ ਰਿਸ਼ਤਿਆਂ 'ਚ ਪ੍ਰੋਬਲਮਸ ਨਹੀਂ ਆਉਂਦੀਆਂ। ਤੁਸੀਂ ਤਾਂ ਡਰਾਈ ਜਾਂਦੇ ਹੋ। ਗੱਲ ਤਾਂ ਦੱਸ ਦਿਓ, ਗੱਲ ਕੀ ਆ? ਐਕਚੁਅਲੀ ਮੈਂ ਮੈਰਿਡ ਸੀ ਤੇ ਮੇਰਾ ਡਿਵੋਰਸ ਹੋਇਆ ਹੋਇਆ ਹੈ। ਅੱਛਾ, ਤੁਸੀਂ ਕੁਆਰੇ ਨਹੀਂ ਹੈਗੇ? ਫਿਰ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਐਕਚੁਅਲੀ ਦੱਸਣਾ ਤਾਂ ਸੀ ਪਰ ਸਹੀ ਮੌਕਾ ਨਹੀਂ ਮਿਲਿਆ। ਕਿਉਂ, ਹੁਣ ਤੁਸੀਂ ਮੇਰੇ ਨਾਲ ਵਿਆਹ ਨਹੀਂ ਕਰਾਓਗੇ? ਗੱਲ ਉਹ ਨਹੀਂ ਹੈਗੀ, ਵਿਆਹ ਤਾਂ ਮੈਂ ਕਰਾ ਲੂੰਗਾ ਪਰ ਬੇਬੇ ਦਾ ਪੰਗਾ ਨਾ, ਉਹਨੇ ਨਹੀਂ ਮੰਨਣਾ। ਕਿਉਂ? ਇੱਕ ਤਾਂ ਤੁਹਾਡਾ ਤਲਾਕ ਹੋਇਆ ਤੇ ਦੂਸਰਾ ਤੁਸੀਂ ਜੌਬ ਵੀ ਪੁਲਿਸ 'ਚ ਕਰਦੇ ਹੋ। ਉਹਨਾਂ ਨੂੰ ਪੁਲਿਸ ਦੀ ਜੌਬ ਨਹੀਂ ਪਸੰਦ? ਨਾ ਜਮਾ ਨਹੀਂ। ਅੱਛਾ, ਫਿਰ ਤਾਂ ਮੈਨੂੰ ਲੱਗਦਾ ਕਿ ਆਪਣਾ ਵਿਆਹ ਹੋ ਨਹੀਂ ਸਕਦਾ। ਮੈਂ ਚੱਲਦੀ ਹਾਂ ਫਿਰ। ਓਹੋ, ਮੈਂ ਤੁਹਾਨੂੰ ਵਿਆਹ ਤੋਂ ਥੋੜ੍ਹਾ ਮਨਾ ਕੀਤਾ। ਮੈਂ ਮਨਾ ਲੂੰਗਾ ਮੇਰੀ ਬੇਬੇ ਨੂੰ ਆਪੇ ਹੀ। ਮੈਂ ਕਰਦਾ ਜਾਂ ਉਹਦੇ ਨਾਲ ਗੱਲ। ਅੱਛਾ, ਜੇ ਤੁਹਾਡੇ ਦਿਲ 'ਚ ਕੋਈ ਗੱਲ ਹੈ ਤਾਂ ਤੁਸੀਂ ਵੀ ਕਲੀਅਰ ਕਰ ਦਿਓ ਮੈਨੂੰ। ਨਾ ਜੀ, ਮੇਰੇ ਦਿਲ 'ਚ ਕੀ ਗੱਲ ਹੋਣੀ ਆ? ਮੇਰਾ ਤਾਂ ਪਹਿਲਾਂ ਹੀ ਮਸਾਂ ਹੋ ਰਿਹਾ, ਦੂਜਾ ਕਿੱਥੇ ਹੋਣਾ ਸੀ। ਤੁਹਾਨੂੰ ਰਿਸ਼ਤਾ ਕਿਉਂ ਨਹੀਂ ਹੋਇਆ ਹਾਲੇ ਤੱਕ? ਮੈਨੂੰ ਚਾਹੀਦੀ ਸੀ ਸਰਕਾਰੀ ਨੌਕਰੀ ਵਾਲੀ ਕੁੜੀ, ਉਹ ਮਿਲੀ ਨਹੀਂ ਤੇ ਆਮ ਰਿਸ਼ਤਾ ਮੈਂ ਲੈਂਦਾ ਨਹੀਂ ਸੀ। ਬਾਕੀ ਜੇ ਇੱਕ ਦੋ ਆਏ ਵੀ, ਉਹ ਸਾਲੇ ਪਿੰਡ ਵਾਲਿਆਂ ਨੇ ਬਹਾਨੀਆਂ ਮਾਰ ਕੇ ਮੋੜ ਤੇ। ਓਕੇ, ਚਲੋ ਫਿਰ ਚੱਲਦੀ ਹਾਂ ਮੈਂ। ਤੁਸੀਂ ਆਪਣੀ ਬੇਬੇ ਨਾਲ ਗੱਲ ਕਰਕੇ ਦੱਸ ਦਿਓ ਮੈਨੂੰ ਫੋਨ ਤੇ। ਹਾਂਜੀ ਹਾਂ, ਚਲੋ ਚੱਲਦੇ ਆ। ਮੈਂ ਵੀ ਜਾਣਾ, ਮੈਨੂੰ ਵੀ ਕੰਮ ਸੀ ਇੱਕ, ਤੇ ਬੇਬੇ ਨਾਲ ਕਰਦਾ ਮੈਂ ਜਾ ਕੇ ਗੱਲ। ਚਲੋ ਆਪਾਂ ਖਾ ਪੀ ਕੇ ਚੱਲਦੇ ਆ ਫਿਰ। ਵੇ ਕਿੱਧਰ ਜਾਇਆ ਤਿਆਰ ਹੋ ਕੇ? ਓਏ ਮੈਂ ਤਾਂ ਬੇਬੇ ਇੱਕ ਜ਼ਰੂਰੀ ਕੰਮ ਗਿਆ ਸੀ। ਬੇਬੇ, ਜੇ ਆਪਾਂ ਨੂੰ ਕੋਈ ਸਰਕਾਰੀ ਨੌਕਰੀ ਵਾਲੀ ਕੁੜੀ ਮਿਲ ਜੇ ਪਰ ਉਹਦਾ ਤਲਾਕ ਹੋਇਆ ਹੋਵੇ, ਫਿਰ ਆਪਾਂ ਉਹਦਾ ਰਿਸ਼ਤਾ ਲਵਾਂਗੇ ਕਿ ਨਹੀਂ?
ਰਿਸ਼ਤਾ ਆਪਾਂ ਕੁਮਾਰੀ ਕੁੜੀ ਦਾ ਲਵਾਂਗੇ, ਆਪਾਂ ਤਲਾਕ ਵਾਲੀ ਦਾ ਕਿਉਂ ਲਵਾਂਗੇ? ਜਿਹਦਾ ਪਹਿਲੇ ਤਲਾਕ ਹੋਇਆ ਉਹ ਆਪਣੇ ਕਿਵੇਂ ਰਹਿ ਪਊਗੀ? ਅਸਲ 'ਚ ਗੱਲ ਪਤਾ ਕੀ ਹੈ ਬੇਬੇ, ਮੈਂ ਇੱਕ ਕੁੜੀ ਨੂੰ ਮਿਲ ਕੇ ਆਇਆ, ਉਹ ਪੁਲਿਸ 'ਚ ਲੱਗੀ ਹੋਈ ਆ। ਜਿਹਦੀ ਮੈਨੂੰ ਫੋਟੋ ਦਿਖਾਈ ਸੀ? ਹਾਂ ਬੇਬੇ, ਉਹੀ ਕੁੜੀ ਆ। ਉਹਦਾ ਤਲਾਕ ਹੋ ਗਿਆ ਸੀ, ਮੈਂ ਉਹਦੇ ਨਾਲ ਵਿਆਹ ਕਰਾਉਣਾ। ਵੇ ਤੂੰ ਪਾਗਲ ਤਾਂ ਨਹੀਂ ਹੋ ਗਿਆ? ਤੂੰ ਇੱਕ ਤਲਾਕ ਵਾਲੀ ਕੁੜੀ ਨਾਲ ਵਿਆਹ ਕਰਾਉਣਾ ਹੈ? ਤੂੰ ਕਿੱਦਾਂ ਹੱਜੂ ਹੈ? ਤੂੰ ਕੁਮਾਰਾ ਮੁੰਡਾ ਹੈ, ਮਿਲ ਜੂਗੀ ਕੋਈ ਕੁਮਾਰੀ ਕੁੜੀ? ਬੇਬੇ ਮੈਂ ਉਹਨੂੰ ਪਸੰਦ ਕਰਦਾ, ਸਾਡੀ ਰੋਜ਼ ਫੋਨ ਤੇ ਵੀ ਗੱਲ ਹੁੰਦੀ ਆ। ਵੇ ਤੈਨੂੰ ਉਹ ਮਿਲ ਕਿੱਥੇ ਗਈ? ਮੈਂ ਉਹਨੂੰ ਨੇਚਰ ਪਾਰਕ 'ਚ ਮਿਲ ਕੇ ਆਇਆ 90। ਮੈਂ ਅੱਜ ਦੀ ਨਹੀਂ ਗੱਲ ਕਰਦੀ, ਮੈਂ ਜਿੱਥੋਂ ਸ਼ੁਰੂਆਤ ਹੋਈ ਹੈ ਤੁਹਾਡੀ। ਬੇਬੇ ਅਸਲ 'ਚ ਉਹ ਮੈਨੂੰ ਫੇਸਬੁੱਕ ਤੇ ਮਿਲੀ ਸੀ ਫੋਨ 'ਚ, ਉੱਥੇ ਸਾਡੀ ਗੱਲਬਾਤ ਹੋਈ ਸੀ। ਦੇਖ ਪੁੱਤ, ਹੁਣ ਵਾਲੇ ਰਿਸ਼ਤੇ ਪੂਰ ਨਹੀਂ ਚੜ੍ਹਦੇ ਹੁੰਦੇ, ਰਿਸ਼ਤੇ ਤਾਂ ਉਹੀ ਹੁੰਦੇ ਜਿਹੜੇ ਦੇਖ ਪਰਖ ਕੇ ਲਵੇ। ਬੇਬੇ ਅਸੀਂ ਇੱਕ ਦੂਜੇ ਨੂੰ ਮਿਲ ਕੇ ਦੇਖ ਵਰਖ ਤਾਂ ਲਿਆ। ਵੇ ਤੈਨੂੰ ਪਤਾ ਕਿਹੜੀ ਜਾਤ ਦੀ ਆ ਉਹ? ਹਾਂ ਬੇਬੇ, ਪੰਡਤਾਂ ਦੀ ਕੁੜੀ ਆ। ਵੇ ਫਿਰ ਤਾਂ ਤੂੰ ਵਿਆਹ ਨੂੰ ਰਹਿਣ ਹੀ ਦੇ, ਛੜੇ ਠੀਕ ਆਂਗਾ। ਕਿਉਂ ਬੇਬੇ, ਹੁਣ ਕੀ ਹੋਇਆ? ਵੇ ਨਾ ਤਾਂ ਉਹ ਆਪਣੀ ਜਾਤ ਦੀ ਆ, ਨਾ ਉਹ ਕੁਮਾਰੀ ਹੈਗੀ, ਉਤੋਂ ਹੈਗੀ ਵੀ ਪੁਲਿਸ 'ਚ ਆ। ਵੇ ਤੂੰ ਪਾਗਲ ਤਾਂ ਨਹੀਂ ਹੋ ਗਿਆ? ਤੂੰ ਨਾ ਵਿਆਹ ਕਰਾਉਣ ਨੂੰ ਫਿਰਦਾਗਾ। ਉਹ ਬੇਬੇ ਜਾਤਾਂ ਪਾਤਾਂ 'ਚ ਕੀ ਰੱਖਿਆ? ਆਪਾਂ ਕਿਹੜਾ ਨਾਲੇ ਜੱਟ ਹੋ ਕੇ ਕਿਸੇ ਹੋਰ ਧਰਤੀ ਤੇ ਪੈਦਾ ਹੋਇਆ ਵੀ ਉਹ ਆਪਾਂ ਤੋਂ ਨੀਵੇਂ ਨੇ? ਗੱਲ ਉੱਚੇ ਨੀਵੇਂ ਦੀ ਨਹੀਂ, ਵਿਆਹ ਤਾਂ ਉਹਦੀ ਬਰਾਦਰੀ 'ਚ ਹੀ ਚੰਗਾ ਲੱਗਦਾ ਕਰਾਉਣਾ। ਮੇਰੀ ਗੱਲ ਸੁਣ ਲੈ ਬੇਬੇ, ਜੇ ਮੈਂ ਵਿਆਹ ਕਰਾਉਣਾ ਤਾਂ ਉਸੇ ਨਾਲੇ ਕਰਾਉਂਗਾ। ਤੈਨੂੰ ਚਾਹੇ ਮਨਜ਼ੂਰ ਹੋਵੇ ਚਾਹੇ ਨਾ, ਮੈਂ ਉਹਨੂੰ ਪਿਆਰ ਕਰਦਾ। ਵੀ ਉਹ ਤਾਂ ਤੈਨੂੰ ਹੁਣ ਮਿਲੀ ਹੈਗੀ, ਮੈਂ ਤੈਨੂੰ 27-28 ਸਾਲ ਤੋਂ ਪਿਆਰ ਕਰਦੀ ਆ, ਮੇਰੇ ਪਿਆਰ ਦੀ ਕੋਈ ਕੀਮਤ ਨਹੀਂ। ਬੇਬੇ ਜੇ ਤੂੰ ਮੈਨੂੰ ਪਿਆਰ ਕਰਦੀ ਆ ਫਿਰ ਮੇਰੀਆਂ ਖੁਸ਼ੀਆਂ ਦੇ ਲੱਤ ਕਿਉਂ ਮਾਰਦੀ ਆ? ਕਰਾ ਲੈਣ ਦੇ ਮੈਨੂੰ ਵਿਆਹ। ਮੈਂ ਤਾਂ ਕੀ ਲੈਣਾ ਭਾਈ, ਕਰਾ ਲੈ, ਪਰ ਰਿਸ਼ਤੇ ਸੋਚ ਸਮਝ ਕੇ ਕਰਾਈਦੇ ਹੁੰਦੇ ਨੇਗੇ, ਰੋਜ਼-ਰੋਜ਼ ਨਹੀਂ ਜੁੜਦੇ। ਉਹ ਬੇਬੇ ਇਹ ਤਾਂ ਸੰਜੋਗ ਰੱਬ ਉੱਪਰੋਂ ਲਿਖ ਕੇ ਭੇਜਦਾ ਹੈ, ਨਾ ਕੁਛ ਤੇਰੇ ਹੱਥ 'ਚ ਹੈ ਤੇ ਨਾ ਮੇਰੇ 'ਚ। ਜਿੱਥੇ ਮੇਰੇ ਸੰਜੋਗ ਹੋਣਗੇ ਉੱਥੇ ਹੀ ਹੋਣਾ। ਹੈਲੋ ਹੈਲੋ। ਹਾਂਜੀ, ਕੀਤੀ ਗੱਲ ਬੇਬੇ ਨਾਲ ਕਿ ਨਹੀਂ? ਹਾਂ ਗੱਲ ਤਾਂ ਕਰ ਲਈ ਯਾਰ ਮੈਂ, ਬੇਬੇ ਮੰਨ ਨਹੀਂ ਰਹੀ ਸੀ, ਮਸਾਂ ਮਨਾਈ ਆ। ਚਲੋ ਮੰਨ ਤਾਂ ਗਏ। ਹਾਂਜੀ ਹਾਂ, ਹੁਣ ਤਾਂ ਵਿਆਹ ਦੀਆਂ ਤਿਆਰੀਆਂ ਕਰੀਏ ਬਸ ਫਟਾਫਟ। ਅੱਛਾ ਸੁਣੋ, ਜੇ ਆਪਾਂ ਐਵੇਂ ਕਰੀਏ ਵੀ ਕੋਰਟ ਮੈਰਿਜ ਕਰਾ ਲਈਏ, ਕਾਹਨੂੰ ਖਰਚਾ ਕਰਨਾ ਫालतू ਦਾ? ਉਹੀ ਪੈਸਾ ਅਸੀਂ ਕਿਸੇ ਲੋੜ ਨੂੰ ਲਾ ਲਾਂਗੇ ਆਪਣੀ ਨੂੰ। ਮਤਲਬ ਆਪਾਂ ਗੱਜ ਵੱਜ ਕੇ ਨਹੀਂ ਵਿਆਹ ਕਰਾਉਂਦੇ ਯਾਰ? ਗੱਜ ਵੱਜ ਕੇ ਵਿਆਹ ਕਰਨਾ ਕੀ ਹੋਊਗਾ? ਪੈਸਾ ਹੀ ਬਰਬਾਦ ਕਰਨਾ ਹੈ, ਹੋਰ ਕੀ ਹੋਏਗਾ? ਮੇਰਾ ਤਾਂ ਯਾਰ ਪਹਿਲਾ ਵਿਆਹ ਹੈ, ਮੇਰਾ ਤਾਂ ਦਿਲ ਕਰਦਾ ਵੀ ਧੂਮਧਾਮ ਨਾਲ ਹੋਵੇ। ਅੱਛਾ, ਤੁਸੀਂ ਮੈਨੂੰ ਮੇਰਾ ਮਾਰ ਰਹੇ ਹੋ ਦੂਜੇ ਵਿਆਹ ਦਾ? ਓਏ ਨਹੀਂ ਨਹੀਂ, ਤੂੰ ਗਲਤ ਸਮਝ ਗਈ ਯਾਰ, ਮੇਰੇ ਕਹਿਣ ਦਾ ਮਤਲਬ ਤਾਂ ਕੁਝ ਹੋਰ ਸੀ। ਚੱਲ ਫਿਰ ਆਪਾਂ ਐਵੇਂ ਕਰਾਂਗੇ, ਆਪਾਂ ਕੋਰਟ ਮੈਰਿਜ ਹੀ ਕਰਾ ਲਾਂਗੇ, ਬਾਅਦ 'ਚ ਰਿਸ਼ਤੇਦਾਰਾਂ ਨੂੰ ਛੋਟੀ ਮੋਟੀ ਕੋਈ ਪਾਰਟੀ ਕਰ ਦਾਂਗੇ। ਹਾਂ ਐਵੇਂ ਠੀਕ ਹੈ, ਚਲੋ ਠੀਕ ਹੈ ਫਿਰ, ਓਕੇ ਬਾਏ। ਤੂੰ ਤਾਂ ਐਵੇਂ ਬੈਠੀਆਂ ਜਿਵੇਂ ਨਾਨਕੀ ਆਈ ਹੋਵੇਂ, ਮਾੜਾ ਮੋਟਾ ਘੁੰਡ ਘੰਡ ਕੱਢ ਲਾ ਯਾਰ, ਜਿਵੇਂ ਕੁੜੀਆਂ ਬੈਠਦੀਆਂ ਹੁੰਦੀਆਂ ਨੇ। ਮੈਨੂੰ ਤਾਂ ਨਾਲ ਵਿਆਹ ਦਾ ਚਾਅ ਬਹੁਤ ਆ, ਮੇਰਾ ਤਾਂ ਪਹਿਲਾ ਵਿਆਹ। ਆ ਕੀ ਤੁਸੀਂ ਪਹਿਲਾ ਵਿਆਹ ਲਾਇਆ ਪਿਆ? ਜੇ ਅੰਨੇ ਹੀ ਸੀ ਤਾਂ ਕੋਈ ਕੁਆਰੀ ਕੁੜੀ ਲੈ ਆਂਦੇ, ਨਾਲੇ ਮੈਂ ਕਿਹੜਾ ਕੁਝ ਝੂਠ ਸੱਚ ਦੱਸਿਆ, ਸਭ ਕੁਝ ਸੱਚ ਸੱਚ ਦੱਸ ਕੇ ਵਿਆਹ ਕਰਵਾਇਆ ਮੈਂ। ਓਹੋ ਯਾਰ ਤੂੰ ਤਾਂ ਗੁੱਸਾ ਹੀ ਕਰ ਗਈ, ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਮਜ਼ਾਕ ਕਰਨ ਦਾ ਵੀ ਨਾ ਕੋਈ ਤਰੀਕਾ ਹੁੰਦਾ, ਤੁਸੀਂ ਮਜ਼ਾਕ ਘੱਟ ਮੈਨੂੰ ਹਰਟ ਜ਼ਿਆਦਾ ਕਰ ਰਹੇ ਹੋ। ਓਏ ਚਲੋ ਸੌਰੀ ਬਾਬਾ ਸੌਰੀ, ਮੇਰੀ ਸਰਕਾਰ ਨੂੰ ਮੈਨੂੰ ਮਾਫ ਵੀ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ। ਸੌਰੀ, ਮੈਂ ਵੀ ਪਹਿਲੇ ਦਿਨ ਇਹੋ ਜਿਹਾ ਬਿਹੇਵ ਨਹੀਂ ਕਰਨਾ ਚਾਹੁੰਦੀ ਸੀ। ਲੈ ਪੁੱਤ ਕੁਲਵਿੰਦਰ, ਚਾਹ ਪੀ ਲਓ ਉੱਠ ਖੜੋ। ਓਹੋ ਮੰਮਾ, ਤੁਸੀਂ ਕਿਉਂ ਖੇਚਲ ਕੀਤੀ? ਮੈਂ ਆਪ ਬਣਾ ਕੇ ਪੀ ਲੈਂਦੀ। ਲੈ ਪੁੱਤ, ਖੇਚਲ ਵਾਲੀ ਕਿਹੜੀ ਗੱਲ ਹੈਗੀ? ਅੱਗੇ ਵੀ ਤਾਂ ਮੈਂ ਚਾਹ ਬਣਾਉਂਦੀ ਸੀ, ਕੰਮ ਸਾਰੇ ਕਰਦੀ ਸੀ ਘਰ ਦੇ। ਕੋਈ ਨਾ ਬੇਬੀ ਜੀ, ਹੁਣ ਤਾਂ ਮੈਂ ਤੁਹਾਡੇ ਨਾਲ ਸਾਰਾ ਕੰਮ ਕਰਾ ਦਿਆ ਕਰਾਂਗੀ। ਬਸ ਅਲਾਰਮ ਲਾ ਕੇ ਸੋਣਾ ਭੁੱਲ ਗਈ ਸੀ ਤਾਂ ਅੱਜ ਥੋੜਾ ਲੇਟ ਉੱਠੀ ਹਾਂ। ਨਾਲੇ ਬੇਬੀ ਜੀ, ਮੇਰਾ ਨਾਮ ਕੁਲਵਿੰਦਰ ਨਹੀਂ ਕਾਵਿਆ ਸ਼ਰਮਾ ਹੈ। ਪੁੱਤ ਤੇਰਾ ਨਾਮ ਇੱਥੇ ਕਾਵਿਆ ਸ਼ਰਮਾ ਨਹੀਂ, ਇੱਥੇ ਕੁਲਵਿੰਦਰ ਕੌਰ ਹੈ। ਨਾਲੇ ਤੇਰਾ ਅਸਲੀ ਨਾਂ ਲਵਾਂਗੇ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ। ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਬੇਬੀ ਜੀ। ਅੱਛਾ ਉਹ ਕਿੱਥੇ ਗਏ? ਉਹ ਪੁੱਤ ਖੇਤ ਗਿਆ, ਆਉਂਦਾ ਹੀ ਹੋਊਗਾ। ਓਕੇ, ਤੇ ਝਾੜੂ ਪੋਚੇ ਵਾਲੀ ਤਾਂ ਲੱਗੀ ਹੋਏਗੀ ਨਾ ਆਪਣੇ? ਨਾ ਪੁੱਤ, ਮੈਂ ਖੁਦ ਹੀ ਕਰਦੀ ਹਾਂ ਸਾਰਾ ਕੰਮ। ਓਏ ਬੇਬੇ ਕਿਉਂ ਝੂਠ ਬੋਲਦੀਆਂ ਸਵੇਰੇ ਸਵੇਰੇ? ਝਾੜੂ ਪੋਚੇ ਤਾਂ ਮੈਂ ਤੇਰੇ ਨਾਲ ਕਰਾਉਂਦਾ ਹੁੰਦਾ ਸੀ। ਹਾਂ ਪੁੱਤ, ਇਹ ਵੀ ਕਰਾ ਦਿੰਦਾ ਸੀ,
ਮੇਰੇ ਨਾਲ ਕੰਮ ਝਾੜੂ ਪੋਚੇ ਦਾ। ਪਰ ਚਲੋ ਬੇਬੇ ਜੀ, ਹੁਣ ਤਾਂ ਆਪਾਂ ਝਾੜੂ ਪੋਛੇ ਵਾਲੀ ਰੱਖ ਲਾਂਗੇ, ਨਾਲੇ ਕੰਮ ਕਰ ਦਿਆ ਕਰੂ ਤੇ ਨਾਲੇ ਕੱਪੜੇ ਵੀ ਧਵਾ ਲਿਆ ਕਰਾਂਗੇ। ਪੁੱਤ ਆਪਾਂ ਝਾੜੂ ਪੋਚੇ ਵਾਲੀ ਕਿਉਂ ਰੱਖਾਂਗੇ? ਹੁਣ ਤਾਂ ਆਪਾਂ ਸੁੱਖ ਨਾਲ 3 ਹੋ ਗਏ ਕੰਮ ਕਰਨ ਵਾਲੇ। ਪਰ ਬੇਬੇ ਜੀ, ਮੈਂ ਤਾਂ ਡਿਊਟੀ ਜਾਣਾ ਹੋਇਆ ਕਰੂਗਾ ਨਾ, ਜੇ ਘਰ ਦੇ ਕੰਮ ਕਰਾਂਗੀ ਫਿਰ ਲੇਟ ਹੋ ਜਾਵਾਂਗੀ। ਉਹ ਚੱਲ ਜਿੰਨਾ ਕੁ ਦੇਰ ਤੋਂ ਬਣਿਆ ਕਰੂ ਥੋੜਾ ਕਰ ਲਿਆ ਕਰੀ, ਬਾਕੀ ਮੈਂ ਤੇ ਬੇਬੇ ਮਿਲ ਕੇ ਕਰ ਲਿਆ ਕਰਾਂਗੇ। ਨਹੀਂ 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 ਨਹੀਂ, ਮੈਨੂੰ ਬਿਲਕੁਲ ਚੰਗਾ ਨੀ ਲੱਗੇਗਾ ਜੇ ਤੁਸੀਂ ਕੰਮ ਕਰੋਗੇ। ਆਪਾਂ ਕੰਮ ਵਾਲੀ ਰੱਖ ਲਾਂਗੇ। ਮੈਨੂੰ ਤਾਂ ਪੁੱਤ ਕੰਮ ਵਾਲੀਆਂ ਦੇ ਕੰਮ ਪਸੰਦ ਨਹੀਂ ਆਉਂਦੇ, ਨਾ ਤਾਂ ਝਾੜੂ ਪੋਚਾ ਚੱਜ ਨਾਲ ਕਰਦੀਆਂ ਤੇ ਨਾ ਕੱਪੜਿਆਂ 'ਚ ਸਾਬਣ ਕੱਢਦੀਆਂ ਨੇ। ਬੇਬੇ ਜੀ, ਤੁਹਾਨੂੰ ਵਹਿਮ ਹੈ, ਸਾਡੇ ਘਰ ਤਾਂ ਕੰਮ ਵਾਲੀਆਂ ਹੀ ਕੰਮ ਕਰਦੀਆਂ ਨੇ, ਔਰ ਇਹਨਾਂ ਸਾਫ਼ ਕੰਮ ਕਰਦੀਆਂ ਨੇ ਉਹ ਤਾਂ। ਪੁੱਤ ਇੱਕ ਗੱਲ ਦੱਸ, ਪਹਿਲਾਂ ਤੇਰਾ ਵਿਆਹ ਕਿਹੜੇ ਪਿੰਡ ਹੋਇਆ ਸੀ? ਬੇਬੇ ਜੀ, ਖੰਨੇ ਸ਼ਹਿਰ 'ਚ। ਪੁੱਤ ਕੀ ਗੱਲ ਤਲਾਕ ਲੈ ਲਿਆ? ਕੁਛ ਸ਼ਰਾਬੀ ਕਬਾਬੀ ਸੀ? ਨਹੀਂ ਬੇਬੇ, ਐਕਚੁਅਲੀ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜੌਬ ਮੇਰੀ ਤੋਂ ਕੋਈ ਪ੍ਰੋਬਲਮ ਨਹੀਂ ਹੈ, ਪਰ ਬਾਅਦ 'ਚੋਂ ਫਿਰ ਉਹ ਕਹਿਣ ਲੱਗ ਗਏ ਕਿ ਨਹੀਂ ਪ੍ਰੋਬਲਮ ਹੈ, ਤਾਂ ਫਿਰ ਫਰਕ ਪੈਂਦਾ ਤਲਾਕ ਤੇ ਗੱਲ ਆ ਗਈ। ਅੱਛਾ। ਓਏ ਸੱਸ ਨੂੰ ਹੁਣ ਗੱਲਾਂ ਹੀ ਕਰੀ ਜਾਉਂਗੀਆਂ ਜਾਂ ਕੰਮ ਵੀ ਕਰੋਗੀਆਂ ਘਰ ਦੇ? ਹਾਂਜੀ ਹਾਂਜੀ, ਮੈਂ ਬਸ ਜਾ ਕੇ ਫਰੈਸ਼ ਹੋ ਕੇ ਆਈ, ਫਿਰ ਮੈਂ ਰੋਟੀ ਸਬਜ਼ੀ ਕਰਤੀ ਹਾਂ। ਠੀਕ। ਬੇਬੇ ਤੂੰ ਸਵੇਰੇ ਸਵੇਰੇ ਕਿਹੋ ਜਿਹੀਆਂ ਗੱਲਾਂ ਤੋਰ ਲੀਆਂ ਸੀ? ਅਗਲੀ ਨੂੰ ਬੁਰਾ ਲੱਗਦਾ ਹੁਣ। ਨਹੀਂ ਪੁੱਤ, ਮੈਂ ਤਾਂ ਉਹੀ ਪੁੱਛ ਲਿਆ ਸੀ। ਉਹ ਐ ਮੈਂ ਥੋੜਾ ਪੁੱਛ ਦਿੰਦੇ ਨੇ ਬੇਬੇ, ਤੈਨੂੰ ਕੀ ਲੋੜ ਸੀ? ਉਹਦਾ ਅਗਲੀ ਦੇ ਪਾਸਟ ਲਾਈਫ ਸੀ। ਮੈਂ 1 ਮੰਥ ਦੀ ਛੁੱਟੀ ਲਿੱਤੀ ਸੀ ਜੀ, ਤੇ ਹੁਣ ਅੱਜ ਤੋਂ ਫਿਰ ਮੈਂ ਜਾਣਾ ਸ਼ੁਰੂ ਕਰਦਾ। ਹਾਂ ਵੈਸੇ ਵੀ ਤੂੰ ਹੁਣ ਘਰੇ ਫ੍ਰੀ ਹੁੰਨੀ ਆ, ਨਾਲੇ ਪਰ ਰਿਸ਼ਤੇਦਾਰੀਆਂ ਦੀ ਸਾਰੀਆਂ ਚੀਜ਼ਾਂ ਆਈ ਆਏ, ਚਲੀ ਜਾਇਆ ਕਰ। ਤੇ ਬੇਬੇ ਜੀ ਨੇ ਥੋੜਾ ਕੰਮ ਕਰਾ ਕੇ ਫਿਰ ਮੈਂ ਤਿਆਰ ਹੋ ਕੇ ਚਲੀ ਜਾਂਦੀ ਹਾਂ ਨਾ। ਠੀਕ ਹੈ। ਹਾਂ ਨਾਲੇ ਮੈਂ ਜਾਂਦਾ ਜਾਂਦਾ ਤੈਨੂੰ ਰਸਤੇ 'ਚ ਛੱਡ ਜਾਊਂਗਾ, ਮੈਂ ਵੀ ਕੰਮ ਜਾਣਾ। ਨਹੀਂ ਨਹੀਂ, ਤੁਸੀਂ ਗੱਡੀ ਲੈ ਕੇ ਚੱਲ ਜਾਓ ਆਰਾਮ ਨਾਲ, ਮੈਂ ਬਾਈਕ ਤੇ ਚੱਲ ਜਾਊਂਗੀ। ਬਾਈਕ ਤੇ? ਤੈਨੂੰ ਮੋਟਰਸਾਈਕਲ ਚਲਾਉਣਾ ਆਉਂਦਾ? ਹਾਂਜੀ ਆਂਦਾ। ਕਮਾਲ ਹੋ ਗਈ। ਚੱਲ ਅੱਜ ਫਿਰ ਤੂੰ ਮੋਟਰਸਾਈਕਲ ਲੈ ਜੀ, ਫਿਰ ਤੈਨੂੰ ਮੈਂ ਸਕੂਟੀ ਲੈ ਦੂੰਗਾ। ਠੀਕ ਆ, ਫਿਰ ਤੂੰ ਸਕੂਟੀ ਲੈ ਜਾ ਕਰੀ। ਚਲੋ ਠੀਕ ਹੈ, ਫਿਰ ਮੈਂ ਜਾਵਾਂ ਬੇਬੇ ਕੋਲ? ਹਾਂ ਜਾ ਕਰਾਇਆ ਕੰਮ। ਲਿਆਓ ਬੇਬੇ ਜੀ, ਮੈਂ ਰੁੱਖਿਆ ਬਣਾ ਦਿੰਦੀ ਹਾਂ। ਚੰਗਾ ਬੇਬੇ ਜੀ, ਫਿਰ ਮੈਂ ਚੱਲਦੀ ਹਾਂ, ਤਿਆਰ ਵੀ ਹੋਣਾ ਹੈ। ਬੇਟੇ ਸੋਤੋਂ ਬਗੈਰ ਤਾਂ ਘਰ ਸੁੰਨਾ ਸੁੰਨਾ ਲੱਗੂਗਾ, ਟਾਈਮ ਦਾ ਪਤਾ ਹੀ ਨਹੀਂ ਚੱਲਦਾ ਸੀ ਗੱਲਾਂ ਦੇ ਵਿੱਚ। ਕਿੰਨੇ ਵਜੇ ਆਉਣਾ ਬੇਟੇ? ਬੇਬੇ 7 ਵਜੇ ਆ ਜਾਊਂਗੀ ਮੈਂ ਸ਼ਾਮ ਨੂੰ। ਚਲ ਠੀਕ ਹੈ ਬੇਟੇ। ਤੁਸੀਂ ਗਏ ਨਹੀਂ? ਮੈਂ ਤਾਂ ਜਾ ਰਿਹਾ ਬਸ, ਤੁਸੀਂ ਆਰਾਮ ਨਾਲ ਬੈਠੇ ਹੋ, ਤੁਸੀਂ ਡਿਊਟੀ ਨਹੀਂ ਜਾਣਾ ਅੱਜ? ਹਾਂ ਬਸ ਗਰਮੀ ਸਿਕਾ ਰਹੀ ਸੀ, ਫਿਰ ਜਾ ਕੇ ਤਿਆਰ ਹੋਣੀ ਆ। ਹੋ ਜਾਓ ਫਿਰ, ਕਿਤੇ ਮੇਰੀ ਬੋਟੀ ਪਹਿਲੇ ਦਿਨ ਡਿਊਟੀ ਤੋਂ ਲੇਟ ਹੋ ਜਾਏ। ਨਹੀਂ, ਮੁझसे ਗੱਲ ਕਹਾਂ? ਹਾਂਜੀ। ਬੇਬੇ ਜੀ ਦਾ ਨਾ ਸੁਭਾਅ ਬਹੁਤ ਵਧੀਆ। 1 ਮਹੀਨਾ ਹੋ ਗਿਆ ਮੈਨੂੰ ਇਸ ਘਰ 'ਚ, ਪਰ ਲੱਗ ਹੀ ਨਹੀਂ ਰਿਹਾ, ਮਤਲਬ ਇੰਨਾ ਪਿਆਰ ਕਰਦੇ ਆ ਨਾ। ਅੱਛਾ, ਬੇਬੇ ਦਾ ਮੁੰਡਾ ਨਹੀਂ ਪਿਆਰ ਕਰਦਾ? ਕਰਦੇ ਹੋ ਜੀ, ਬਹੁਤ ਕਰਦੇ ਹੋ। ਸੱਚ ਦੱਸਾਂ, ਮੈਨੂੰ ਤਾਂ ਐਵੇਂ ਲੱਗ ਹੀ ਨਹੀਂ ਰਿਹਾ ਕਿ ਜਿਵੇਂ ਮੈਂ ਸਹੁਰੇ ਘਰ ਆ। ਮੈਨੂੰ ਤਾਂ ਐਵੇਂ ਲੱਗ ਰਿਹਾ ਜਿੱਦਾਂ ਮੈਂ ਕਿਸੇ ਸਵਰਗ ਜਾ ਕੇ ਰਹਿ ਰਹੀ ਹਾਂ। ਅੱਛਾ ਜੀ, ਚੱਲ ਹੁਣ ਬਹੁਤੇ ਪੰਪ ਨਾ ਮਾਰ, ਤਿਆਰ ਹੋ ਜਾ ਫਟਾਫਟ, ਮੈਂ ਜਾ ਰਿਹਾ। ਠੀਕ ਆ, ਤਿਆਰ ਹੋ ਕੇ ਚਲੀ ਜਾਈਂ ਟਾਈਮ ਨਾਲ। ਚੰਗਾ ਬੇਬੇ, ਚੱਲਦੀ ਹਾਂ ਫਿਰ ਮੈਂ। ਚੰਗਾ ਬੇਟੇ, ਧਿਆਨ ਰੱਖੀ ਆਪਣਾ। ਹਾਂਜੀ, ਮਿਲਦੇ ਹਾਂ ਸ਼ਾਮ ਨੂੰ। ਬੱਚਿਆਂ ਤਾਂ ਥੱਕ ਗਈ, ਸਾਰਾ ਦਿਨ ਹੀ ਬੈਠਣ ਨੂੰ ਮਿਲਿਆ। ਲੱਗਦਾ ਤੈਨੂੰ ਵਿਹਲੀ ਰਹਿਣ ਦੀ ਆਦਤ ਪੈ ਗਈ, ਕਾਫੀ ਟਾਈਮ ਹੋ ਗਿਆ ਸੀ ਨਾ ਜੌਬ ਤੇ ਨਹੀਂ ਗਈ ਸੀ। ਨਹੀਂ ਨਹੀਂ, ਅੱਜ ਕੰਮ ਹੀ ਜ਼ਿਆਦਾ ਸੀ। ਚੱਲ ਕੋਈ ਨਹੀਂ, ਫਿਰ ਘਰ ਦੇ ਕੰਮ ਥੋੜਾ ਰੈਸਟ ਕਰਕੇ ਕਰ ਲਈ।
ਹੈਲੋ ਹੈਲੋ ਮੈਡਮ। ਹਾਂਜੀ ਸਰ। ਮੈਡਮ ਤੁਹਾਨੂੰ ਆਉਣਾ ਪਊ, ਥੋੜਾ ਅਰਜੈਂਟ ਕੰਮ ਪੈ ਗਿਆ। ਪਰ ਸਰ ਮੈਂ ਤਾਂ ਹੁਣੇ ਘਰ ਪਹੁੰਚੀ ਹਾਂ। ਚਲੋ ਮੈਂ ਚਾਹ ਪੀ ਕੇ ਆਨੀ ਆ ਫਿਰ। ਤੁਸੀਂ ਮੈਡਮ ਜਲਦੀ ਆ ਜਾਓ, ਚਾਹ ਹੋ ਰਹੀ ਆ ਕਿ ਪੀ ਲਿਓ। ਆ ਜਾਓ ਜਲਦੀ। ਅੱਛਾ ਚਲੋ ਸਰ ਮੈਂ ਆਨੀ ਆ। ਮੈਨੂੰ ਅਰਜੈਂਟ ਕੰਮ ਪੈ ਗਿਆ, ਮੈਨੂੰ ਜਾਣਾ ਪਊਗਾ। ਚਲੋ ਫਿਰ ਤੂੰ ਐਵੇਂ ਕਰ, ਚਾਹ ਬਣਾ ਲਿਆ, ਨਾਲੇ ਤਾਂ ਤੂੰ ਪੀ ਲੇਂਗੀ ਨਾਲੇ ਮੈਂ ਪੀ ਲੂੰਗਾ। ਮੈਂ ਚਾਹ ਉੱਥੇ ਹੀ ਪੀ ਲੂੰਗੀ। ਤੁਸੀਂ ਇੱਕ ਕੰਮ ਕਰੋ, ਬੇਬੇ ਜੀ ਨੂੰ ਕਹਿ ਦਿਓ, ਉਹ ਬਣਾ ਲੈਣਗੇ। ਮੈਂ ਚੱਲਦੀ ਹਾਂ। ਬੇਬੇ ਚਾਹ ਬਣਾ ਲਿਆ? ਬਹੂ ਆਈ ਨਹੀਂ ਹਜੇ? ਨਾ ਆਈ ਤਾਂ ਹੈਗੀ ਸੀ, ਉਹ ਦੁਬਾਰਾ ਚਲੀ ਗਈ, ਕੋਈ ਕੰਮ ਹੋ ਗਿਆ ਜ਼ਰੂਰੀ। ਚੱਲ ਕੋਈ ਨਹੀਂ ਪੁੱਤ, ਆ ਜੂਗੀ, ਮੈਂ ਬਣਾਉਣੀ ਆ ਚਾਹ। ਠੀਕ ਹੈ ਬੇਬੇ, ਬਣਾ ਲਿਆ। ਫੋਨ ਵੀ ਨਹੀਂ ਚੱਕਦੀ, ਪਤਾ ਨਹੀਂ ਕਿੱਥੇ ਬਿਜ਼ੀ ਆ। ਲੈ ਪੁੱਤ ਚਾਹ। ਪੁੱਤ ਬਹੂ ਨੂੰ ਪੁੱਛ ਲੈਂਦਾ ਫੋਨ ਕਰਕੇ ਕਿੰਨੇ ਕ ਟਾਈਮ ਨੂੰ ਆਊਗੀ। ਜੇ ਲੇਟ ਆਊਗੀ ਤੇ ਦਾਲ ਸਬਜ਼ੀ ਤਾਂ ਮੈਂ ਕਰ ਲੈਂਦੀ ਫਿਰ। ਉਹ ਬੇਬੇ ਉਹਦਾ ਫੋਨ ਹੀ ਨਹੀਂ ਚੱਕਦੀ, ਮੈਂ 2-3 ਵਾਰ ਕਰਕੇ ਦੇਖ ਲਿਆ, ਪਤਾ ਨਹੀਂ ਕਿੱਥੇ ਬਿਜ਼ੀ ਆ। ਕੋਈ ਨਾ ਪੁੱਤ, ਕੋਈ ਕੰਮ ਕਰਦੀ ਹੋਣੀ, ਆ ਜੂਗੀ। ਮੈਂ ਚਾਹ ਪੀ ਕੇ ਨਾ ਕਰਦੀ ਆਂ ਦਾਲ ਸਬਜ਼ੀ ਦਾ ਕੋਈ। ਐਵੇਂ ਤਾਂ ਔਖਾ ਹੀ ਆ ਬੇਬੇ, ਕੋਈ ਡਿਊਟੀ ਦਾ ਤਾਂ ਟਾਈਮ ਤਾਂ ਹੈ ਨਹੀਂ। ਪੁੱਤ ਪੁਲਿਸ ਦੀ ਨੌਕਰੀ ਤਾਂ ਆਈਆਂ, ਇਹਨਾਂ ਨੂੰ ਤਾਂ ਕਿਸੇ ਤਿਉਹਾਰ ਨੂੰ ਵੀ, ਲੋਹੜੀ ਦੀਵਾਲੀ ਨੂੰ ਵੀ ਨਹੀਂ ਮਿਲਦੀ ਛੁੱਟੀ। ਇਹਨਾਂ ਤਾਂ ਸੜਕਾਂ ਤੇ ਗੁਜ਼ਰਦੀ ਆ ਰਾਤਾਂ ਦਿਨ। ਹਾਂ ਬੇਬੇ ਉਹ ਤਾਂ ਹੈਗਾ, ਫਿਰ ਆਪਾਂ ਐਵੇਂ ਕਰਾਂਗੇ, ਇਹਦੀ ਪੁਲਿਸ ਦੀ ਨੌਕਰੀ ਛਡਵਾ ਕੇ ਕੋਈ ਹੋਰ ਨੌਕਰੀ ਦੀ ਲਗਵਾ ਦਾਂਗੇ ਇਹਨੂੰ। ਤੇ ਨੌਕਰੀਆਂ ਕਿਤੇ ਧਰੀਆਂ ਪਈਆਂ ਨੇ, ਵੇ ਛਡਵਾ ਕੇ ਹੋਰ ਕਰਾ ਦਾਂਗੇ। ਇਹ ਵੀ ਇਹਨੂੰ ਇਹਦੇ ਬਾਪ ਵਾਲੀ ਮਿਲੀ ਹੋਈ ਐ। ਓਏ ਬੇਬੇ ਜੇ ਸਰਕਾਰੀ ਨਹੀਂ ਮਿਲੂਗੀ ਤਾਂ ਕੋਈ ਪ੍ਰਾਈਵੇਟ ਨੌਕਰੀ ਕਰਾ ਲਾਂਗੇ। ਪਹਿਲਾਂ ਤਾਂ ਬੜਾ ਚਾਅ ਸੀ ਤੈਨੂੰ ਸਰਕਾਰੀ ਨੌਕਰੀ ਦਾ, ਹੁਣ ਐਡੀ ਛੇਤੀ ਮਨ ਹੀ ਅੱਕ ਗਿਆ। ਹੈਲੋ ਹੈਲੋ। ਉਹ ਹਾਂ ਯਾਰ, ਤੂੰ ਕਿੱਥੇ ਸੀ? ਫੋਨ ਤਾਂ ਚੱਕ ਲਿਆ ਕਰ, ਮੈਨੇ ਫੋਨ ਕਰ ਲਿਆ ਤੈਨੂੰ। ਉਹ ਐਕਚੁਅਲੀ ਨਾ ਫੋਨ ਸਾਇਲੈਂਟ ਤੇ ਲੱਗਾ ਹੋਇਆ ਸੀ, ਤਾਂ ਕਰਕੇ ਪਤਾ ਹੀ ਨਹੀਂ ਲੱਗਾ। ਅੱਛਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਕਿ ਅੱਜ ਨਾ ਥੋੜਾ ਲੇਟ ਹੋ ਜਾਏਗਾ ਤੇ ਅੱਜ ਮੈਂ ਆਪਣੀ ਫਰੈਂਡ ਦੇ ਘਰ ਰੁਕ ਜਾ। ਐਕਚੁਅਲੀ ਉਹਦਾ ਘਰ ਨਾ ਨੇੜੇ ਹੀ ਹੈ ਸਟੇਸ਼ਨ ਤੋਂ। ਅੱਛਾ, ਮਤਲਬ ਅੱਜ ਦਾ ਸਾਰਾ ਦਿਨ ਤਾਂ ਤੇਰਾ ਉੱਥੇ ਲੰਘ ਹੀ ਗਿਆ, ਫਿਰ ਕੱਲ ਤਾਂ ਸਾਰਾ ਦਿਨ ਵੀ ਤੇਰਾ ਉੱਥੇ ਲੰਘਣਾ ਹੈ ਤੇ ਰਾਤ ਵੀ ਸਾਰੀ ਉੱਥੇ ਲੰਘੂਗੀ। ਮੇਰੇ ਲਈ ਤਾਂ ਫਿਰ ਯਾਰ ਤੇਰੇ ਕੋਲ ਕੋਈ ਟਾਈਮ ਹੀ ਨਹੀਂ। ਅੱਛਾ ਚਲੋ ਮੈਂ ਆ ਜਾਂਦੀ ਹਾਂ ਘਰ, ਗੁੱਸਾ ਕਿਉਂ ਹੁੰਦੇ ਆ? ਗੁੱਸਾ ਨਾ ਹੋਵਾਂ ਯਾਰ, ਹੋਰ ਕੀ ਕਰਾਂ, ਚਲ ਆ ਜਾ। ਓਕੇ। ਲੱਗਦਾ ਹੈ ਜਨਾਬ ਸੋ ਵੀ ਗਏ। ਕੀ ਗੱਲ, ਮੇਰੀ ਵੇਟ ਵੀ ਨਹੀਂ ਕਰੀ? ਤੇਰਾ ਇੰਨਾ ਲੇਟ? ਓਹੋ ਪੁੱਤ, ਕੀ ਕਰਾਂ, ਅਰਜੈਂਟ ਕੇਸ ਆ ਗਿਆ ਸੀ, ਹੁਣ ਜਵਾਬ ਵੀ ਨਹੀਂ ਦੇ ਸਕਦੀ ਸੀ। ਤੁਸੀਂ ਐਂ ਦੱਸੋ, ਰੋਟੀ ਖਾ ਲਈ? ਹਾਂ ਮੈਂ ਤਾਂ ਖਾ ਲਈ। ਤੁਹਾਨੂੰ ਕਿਹਾ ਤਾਂ ਸੀਗਾ ਕਿ ਮੈਂ ਆ ਰਹੀ ਹਾਂ, ਰੁਕ ਜਾਂਦੇ, ਵੇਟ ਕਰ ਲੈਂਦੇ ਮੇਰੀ। ਮੈਨੂੰ ਯਾਰ ਭੁੱਖ ਲੱਗ ਰਹੀ ਸੀ, ਮੇਰੇ 'ਚ ਵੇਟ ਕਰਨ ਦਾ ਸਬਰ ਨਹੀਂ ਸੀ। ਚਲੋ ਕੋਈ ਨਹੀਂ, ਫਿਰ ਮੈਂ ਇਕੱਲੀ ਬਣਾ ਕੇ ਖਾ ਲੈਂਦੀ ਹਾਂ। ਤੂੰ ਕਿਹੜਾ ਮੇਰੇ ਨਾਲ ਚਾਹ ਪੀ ਕੇ ਗਈ ਸੀ? ਮੈਂ ਵੀ ਤਾਂ ਚਾਹ ਇਕੱਲੇ ਨਹੀਂ ਪੀਤੀ ਸੀ। ਅੱਛਾ ਜਨਾਬ ਗੁੱਸਾ ਕਰ ਗਏ ਯਾਰ, ਹੁਣ ਮੈਂ ਵੀ ਕੀ ਕਰਾਂ, ਜੋਬ ਹੀ ਇਸ ਤਰ੍ਹਾਂ ਦੀ ਹੈ, ਅਰਜੈਂਟ ਕੰਮ ਹੁੰਦਾ, ਜਾਣਾ ਹੀ ਪੈਂਦਾ। ਫਿਰ ਤਾਂ ਕੋਈ ਬਹਾਨਾ ਬਣਾ ਦਿੰਦੀ, ਉਹ ਕਿਹੜਾ ਆਪਣੇ ਘਰੇ ਆ ਕੇ ਦੇਖਣ ਆਉਣ ਲੱਗੇ ਸੀ ਤੈਨੂੰ। ਇਹ ਜੋਬ ਹੀ ਇਸ ਤਰ੍ਹਾਂ ਦੀ ਹੈ, ਹੁਣ ਬਹਾਨਾ ਵੀ ਨਹੀਂ ਮਾਰ ਸਕਦੇ ਨਾ ਕੋਈ, ਜਾਣਾ ਤਾਂ ਪੈਂਦਾ ਹੀ ਹੈ। ਰਸਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ? ਹਨੇਰਾ ਬਹੁਤ ਹੋ ਗਿਆ ਸੀ ਤੈਨੂੰ। ਨਹੀਂ ਨਹੀਂ ਸਰ ਹੈਗੇ ਸੀ ਮੇਰੇ ਨਾਲ, ਉਹ ਛੱਡ ਕੇ ਗਏ ਨੇ ਘਰ। ਤੇਰੇ ਕੋਲ ਮੋਟਰਸਾਈਕਲ ਤਾਂ ਹੈਗਾ ਸੀ, ਉਹ ਤੇ ਆ ਜਾਂਦੀ। ਉਹ ਨਹੀਂ ਨਹੀਂ, ਆ ਤਾਂ ਮੈਂ ਮੋਟਰਸਾਈਕਲ ਤੇ ਹੀ ਰਹੀ ਸੀ, ਪਰ ਸਰ ਕਹਿੰਦੇ ਹਨੇਰਾ ਹੋ ਗਿਆ, ਕੱਲੀ ਕਿੱਥੇ ਜਾਏਂਗੀ, ਫਿਰ ਇਸ ਲਈ ਛੱਡਣ ਆ ਗਏ। ਮੋਟਰਸਾਈਕਲ ਮੈਂ ਥਾਣੇ 'ਚ ਖੜਾ ਰਹੀ ਸੀ। ਚਲ ਕੋਈ ਨਹੀਂ, ਕੱਲ ਨੂੰ ਫਿਰ ਤੈਨੂੰ ਮੈਂ ਛੱਡ ਆਊਂਗਾ। ਕੱਲ ਨੂੰ ਫਿਰ ਆਉਂਦੀ ਹੋਈ ਮੋਟਰਸਾਈਕਲ ਚੱਕ ਲਈ, ਫਿਰ ਤੈਨੂੰ ਐਕਟਿਵਾ ਲੈ ਦਾਂਗੇ। ਮੈਂ ਦੇਖ ਕੇ ਆਇਆ ਐਕਟਿਵਾ ਇੱਕ। ਕੱਲ ਤਾਂ ਮੈਂ ਸਰ ਨਾਲ ਚਲੀ ਜਾਊਂਗੀ, ਮੈਂ ਉਹਨਾਂ ਨਾਲ ਹੀ ਜਾਣਾ ਕੱਲ, ਵੈਸੇ ਵੀ ਮੋਹਾਲੀ ਡਿਊਟੀ ਹੈ ਸਾਡੀ ਕੱਲ। ਅੱਛਾ, ਮੈਨੂੰ ਇੱਕ ਗੱਲ ਦੱਸ, ਤੇਰੀ ਡਿਊਟੀ ਸਰ ਨਾਲ ਹੀ ਹੁੰਦੀ ਹੈ, ਕਿਸੇ ਮੈਡਮ ਨਾਲ ਕਿਉਂ ਨਹੀਂ ਹੁੰਦੀ? ਓਹੋ, ਮੈਡਮਾਂ ਵੀ ਤਾਂ ਜਾਣਗੀਆਂ ਸਾਡੇ ਨਾਲ। ਅੱਛਾ ਚਲ ਕੋਈ ਨਹੀਂ, ਚਲੇ ਜਾਇਆ ਫਿਰ। ਕੀ ਗੱਲ, ਤੁਸੀਂ ਰੁੱਸੇ ਰੁੱਸੇ 'ਚ ਲੱਗ ਰਹੇ ਹੋ ਬੜੇ। ਜੇ ਕੋਈ ਗੱਲ ਹੈ
ਤਾਂ ਦੱਸ ਦਿਓ। ਓਏ ਨਹੀਂ ਨਹੀਂ, ਮੈਨੂੰ ਨੀਂਦ ਆ ਰਹੀ ਸੀ, ਗੱਲ ਤਾਂ ਕੋਈ ਨਹੀਂ ਹੈਗੀ। ਚਲੋ ਫਿਰ ਮੈਂ ਇੱਕ ਕੰਮ ਕਰਦੀ ਹਾਂ, ਦੁੱਧ ਗਰਮ ਕਰਕੇ ਲਿਆ ਦਿੰਦੀ ਹਾਂ, ਉਹ ਪੀ ਕੇ ਤੁਸੀਂ ਪੈ ਜਿਓ। ਤੇ ਹਾਂ, ਮੈਂ ਇੱਕ ਗੱਲ ਦੱਸਣੀ ਸੀ, ਮੇਰੀ ਨਾ ਇਲੈਕਸ਼ਨ ਡਿਊਟੀ ਲੱਗ ਰਹੀ ਹੈ। ਕੋਈ ਗੱਲ ਨਹੀਂ, ਡਿਊਟੀ ਤਾਂ ਕਰਨੀ ਓ ਪੈਣੀ ਆ, ਚਾਹੇ ਥਾਣੇ 'ਚ ਹੋਵੇ ਚਾਹੇ ਇਲੈਕਸ਼ਨ 'ਚ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਨੂੰ ਉਸ ਦਿਨ ਜਲਦੀ ਜਾਣਾ ਪਊਗਾ ਸਵੇਰੇ, ਤੇ ਰਾਤ ਨੂੰ ਘਰ ਵੀ ਨਹੀਂ ਆਇਆ ਜਾਣਾ। 2 ਕੁ ਰਾਤਾਂ ਬਾਹਰ ਹੀ ਲੱਗਣਗੀਆਂ। ਫਿਰ ਤੂੰ ਇਲੈਕਸ਼ਨ ਡਿਊਟੀ ਤੋਂ ਜਵਾਬ ਦੇ ਦੇ ਵੀ ਮੈਂ ਨਹੀਂ ਕਰ ਸਕਦੀ। ਮੇਰੀ ਮਰਜ਼ੀ ਥੋੜ੍ਹਾ ਨਾ ਚੱਲਦੀ ਹੈ ਇਸ 'ਚ, ਡਿਊਟੀ ਤਾਂ ਡਿਪਾਰਟਮੈਂਟ ਉੱਪਰੋਂ ਲਗਾ ਕੇ ਭੇਜਦਾ ਹੈ। ਮੈਂ ਜਵਾਬ ਕਿਵੇਂ ਦੇ ਸਕਦੀ ਹਾਂ ਹੁਣ? ਮਤਲਬ ਤੂੰ 2 ਨਾਈਟਸ ਬਾਹਰ ਰਹਿਣ ਲਈ ਤਿਆਰ ਹੈ? ਹਾਂ, ਰਹਿਣਾ ਹੀ ਪਊਗਾ। ਮਤਲਬ ਮੈਂ ਕਿਹੜਾ ਇਕੱਲੀ ਹਾਂ ਉੱਥੇ, ਹੋਰ ਵੀ ਤਾਂ ਸਟਾਫ ਹੈਗਾ। ਚਲੋ ਹੁਣ ਮੈਂ ਇੱਕ ਕੰਮ ਕਰਦੀ ਹਾਂ, ਜਾ ਕੇ ਡਿਨਰ ਕਰ ਲੈਂਦੀ ਹਾਂ, ਫਿਰ ਉਸ ਤੋਂ ਬਾਅਦ ਮੈਂ ਫਰੈਸ਼ ਹੋ ਕੇ ਤੁਹਾਡੇ ਲਈ ਦੁੱਧ ਲਿਆ ਦੂੰਗੀ, ਫਿਰ ਤੁਸੀਂ ਸੋ ਜਾਓ, ਠੀਕ ਹੈ? ਨਹੀਂ, ਦੁੱਧ ਤਾਂ ਰਹਿਣ ਦੇ ਯਾਰ, ਮੇਰਾ ਮੂਡ ਨਹੀਂ ਹੈਗਾ। ਹੈਲੋ, ਹਾਂਜੀ ਸਰ, ਪਹੁੰਚ ਕੇ ਤੁਸੀਂ? ਅੱਛਾ, ਓਕੇ। ਇੱਕ ਕੰਮ ਕਰੋ ਨਾ ਸਰ, ਫਿਰ ਤੁਸੀਂ ਅੰਦਰ ਆ ਕੇ ਬਹਿ ਜਾਓ, ਕਿਉਂਕਿ ਮੈਨੂੰ ਨਾ 10 ਕੁ ਮਿੰਟ ਲੱਗ ਜਾਣਗੇ ਹਲੇ। ਹਾਂਜੀ ਹਾਂਜੀ, ਤੁਸੀਂ ਅੰਦਰ ਆ ਜਾਓ। ਆ ਗਏ ਸਰ? ਹਾਂਜੀ ਸਰ, ਆ ਜਾਓ ਸਰ। ਸਰ, ਹੀ ਇਜ਼ ਮਾਈ ਹਸਬੈਂਡ। ਆ ਜਾ। ਹਾਂ ਸਰ। ਆਪਾਂ ਬਾਈ ਜੀ ਕਿਹੜੇ ਡਿਪਾਰਟਮੈਂਟ 'ਚ ਜੌਬ ਕਰਦੇ ਹੋ? ਮੈਂ ਸਰ ਐਗਰੀਕਲਚਰ ਜੀ। ਐਗਰੀਕਲਚਰ 'ਚ ਕਿਹੜੀ ਪੋਸਟ ਤੇ? ਹਾਂ ਸਰ, ਮੈਂ ਖੇਤੀਬਾੜੀ ਉਹ ਕਰਦਾ ਜੀ। ਅੱਛਾ, ਘਰੇਲੂ ਕੰਮ ਕਰਦੇ ਤੁਸੀਂ? ਹਾਂਜੀ ਹਾਂ। ਕਿਤੇ ਜੌਬ ਲਈ ਅਪਲਾਈ ਕੀਤਾ ਨੇ? ਹਾਂ ਸਰ, ਕੀਤਾ ਤਾਂ ਸੀ ਤੇ ਸਰਕਾਰੀ ਮਿਲੀ ਨਹੀਂ ਮੈਨੂੰ ਕੋਈ, ਤੇ ਪ੍ਰਾਈਵੇਟ ਫਿਰ ਮੈਂ ਆਪ ਹੀ ਨਹੀਂ ਕੀਤੀ। ਹਾਂਜੀ ਸਰ, ਮੈਂ ਰੈਡੀ ਹੋ ਗਈ ਹਾਂ, ਬਸ ਚਾਹ ਬਣਾ ਕੇ ਲਿਆਉਣੀ ਆ, ਆਪਾਂ ਪੀ ਕੇ ਫਿਰ ਚੱਲਦੇ ਹਾਂ। ਮੈਡਮ ਆਪਾਂ ਪਹਿਲੇ ਲੇਟ ਹੋਏ ਪਏ ਹਾਂ, ਆਪਾਂ ਉੱਥੇ ਜਾ ਕੇ ਚਾਹ ਪੀ ਲਾਂਗੇ। ਚਲੋ ਚੱਲੀਏ। ਹਾਂਜੀ ਮਾਲਕੋ, ਦੱਸੋ ਕਿੱਧਰ ਚੱਲੇ ਘੁੰਮਣ? ਜਿੱਥੇ ਤੁਹਾਡੀ ਮਰਜ਼ੀ ਆ ਉੱਥੇ ਲੈ ਚੱਲੋ। ਨਹੀਂ ਨਹੀਂ, ਮੇਰੀ ਕਾਵਿਆ ਐਵੇਂ ਨਹੀਂ ਕਰ ਸਕਦੀ, ਮੈਂ ਕੱਲ ਸੋਚ ਰਿਹਾ। ਆ ਜਾ ਬੇਬੇ, ਅੰਦਰ ਆ ਜਾ। ਪੁੱਤ ਬਹੂ ਕਿੱਥੇ ਗਈ? ਬੇਬੇ ਤਾਂ ਡਿਊਟੀ ਤੇ ਚਲੀ ਗਈ। ਨਾ ਤਾਂ ਪੁੱਤ ਮੈਨੂੰ ਰਾਤ ਮਿਲੀ ਆ, ਨਾ ਹੁਣ ਮਿਲ ਕੇ ਗਈ ਹੈਗੀ। ਉਹ ਬੇਬੇ ਉਹਦਾ ਨਾ ਸਾਰਾ ਆਇਆ ਹੋਇਆ ਸੀ, ਉਹਦੇ ਨਾਲ ਚਲੀ ਗਈ। ਮੈਨੂੰ ਲੱਗਦਾ ਜਲਦੀ ਜਲਦੀ ਤੈਨੂੰ ਮਿਲ ਕੇ ਆਣਾ ਭੁੱਲ ਗਈ ਹੋਣੀ। ਅੱਛਾ ਪੁੱਤ, ਹਾਂ ਬੇਬੇ। ਇੱਕ ਗੱਲ ਪੁੱਛਾਂ ਤੈਨੂੰ? ਹਾਂ ਹਾਂ ਪੁੱਛ। ਤੂੰ ਇਸ ਕੁੜੀ ਨਾਲ ਵਿਆਹ ਕਰਾ ਕੇ ਖੁਸ਼ ਆ? ਹਾਂ ਬੇਬੇ, ਮੈਂ ਪੂਰਾ ਖੁਸ਼ ਹਾਂ। ਤੈਨੂੰ ਕੀ ਲੱਗਦਾ ਮੈਂ ਖੁਸ਼ ਨਹੀਂ? ਚੱਲ ਪੁੱਤ, ਖੁਸ਼ ਹੀ ਚਾਹੀਦਾਗਾ। ਹਲ ਮੈਂ ਰੋਟੀ ਬਣਾਉਣੀ ਹੈਗੀ। ਬੇਬੇ ਤੈਨੂੰ ਮੇਰੇ ਵਿਆਹ ਕਰਾਇਆ ਦਾ ਕੋਈ ਹੈ ਨਾ ਫਾਇਦਾ ਤਾਂ ਨਹੀਂ ਹੋਇਆ, ਸਾਰਾ ਕੰਮ ਤੈਨੂੰ ਹੀ ਕਰਨਾ ਪੈਂਦਾ, ਸਵੇਰੇ ਸ਼ਾਮ ਰੋਟੀ ਤੂੰ ਹੀ ਬਣਾਉਣੀ ਆ। ਪੁੱਤ ਫਿਰ ਉਹਨੇ ਡਿਊਟੀ ਜਾਣਾ ਹੁੰਦਾਗਾ। ਹਾਂ ਇਹ ਵੀ ਹੈ ਬੇਬੇ, ਆਪਾਂ ਐਵੇਂ ਕਰਦੇ ਆ ਕੋਈ ਕੰਮ ਵਾਲੀ ਰੱਖ ਲੈਂਦੇ ਆ। ਨਾ ਪੁੱਤ, ਕੰਮ ਵਾਲੀ ਕਿਉਂ ਰੱਖ ਲੈਣਾ? ਜਿੰਨਾ ਮੈਥੋਂ ਕੰਮ ਹੁੰਦਾ ਮੈਂ ਕਰੂੰਗੀ।
ਧੋਖੇ ਦਿੰਦੇ ਫਿਰਦੇ ਸੱਸ ਨੂੰ ਧੋਖਾ ਦੂੰਗੀ, ਸੱਸ ਨੂੰ ਧੋਖਾ ਦੂੰਗੀ, ਸੱਸ ਨੂੰ ਧੋਖਾ ਦਿੰਦੇ ਆ। ਕੀ ਗੱਲ ਅੱਜ ਬੜੀ ਛੇਤੀ ਪੈ ਗਈ? ਸ਼ਰਾਬ ਦੀ ਬੋਤਲ? ਤੁਸੀਂ ਸ਼ਰਾਬ ਪੀਤੀ ਹੈ? ਤੁਸੀਂ ਸ਼ਰਾਬ ਪੀਤੀ ਹੈ? ਹਾਂ ਵਿਦਿਆ ਜਿਹਦੇ ਦੇਵੇਂ ਬਗਾਨੇ ਬੰਦਾ ਰਾਤ ਦਾ ਕੱਟ ਗਿਆ ਵੇ, ਹਾਂ ਬੰਦਾ ਸ਼ਰਾਬ ਨਹੀਂ ਪੀਓ, ਹੋਰ ਕੀ ਕਰੂ? ਆ ਕੀ ਗੰਦਮੰਦ ਸੋਚੀ ਜਾ ਰਹੇ ਹੋ? ਮੈਂ ਤਾਂ ਇਲੈਕਸ਼ਨ ਡਿਊਟੀ ਤੇ ਗਈ ਸੀ ਨਾ। ਮੈਨੂੰ ਸਭ ਪਤਾ ਹੈ ਇਲੈਕਸ਼ਨ ਡਿਊਟੀਆਂ ਦਾ, ਆਪਣੇ ਯਾਰਾਂ ਨਾਲ ਘੁੰਮਦੇ ਫਿਰਦੇ ਆ। ਮੈਨੂੰ ਤੁਹਾਡੇ ਸਿਰ ਦੀ ਸੌਂ ਲੱਗੇ, ਮੈਂ ਇਲੈਕਸ਼ਨ ਡਿਊਟੀ ਤੇ ਗਈ ਸੀ, ਕਿਸੇ ਨਾਲ ਘੁੰਮਣ ਨਹੀਂ ਗਈ ਸੀ। ਨਾ ਬਦਲ ਚੱਲਣਾ ਦੇਵੇਂ ਆ, ਪੂਰੇ ਬਦਲ ਚੱਲਣਾ। zaina ਨੂੰ ਪਹਿਲਾਂ ਹੀ ਰੱਖਿਆ ਗਿਆ ਨੇ, ਵੱਧ ਚੱਲਣ ਦੇਵੇਂ ਨੂੰ। ਮੈਂ ਵੱਧ ਗਿਆ ਮਤਲ ਸੱਟ, ਮੈਂ ਵੱਧ ਗਿਆ। ਦੇਖੋ ਤੁਸੀਂ ਨਸ਼ੇ ਚੋਂ, ਹੁਣ ਸੋ ਜਾਓ ਚੁੱਪ ਕਰਕੇ, ਆਪਾਂ ਸਵੇਰੇ ਗੱਲ ਕਰਦੇ ਹਾਂ। ਸਾਨੂੰ ਕੀ ਲੱਗਦਾ ਮੈਂ ਨਜ਼ਰ ਬੋਲੇ ਜਾਨਾ? ਮੈਨੂੰ ਸਭ ਪਤਾ ਤੇਰਾ ਕਰਤੂਤਾਂ ਦਾ, ਜਦੋਂ ਕਰਦੇ ਪਤਾ ਸਭ ਪਤਾ ਮੈਨੂੰ। ਆਈ ਜੱਟ ਨੂੰ ਬੁੱਧ ਬਣਾਉਂਦੀ ਫਿਰਦੇ ਆ, ਕਿੱਦਾਂ ਪਤਾ ਮੈਂ ਵੱਧ ਚੱਲਣ ਨਾਲ। हाय रब्बा, कैसी किस्मत लिखी है मेरी। इन्ना सही होने के बावजूद भी मैनू कितना गलत किया जा रहा है इस घर च। आलू जी चाह। ਇਹ 'ਚ ਚੀਨੀ ਵੀ ਪੈਂਦੀ ਹੁੰਦੀ ਆ, ਕੱਲਾ ਦੁੱਧ ਤੇ ਪੱਤੀ ਪਾ ਕੇ ਨਹੀਂ ਚਾਹ ਬਣਦੀ ਹੁੰਦੀ। मैं पाई सी चीनी, वो घट रह गई होनी, लियो मैं पा देती। ਹੁਣ ਪਾਏਗੀ ਤੂੰ ਚੀਨੀ ਵਿੱਚ। ਤੁਸੀਂ ਨਾ ਰੂਟ ਕਿਉਂ ਹੋਈ ਜਾਂਦੇ ਹੋ ਮੇਰੇ ਨਾਲ? ਜਦ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸਿਰਫ ਡਿਊਟੀ ਤੇ ਸੀ। ਤੁਸੀਂ ਮੇਰੇ ਕਿਸੇ ਵੀ ਕੋਲੀਗ ਤੋਂ ਪੁੱਛ ਸਕਦੇ ਹੋ। ਓ ਯਾਰ ਮੈਨੂੰ ਕੀ ਲੋੜ ਆ ਕਿਸੇ ਤੇਰੇ ਕੋਲੀਗ ਨੂੰ ਪੁੱਛਣ ਦੀ? ਨਾਲੇ ਦਾਲ ਰੋਟੀ ਬਣਾ ਕੇ ਜਾਏਗਾ ਡਿਊਟੀ ਤੇ, ਬੇਬੇ ਨੂੰ ਕੱਲੀ ਨੂੰ ਔਖਾ ਹੁੰਦਾ। ਠੀਕ ਹੈ ਜੀ। ਤੂੰ ਡਿਊਟੀ ਤੇ ਜਾਣਾ, ਜਾ ਪੁੱਤ, ਮੈਂ ਆਪੇ ਬਣਾ ਲੂ ਰੋਟੀ। ਬੇਬੇ ਜੀ ਇਲੈਕਸ਼ਨ 'ਚ ਡਿਊਟੀ ਲੱਗੀ ਸੀ, ਇਸ ਕਰਕੇ ਮੈਂ ਘਰ ਦੇ ਕੰਮ ਨਹੀਂ ਕਰ ਪਾਈ। ਅੱਗੇ ਕਿਹੜਾ ਮੈਂ ਬਣਾਉਂਦੀ ਨਹੀਂ, ਮੈਂ ਆਪੇ ਬਣਾ ਲੂ। ਥੋੜੀ ਤਾਂ ਡਿਊਟੀ ਲੱਗੀ ਰਹਿੰਦੀ ਆ, ਕਦੇ ਇਲੈਕਸ਼ਨਾਂ 'ਚ, ਕਦੇ ਕਾਸੇ 'ਚ, ਕਦੇ ਕਾਸੇ 'ਚ। ਬੇਬੇ ਜੀ ਫਿਰ ਮੈਂ ਨੌਕਰੀ ਛੱਡ ਦਿੰਨੀ ਆ। ਇਹੋ ਜੀ ਸਲਾਹ ਆਪਦੇ ਖਸਮ ਨਾ ਕਰੀ, ਮੈਂ ਨੌਕਰੀ ਛੱਡਾ ਕੇ ਕੀ ਲੈਣਾ? ਦੇਖੋ ਬੇਬੇ ਜੀ, ਜੇ ਨੌਕਰੀ ਕਰਵਾਣੀ ਹੈ ਤਾਂ ਫਿਰ ਟਾਈਮ ਤੇ ਡਿਊਟੀ ਤਾਂ ਜਾਣਾ ਹੀ ਪਏਗਾ। ਜੇ ਟਾਈਮ ਸਿਰ ਜਾਣਾ ਨਾ, ਫਿਰ ਟਾਈਮ ਸਿਰ ਆਉਣਾ ਵੀ ਪਿਆ ਕਰੂ। ਇਹ ਥੋੜੀ ਵੀ ਅੱਧੀ ਰਾਤ ਆ ਜੇ। ਮੇਰਾ ਪੁੱਤ ਸ਼ਰਾਬ ਨੂੰ ਹੱਥ ਨਹੀਂ ਸੀ ਲਾਉਂਦਾ, ਮੇਰਾ ਪੁੱਤ ਸ਼ਰਾਬੀ ਬਣ ਗਿਆ। ਬੇਬੇ ਜੀ ਮੈਂ ਕਿਹੜਾ ਉਹਨਾਂ ਨੂੰ ਸ਼ਰਾਬ ਦੀ ਬੋਤਲ ਲਿਆ ਕੇ ਦਿੰਨੀ ਆ ਜੋ ਮੈਂ ਉਹਨਾਂ ਨੂੰ ਪੀਣ ਲਾਤਾ? ਜੇ ਲਿਆ ਕੇ ਨਹੀਂ ਦਿੰਦੀ, ਪੀਣ ਤਾਂ ਲਾਤਾ ਨਾ। ਦੇਖ ਭਾਈ, ਸਵੇਰੇ ਡਿਊਟੀ ਤੇ ਘੁੰਮਣ ਟਾਈਮ ਨਾਲ ਜਾਇਆ ਕਰ, ਪਰ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ ਆਇਆ ਕਰ। ਠੀਕ ਹੈ ਬੇਬੇ ਜੀ, ਮੈਂ ਡਿਪਾਰਟਮੈਂਟ 'ਚ ਗੱਲ ਕਰਕੇ ਦੇਖਦੀ ਹਾਂ। ਕਾਵਿਆ, ਤੈਨੂੰ ਵਿਆਹ ਤੋਂ ਬਾਅਦ ਖੁਸ਼ ਹੋਣਾ ਚਾਹੀਦਾ ਸੀ, ਤੂੰ ਉਦਾਸ ਰਹਿਣੀ ਆ। ਕਿਉਂ, ਸੱਸ ਸਹੁਰਾ ਤੰਗ ਤਾਂ ਨਹੀਂ ਕਰਦੇ ਤੈਨੂੰ? ਨਹੀਂ ਨਹੀਂ ਸਰ, ਐਸੀ ਕੋਈ ਵੀ ਗੱਲ ਨਹੀਂ ਹੈਗੀ, ਤੁਹਾਨੂੰ ਉਂਝ ਹੀ ਲੱਗਿਆ ਹੋਣਾ। ਕਾਵਿਆ, ਤੈਨੂੰ ਹਮੇਸ਼ਾ ਆਪਦੀ ਛੋਟੀ ਭੈਣ ਵਾਂਗ ਸਮਝਿਆ, ਜੇ ਕੋਈ ਗੱਲ ਆ ਤਾਂ ਮੈਨੂੰ ਖੁੱਲ੍ਹ ਕੇ ਦੱਸ। ਸਰ ਐਕਚੁਅਲੀ ਗੱਲ ਇਹ ਹੈ ਕਿ ਇਲੈਕਸ਼ਨ ਡਿਊਟੀ ਕਰਕੇ ਅਸੀਂ ਲੇਟ ਹੋ ਜਾਂਦੇ ਸੀ, ਇਸ ਕਰਕੇ ਮੇਰਾ ਹਸਬੰਡ ਮੇਰੇ 'ਤੇ ਸ਼ੱਕ ਕਰਨ ਲੱਗ ਗਿਆ। ਤੇ ਹੁਣ ਆਪਾਂ ਕਦੇ ਕਦੇ ਐਮਰਜੈਂਸੀ ਕੇਸ ਕਰਕੇ ਲੇਟ ਹੋ ਜਾਂਦੇ ਆ ਤਾਂ ਮੇਰੀ ਸੱਸ ਵੀ ਪ੍ਰੋਬਲਮ ਕਰਦੀ ਹੈ। ਤਾਂ ਵਿਆਹ ਤੋਂ ਪਹਿਲਾਂ ਦੱਸਿਆ ਨਹੀਂ ਸੀ ਉਹਨਾਂ ਨੂੰ ਵੀ ਐਵੇਂ ਡਿਊਟੀ ਲੱਗਦੀਆਂ ਰਹਿੰਦੀਆਂ ਨੇ?
ਸਰ ਉਹਨਾਂ ਨੂੰ ਸਭ ਕੁਝ ਪਤਾ ਸੀ ਵਿਆਹ ਤੋਂ ਪਹਿਲਾਂ ਕਿ ਮੈਂ ਲੇਟ ਆਨੀ ਆ, ਡਿਊਟੀਆਂ ਲੱਗਦੀ ਰਹਿੰਦੀਆਂ ਨੇ, ਫੋਨ ਤੇ ਤਾਂ ਸਾਡੀ ਗੱਲ ਹੁੰਦੀ ਰਹਿੰਦੀ ਸੀ। ਪਤਾ ਨਹੀਂ ਹੁਣ ਫਿਰ ਹੁਣ ਬਾਅਦ ਚ ਕਿਉਂ ਪ੍ਰੋਬਲਮ ਕਰਦੇ ਨੇ, ਜਾਂ ਸਭ ਕੁਝ ਪਹਿਲਾਂ ਪਤਾ ਸੀ? ਸਰ ਮੈਨੂੰ ਲੱਗਦਾ ਮੇਰੀ ਕਿਸਮਤ ਹੀ ਮਾੜੀ ਲਿਖੀ ਹੈ ਰੱਬ ਨੇ। ਜਿੱਥੇ ਪਹਿਲੇ ਰਿਸ਼ਤਾ ਹੋਇਆ ਸੀ ਉੱਥੇ ਵੀ ਆਹੀ ਕਲੇਸ਼ ਰਹਿੰਦਾ ਸੀ, ਪਰ ਮੈਨੂੰ ਹੁਣ ਲੱਗਾ ਸੀ ਕਿ ਨਹੀਂ ਹੁਣ ਸਭ ਠੀਕ ਹੋ ਸਕਦਾ ਹੈ, ਪਰ ਇੱਥੇ ਵੀ ਉਹੀ ਕਲੇਸ਼ ਰਹਿੰਦਾ ਹੈ। ਕਿ ਰੋਜ਼ ਦਾ ਕਲੇਸ਼ ਚੰਗਾ ਨਹੀਂ ਹੁੰਦਾ, ਤੁਸੀਂ ਬੈਠ ਕੇ ਸਮਝਾ ਦਿਓ ਨਾ ਗੱਲ ਉਹਨਾਂ ਨੂੰ। ਸਰ ਸਭ ਸਮਝਾ ਕੇ ਦੇਖ ਲਿਆ, ਹੁਣ ਤਾਂ ਮੈਨੂੰ ਲੱਗਦਾ ਕਿ ਮੈਨੂੰ ਨੌਕਰੀ ਛੱਡਣੀ ਪੈਣੀ ਹੈ। ਨੌਕਰੀ ਨਹੀਂ ਛੱਡੀ, ਨੌਕਰੀ ਕਿਹੜਾ ਰੋਜ਼ ਮਿਲਦੀਆਂ ਨੇਗੀਆਂ। ਪਹਿਲਾਂ ਨੌਕਰੀ ਕਰਕੇ ਸਹੁਰੇ ਛੱਡੇ ਸੀ ਤੇ ਹੁਣ ਲੱਗਦਾ ਹੈ ਸਹੁਰਿਆਂ ਕਰਕੇ ਨੌਕਰੀ ਛੱਡਣੀ ਪੈਣੀ ਹੈ। ਹੁਣ ਰੋਜ਼ ਦਾ ਵਿਆਹ ਕਰਾਣੋ ਰਹੀ, ਕਦ ਤੱਕ ਐਵੇਂ ਚੱਲਦਾ ਰਹੇਗਾ? ਫਿਰ ਤੁਸੀਂ ਐਵੇਂ ਕਰੋ, ਤੁਸੀਂ 3 ਮਹੀਨੇ ਦੀ ਛੁੱਟੀ ਲੈ ਲਓ, ਤੁਸੀਂ ਉਹਨਾਂ ਨੂੰ ਕਹਿ ਦਿਓ ਨਾ ਘਰੇ ਵੀ ਨੌਕਰੀ ਛੱਡਤੀ, ਫਿਰ ਠੀਕ ਆ ਜੀ ਸਭ। ਠੀਕ ਕਹਿ ਰਹੇ ਹੋ ਸਰ ਤੁਸੀਂ, ਆਖਿਰ ਕੁਝ ਤਾਂ ਕਰਨਾ ਹੀ ਪਏਗਾ। ਚਲੋ ਆਹੀ ਟਰਾਈ ਕਰਕੇ ਦੇਖ ਲੈਂਦੀ ਹਾਂ। ਚਲੋ ਮੈਡਮ ਕੋਈ ਕੰਮ ਵੀ ਕਰ ਲਿਆ ਨਾ, ਕਾਫੀ ਟਾਈਮ ਹੋ ਗਿਆ ਆਪਾਂ ਨੂੰ ਬੈਠਿਆਂ ਨੂੰ, ਸਾਹ ਵੀ ਆਉਣ ਵਾਲੇ ਹੋਣਗੇ। ਆਜੋ। ਤੂੰ ਡਿਊਟੀ ਨਹੀਂ ਜਾਣਾ ਅੱਜ? ਟਾਈਮ ਤਾਂ ਇੰਨਾ ਹੋ ਗਿਆ, ਤਿਆਰ ਹੋਈ ਨਹੀਂ। ਮੈਂ ਜੌਬ ਛੱਡਤੀ। ਚਲ ਕੋਈ ਨਹੀਂ, ਫਿਰ ਕਿਹੜਾ ਆਪਾਂ ਭੁੱਖੇ ਮਰਨ ਲੱਗਿਆ। ਪੁੱਤ ਬਹੂ ਗਈ ਨਹੀਂ ਅੱਜ ਡਿਊਟੀ ਤੇ? ਬੇਬੇ ਨੇ ਨੌਕਰੀ ਛੱਡਤੀ। ਛੱਡੀ ਤਾਂ ਕਾਹਨੂੰ ਹੋਊਗੀ, ਤੂੰ ਛਡਾਈ ਹੋਊਗੀ। ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਵੀ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਾ ਲੈ, ਪਰ ਤੂੰ ਕਿਹੜਾ ਮੰਨੀ? ਹਾਂ ਬੇਬੇ ਮੈਂ ਵੀ ਹੁਣ ਇਹੀ ਸੋਚਦਾ, ਆਪਾਂ ਨੇ ਨਾ ਐਵੇਂ ਕਰਨਾ ਸੀ, ਕਿਸੇ ਟੀਚਰ ਕੁੜੀ ਦਾ ਰਿਸ਼ਤਾ ਲੈ ਲੈਂਦੇ। 8 ਵਜੇ ਡਿਊਟੀ ਤੇ ਜਾਇਆ ਕਰਦੀ, 2 ਵਜੇ ਘਰੇ ਆ ਜਾਇਆ ਕਰਦੀ। ਵੀ ਟੀਚਰ ਤੋਂ ਕੀ ਕਰਾਉਣਾ ਸੀ, ਕੋਈ ਘਰੇਲੂ ਕੁੜੀ ਦਾ ਰਿਸ਼ਤਾ ਲੈਂਦੇ, ਵਧੀਆ ਘਰ ਦਾ ਕੰਮ ਕਰਦੀ। ਤੇ ਉਹ ਵੀ ਮੈਨੂੰ ਤਾਂ ਇਹਦੀ ਰੋਟੀ ਸਬਜ਼ੀ ਪਸੰਦ ਨਹੀਂ ਆਉਂਦੀ। ਹਾਂ ਬੇਬੇ ਇਹ ਕੰਮ ਕਰਨ ਲੱਗੀ ਨਾ ਥੋੜੀ ਤੇਜ਼ੀ ਕਰਦੀ ਹੈ, ਰੀਝ ਨਾਲ ਨਹੀਂ ਕਰਦੀ ਕੰਮ। ਇਹਨਾਂ ਨੂੰ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਫੋਨ ਹੀ ਚਲਾਉਣੇ ਆਉਂਦੇ ਆ, ਕੰਮ ਕੁੰਮ ਕਿਹੜੇ ਜਾਣਦੀਆਂ ਨੇ ਇਹ। क्यों बेबे जी, कदों तो टाइम से रोटी नहीं मिली? मैं चाहे आप बीमार हो पर हमेशा तो टाइम से रोटी दी है मैं। आप चाहे मैं भुखी सो जा पर ਤੁਹਾਡਾ ਢਿੱਡ ਤਾਂ ਭਰਦੀ ਆ ਨਾ ਮੈਂ। ਭਈ ਯਾਰ ਉਹ ਕਦਾ ਢਿੱਡ ਭਰਨ ਹੁੰਦਾ, ਖੱਚਾ ਆਟਾ ਮੱਥੇ ਮਾਰਦੀਆਂ। ਠੀਕ ਹੈ ਫਿਰ ਜੇ ਬੇਬੇ ਵਧੀਆ ਰੋਟੀ ਬਣਾਉਣਾ ਜਾਣਦੇ ਆ ਤੇ ਫਿਰ ਬੇਬੇ ਬਣਾ ਲਿਆ ਕਰਨ। ਦੇਖ ਤੈਨੂੰ ਬੇਬੇ ਕੁਝ ਕਹਿ ਨਹੀਂ ਰਹੀ, ਤੇਰੀ ਗੱਲ ਮੇਰੇ ਨਾਲ ਹੋ ਰਹੀ ਹੈ ਨਾ, ਤਾਂ ਸਿਰਫ ਮੇਰੇ ਤੱਕ ਹੀ ਰੱਖ। ਇਸ਼ਾਰਾ ਤਾਂ ਬੇਬੇ ਦਾ ਹੀ ਚੱਲਦਾ ਹੈ, ਬੋਲ ਕੇ ਤੁਸੀਂ ਕਹਿ ਦਿੰਦੇ ਹੋ। ਆ ਗਈ ਹੈ। ਬੰਦੇ ਨੇ ਸਾਰਾ ਦਿਨ ਕੰਮ ਕਰਕੇ ਇੱਕ ਰੋਟੀ ਉਹ ਖਾਣੀ ਹੁੰਦੀ ਆ ਜ਼ਹਿਰ ਬਣਾ ਰੱਖੀ ਆ ਪਾਪਾ ਲੂਣ। ਮੈਂ ਤਾਂ ਜੋ ਮਰਜ਼ੀ ਕਰ ਲਾ, ਤੁਸੀਂ ਨੁਕਸ ਹੀ ਕੱਢਣਾ ਹੁੰਦਾ ਹੈ, ਕਦੇ ਜ਼ਿਆਦਾ ਤੇ ਕਦੇ ਘੱਟ। ਚੱਕ ਲੈ ਜਾਨੂੰ, ਮੈਂ ਨਹੀਂ ਖਾਣੀ, ਮੈਂ ਜਾ ਕੇ ਬਾਗੜੀਆਂ ਢਾਬੇ ਦੀ ਖਾਣਾ। ਕੀ ਗੱਲ ਪੁੱਤ ਉੱਚੀ ਉੱਚੀ ਜੇ ਬੋਲੀ ਜਾਂਦੇ ਸੀ? ਉਹ ਬੇਬੇ ਰੋਟੀ ਖਾਣ ਲੱਗਿਆ ਸੀ, ਉਹਨੇ ਦਾਲ ਦੀ ਜ਼ਹਿਰ ਬਣਾਈ ਪਈ ਆ, ਦੱਸ ਕੇ ਮੈਂ ਰੋਟੀ ਖਾਵਾਂ? ਕੋਈ ਨਾ ਪੁੱਤ ਰੋਟੀ ਤਾਂ ਮੈਂ ਬਣਾ ਦਿੰਦੀ ਹਾਂ, ਜੇ ਇਹਨੂੰ ਰੋਟੀ ਸਬਜ਼ੀ ਆਉਂਦੀ ਫਿਰ ਅਗਲਾ ਕੇ ਛੱਡਦਾ। ਚੱਲ ਪੁੱਤ ਮੈਂ ਬਣਾ ਕੇ ਦਿੰਦੀ ਆ। ਸਾਰਾ ਦਿਨ ਧਿਆਨ ਤਾਂ ਤੇਰਾ ਫੋਨ 'ਚ ਰਹਿੰਦਾ, ਤਾਂ ਹੀ ਦਾਲ 'ਚ ਲੂਣ ਕਦੇ ਵੱਧ ਪਾ ਨਹੀਂ ਕਦੇ ਘੱਟ ਪਾ ਨਹੀਂ ਆ। ਦੱਸ ਹੁਣ ਕਿਹੜੇ ਯਾਰ ਨੂੰ ਲਾ ਰੱਖਿਆ ਸੀ? ਮੰਮਾ ਨੂੰ ਕੀਤਾ ਸੀ ਫੋਨ, ਮੈਂ ਬਿਮਾਰ ਨੇ ਉਹ, ਉਹਨਾਂ ਦਾ ਹਾਲ ਪੁੱਛਣ ਵਾਸਤੇ ਫੋਨ ਕੀਤਾ ਸੀ ਮੈਂ। ਦੇਖਾ ਫੜਾ ਫੋਨ। ਮੈਂ ਸੱਚ ਕਹਿ ਰਹੀ ਹਾਂ, ਮੰਮੀ ਦਾ ਹੀ ਸੀ। ਫੋਨ ਫੜਾ ਦੇ, ਨਹੀਂ ਜਾਨ ਤੋਂ ਮਾਰ ਦੂੰਗਾ ਤੈਨੂੰ। ਫੜਾ ਫੋਨ। ਅੱਛਾ ਬਹੁਤ ਸ਼ੌਂਕ ਆ ਤੈਨੂੰ ਹਨਾ ਲਾਈਵ ਸੁਣਾਉਣ ਦਾ ਆਪਣੀ ਮਾਂ ਨੂੰ। ਇਹ ਨੰਬਰ ਤਾਂ ਤੇਰੀ ਮੰਮੀ ਦਾ ਹੈ ਹੀ ਨਹੀਂ, ਇਹ ਕਿਹਦਾ ਨੰਬਰ ਹੈ ਜਿਹਤੇ ਮਾਂ ਲਿਖ ਰੱਖਿਆ ਤੈਂ? ਇਹ ਤਾਂ ਸਰ ਦਾ ਨੰਬਰ ਹੈ, ਪਰ ਉਹ ਮੈਨੂੰ ਭੈਣਾਂ ਵਾਂਗੂ ਸਮਝਦੇ ਨੇ, ਮੈਨੂੰ ਗਲਤ ਨਾ ਸਮਝੋ। ਵਾਹ
ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਭੈਣਾਂ ਵੀ ਭਾਈਆਂ ਦੇ ਨੰਬਰ ਲੁਕੋ ਸੇਵ ਕਰਦੀਆਂ ਹੁੰਦੀਆਂ ਨੇ। ਬਾਤ ਚੱਲਣ ਤੀਵੀਂ, ਤਾਂ ਹੀ ਤੈਨੂੰ ਪਹਿਲਾਂ ਕਿਸ ਨੇ ਤਲਾਕ ਦਿੱਤਾ ਸੀ। ਤੇਰੀ ਔਕਾਤ ਹੈ ਨਹੀਂ ਕਿਸ ਦੀ ਘਰ ਵਾਲੀ ਬਣਨ ਦੀ। ਬਜ਼ਾਰੂ ਔਰਤਾਂ ਤੋਂ ਬਜ਼ਾਰੂ ਮੇਰੀ ਜ਼ਿੰਦਗੀ ਨਰਕ ਕਰਕੇ ਰੱਖਤੀ। बस बहुत बर्दाश्त कर लिया हूं मैं। तेरी खुद की औकात नहीं हैगी टीवी रखन दी। ਤੂੰ ਹੁਣ ਮੈਨੂੰ ਮੇਰੀ ਔਕਾਤ ਦੱਸੇਂਗੀ? ਜਾ ਨਿਕਲ ਮੇਰੇ ਘਰੋਂ। ਮੈਨੂੰ ਵੀ ਨਾ ਕੋਈ ਸ਼ੌਕ ਨਹੀਂ ਹੈ ਇਹੋ ਜਿਹੇ ਬੰਦੇ ਦੇ ਘਰ ਰਹਿਣ ਦਾ ਜੋ ਆਪਣੀ ਬੀਵੀ ਦੀ ਰਿਸਪੈਕਟ ਨਾ ਕਰੇ। ਤੇਰੇ ਪਿੱਛੇ ਮੈਂ ਆਪਣੇ ਦੋਸਤ ਛੱਡੇ, ਨੌਕਰੀ ਛੱਡੀ, ਰਿਸ਼ਤੇਦਾਰ ਛੱਡੇ ਤੇ ਬਦਲੇ 'ਚ ਮੈਨੂੰ ਕੀ ਮਿਲਿਆ? ਆ ਥੱਪੜ। ਉਹ ਥੱਪੜ ਤੂੰ ਆਪਣੀ ਔਕਾਤ ਨਾਲ ਖਾਦਾ ਮੈਨੂੰ ਧੋਖਾ ਦੇ ਕੇ। ਵਾਹ, ਤਾਂ ਯਾਰ ਤਾਂ ਘਰ ਹੀ ਆ ਗਿਆ। ਦਿਲ ਹੀ ਲੱਗਿਆ ਹੋਣਾ ਵਿਚਾਰੇ ਦਾ। ਥੋੜਾ ਜਿਹਾ ਸਬਰ ਕਰ ਲੈਂਦਾ, ਡਿਊਟੀ ਤੇ ਮਿਲ ਲੈਂਦਾ। ਇਹ ਭੈਣ ਆ ਮੇਰੀ ਛੋਟੀ, ਇਹਦੇ ਬਾਰੇ ਬਕਵਾਸ ਮਾਰਦਾ। ਮੈਂ ਪਹਿਲਾਂ ਫੋਨ ਤੇ ਵੀ ਸੁਣ ਰਿਹਾ ਸੀ। ਅੱਛਾ, ਜੇ ਭੈਣ ਸੀ ਤਾਂ ਹੀ ਨੰਬਰ ਲਗੋ ਕੇ ਸੇਵ ਕਰਦੀ ਸੀ। ਭੈਣ ਕਾਹਨੂੰ ਆ, ਮਸ਼ੂਕ ਹੋਣੀ। ਲੱਗਦਾ ਤੈਨੂੰ ਪਿਆਰ ਨਾਲ ਗੱਲ ਸਮਝ ਨਹੀਂ ਆਉਂਦੀ। ਜੋ ਕਿਸਮਤ ਮਾਈ ਦਾ ਤਲਾਕ ਹੋ ਗਿਆ, ਉਹਦਾ ਨਜਾਇਜ਼ ਫਾਇਦਾ ਚੱਕਦੇ ਡਰਾ ਡਰਾ ਕੇ। ਇਹਨਾਂ ਦੀ ਗੰਦੀ ਸੋਚ ਕਰਕੇ ਮੈਂ ਨੰਬਰ ਤੇ ਮੌਮ ਲਿਖਿਆ ਸੀ। ਮੈਂ ਸੋਚਿਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੇ ਜ਼ਰੂਰ ਗਲਤ ਹੀ ਸਮਝਣਗੇ। ਮੈਂ ਭੈਣੇ ਵੱਡਾ ਭਾਈ ਹੋਣ ਦਾ ਪੂਰਾ ਫਰਜ਼ ਨਿਭਾਉਂਗਾ। ਤੂੰ ਕੱਲ ਤੋਂ ਡਿਊਟੀ ਤੇ ਜਾ, ਮੈਂ ਦੇਦਾ ਤੈਨੂੰ ਕਿਹੜਾ ਰੋਕਦਾ। ਇਹ ਕਿਵੇਂ ਜੁਆਇਨ ਕਰੋਗੀ? ਇਹਨਾਂ ਦਾ ਨੌਕਰੀ ਛੱਡਤੀ। ਛੁੱਟੀ ਲਈ ਸੀ 2 ਮਹੀਨਿਆਂ ਦੀ। ਮੈਂ ਕਿਹਾ ਸੀਗਾ ਛੁੱਟੀ ਲੈ ਲਾ ਭਾਈ, ਤੇਰਾ ਘਰ ਬਾਜ ਜਾਊਗਾ, ਪਰ ਉਹਨੇ ਕਸਰ ਨਹੀਂ ਛੱਡੀ, ਤੰਗ ਕਰਕੇ ਰੱਖਿਆ ਇਹਨੂੰ। ਕਾਵਿਆ, ਕਾਵਿਆ ਮੈਨੂੰ ਮਾਫ ਕਰ ਦੇ। ਮੈਂ ਐਵੇਂ ਬਸ ਗਲਤਫਹਿਮੀ ਤੇਰੇ ਤੇ ਸ਼ੱਕ ਕਰਦਾ ਰਿਹਾ, ਤਾਂ ਹੀ ਯਾਰ ਮੈਂ ਤੇਰੇ ਨਾਲ ਇਹੋ ਜਿਹਾ ਬਿਹੇਵ ਕੀਤਾ। ਪਰ ਸੱਚ ਦੱਸਾਂ ਯਾਰ, ਮੈਂ ਤੈਨੂੰ ਬਹੁਤ ਪਿਆਰ ਕਰਦਾ। ਧੀਏ, ਮੈਂ ਵੀ ਗੁੱਸੇ 'ਚ ਤੈਨੂੰ ਬਹੁਤ ਗਲਤ ਬੋਲੀ, ਪਰ ਮੈਨੂੰ ਮਾਫ ਕਰ ਦੇ। ਕਈ ਵਾਰ ਗਲਤਫਹਿਮੀ ਨਾ ਰਿਸ਼ਤੇ ਤੇ ਰਾੜ ਪਾ ਦਿੰਦੇ ਨੇ, ਇਹਨਾਂ ਕਰਕੇ ਗਲਤ ਤਲਾਕ ਤੱਕ ਪਹੁੰਚ ਜਾਂਦੀ ਹੈ। ਰਿਸ਼ਤੇ ਦਿਲ ਨਾਲ ਨਿਭਾਏ ਜਾਂਦੇ ਨੇ, ਦਿਮਾਗ ਨਾਲ ਨਹੀਂ। ਬਹੁਤ ਟਾਈਮ ਹੋ ਗਿਆ, ਤਿਆਰ ਤੁਰ ਹੋ ਜਾ ਤਾਂ ਡਿਊਟੀ ਤੇ ਨਹੀਂ ਜਾਣਾ। ਮੇਰਾ ਦਿਲ ਨਹੀਂ ਹੈ ਅੱਜ। ਚੱਲ ਜੇ ਨਹੀਂ ਦਿਲ ਕਰਦਾ ਫਿਰ ਨਾ ਸਹੀ, ਕਰ ਲਾ ਰੈਸਟ ਘਰੇ। ਮੈਂ ਕੀ ਸੋਚ ਰਹੀ ਹਾਂ, ਮੈਂ ਪੱਕੇ ਤੌਰ ਤੇ ਜੌਬ ਛੱਡਦਾ। ਕਿਉਂ ਤੂੰ ਕਾਮਲੀ ਹੋ ਗਈ? ਓਏ ਲੋਕ ਤਾਂ ਨੌਕਰੀਆਂ ਭਾਲਦੇ ਨੇ, ਤੈਨੂੰ ਮਿਲੀ ਹੋਈ ਹੈ, ਤੂੰ ਤਾਂ ਕਹਿ ਰਹੀ ਹੈ ਮੈਂ ਛੱਡਦਾ। ਪਤਾ ਨਹੀਂ ਕਿਉਂ, ਬਸ ਉਹਨਾਂ ਮੇਰਾ ਦਿਲ ਨਹੀਂ ਕਰਦਾ ਜੌਬ ਕਰਨ ਦਾ। ਕਿ ਯਾਰ ਕਮਾਲ ਆ, ਹੁਣ ਤਾਂ ਤੈਨੂੰ ਅਸੀਂ ਵੀ ਪੂਰੀ ਸਪੋਰਟ ਕਰਦੇ ਆ। ਤੁਸੀਂ ਤਾਂ ਸਪੋਰਟ ਕਰਦੇ ਹੋ, ਪਰ ਮੈਨੂੰ ਐਵੇਂ ਲੱਗਦਾ ਹੈ, ਪਤਾ ਨਹੀਂ ਕਿਉਂ ਮੈਨੂੰ ਇੱਦਾਂ ਹੀ ਲੱਗੀ ਜਾਂਦਾ ਕਿ ਤੁਸੀਂ ਖੁਸ਼ ਨਹੀਂ ਹੋ ਤੇ ਮੈਂ ਜ਼ਬਰਦਸਤੀ ਹੋਈ ਜਾਈ ਜਾ ਰਹੀ ਹਾਂ। ਓਏ ਨਹੀਂ ਨਹੀਂ, ਐਵੇਂ ਦੀ ਕੋਈ ਗੱਲ ਨਹੀਂ ਹੈਗੀ, ਅਸੀਂ ਪੂਰੇ ਖੁਸ਼ ਹਾਂ। ਪਹਿਲਾਂ ਤਾਂ ਮੈਨੂੰ ਗਲਤਫਹਿਮੀ ਹੈਗੀ ਸੀ, ਉਹ ਹੁਣ ਦੂਰ ਹੋ ਗਈ। ਹੁਣ ਮੈਨੂੰ ਕੀ ਪ੍ਰੋਬਲਮ ਆ, ਹੁਣ ਤੂੰ ਚਲੀ ਜਾਇਆ ਕਰ। ਚਲੋ ਫਿਰ ਮੈਂ ਕੱਲ ਤੋਂ ਚੱਲ ਜੂੰਗੀ। ਓਏ ਕੱਲ ਤੋਂ ਕਿਉਂ? ਤੂੰ ਅੱਜ ਤੋਂ ਹੀ ਜਾਣਾ ਸ਼ੁਰੂ ਕਰ ਦੇ। ਚਲੋ ਠੀਕ ਹੈ, ਫਿਰ ਮੈਂ ਘਰ ਦੇ ਥੋੜੇ ਜਿਹੇ ਕੰਮ ਕਰ ਲੈਂਦੀ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਚਲੀ ਜਾਂਦੀ ਹਾਂ। ਠੀਕ ਹੈ। ਗੱਲ ਸੁਣ ਕੁੜੇ, ਝਾੜੂ ਬੈਠ ਕੇ ਲਾ, ਚੰਗੀ ਤਰ੍ਹਾਂ ਸਫਾਈਆਂ ਕਰ। ਜੇ ਨਹੀਂ ਕਰਨੀਆਂ ਤਾਂ ਫਾਹਾ ਕਾਹਤੋਂ ਵੜਦੀ ਆ? ਬੇਬੇ ਜੀ, ਚਾਹੇ ਬੈਠ ਕੇ ਲਗਾਵਾਂ ਚਾਹੇ ਖੜ ਕੇ, ਸਫਾਈ ਤਾਂ ਕਰ ਹੀ ਰਹੀ ਹਾਂ ਨਾ। ਨਹੀਂ ਆ ਕਾਹਦੇ ਸਫਾਈ ਕਰਦੀਆਂ? ਕੂੜਾ ਤਾਂ ਸਾਰਾ ਉਵੇਂ ਪਿਆ। ਫੜਾ ਝਾੜੂ ਮੈਨੂੰ, ਮੈਂ ਕਰਦੀ ਆ ਸਫਾਈ, ਤੂੰ ਹੋਰ ਕੰਮ ਕਰ ਲੈ ਜਾ ਕੇ। ਕੁੜੇ ਗੱਲ ਸੁਣ, ਆਪਦੇ ਕੱਪੜੇ ਤਾਂ ਤੂੰ ਮਸ਼ੀਨ 'ਚ ਪਾ ਲੇ, ਮੇਰਾ ਸੂਟ ਬਾਹਰ ਕੱਢ ਕੇ ਸਿੱਟਤਾ। ਕਿ ਮੇਰੇ ਕੱਪੜਿਆਂ 'ਚ ਕੋਈ ਤੈਨੂੰ ਬਿਮਾਰੀ ਲੱਗਦੀ ਆ? ਬੇਬੇ ਜੀ, ਬਿਮਾਰੀ ਦੀ ਗੱਲ ਨਹੀਂ ਹੈਗੀ। ਆ ਮੇਰੇ ਨਵੇਂ ਸੂਟ ਨੇ ਆਉਣ ਜਾਣ ਵਾਲੇ, ਤੁਹਾਡੇ ਕੱਪੜੇ ਤਾਂ ਪੁਰਾਣੇ ਨੇ, ਨਾਲ ਵੈਸੇ ਵੀ ਇਹਨਾਂ ਤੇ ਗੋਹਾ ਲੱਗਿਆ ਹੁੰਦਾ ਹੈ। ਮੈਂ ਇੱਕ ਵਾਰ ਆਪਣੇ ਧੋਣਾ, ਆਪਣੇ ਕੱਪੜੇ ਕੱਢ ਕੇ ਫਿਰ ਤੁਹਾਡੇ ਪਾ ਦਾਂਗੀ। ਬੱਲੇ ਨਹੀਂ ਤੇਰੇ ਵੱਡੀ ਚਾਤਰ ਦੇ, ਆਪਦੀ ਮਾਲਕ ਚਾਲ 'ਚ ਮੇਰੇ ਕੱਪੜੇ ਧੋਣ ਨੂੰ ਫਿਰਦੇ ਆ। ਮੇਰੇ ਕੱਪੜੇ ਨੂੰ ਧੋਈ ਮਾਪੀ ਧੋ ਲੂੰਗੀ। ਚਲੋ ਤੁਹਾਡੀ ਮਰਜ਼ੀ ਹੈ ਬੇਬੇ ਜੀ, ਆਪ ਧੋ ਲਿਓ, ਮੈਨੂੰ ਕੀ ਹੈ। ਆਹੋ ਧੋ ਲੂੰਗੀ ਮੈਂ ਆਪੀ।
ਵੱਡੀ ਚਾਦਰ ਆਪਦੀ ਮਾਂ ਦੇ ਵੀ ਐ ਕੱਢ ਕੇ ਸਿੱਟਦੇ ਸੀ ਜਿਵੇਂ ਮੇਰੇ ਕੱਢ ਕੇ ਸਿੱਟਤੇ। ਬੇਬੇ ਜੀ ਮੇਰੇ ਪਹਿਲਾਂ ਹੀ ਸਿਰ ਦਰਦ ਕਰ ਰਿਹਾ ਹੈ, ਮੈਨੂੰ ਕੱਪੜੇ ਧੋਣ ਦਿਓ ਪਲੀਜ਼। ਤੁਸੀਂ ਅੰਦਰ ਚੱਲ ਜਾਓ, ਮੈਂ ਡਿਊਟੀ ਚੱਲ ਜਾਊਂਗੀ ਨਾ, ਫਿਰ ਤੁਸੀਂ ਧੋ ਲਿਓ ਆਪਣੇ। ਨਹੀਂ ਮੈਨੂੰ ਕਿਹੜਾ ਠੇਕਾ ਤੇਰੀ ਡਿਊਟੀ ਦਾ, ਨਾਲੇ ਮੈਨੂੰ ਕਿਹੜਾ ਤਨਖਾਹ ਫੜਾਉਣੀ ਆ ਲਿਆ ਕੇ ਵੀ ਮੈਂ ਤੇਰਾ ਰੋਬ ਚੱਲਾਂ। ਬੇਬੇ ਜੀ ਤਨਖਾਹ ਕਿਹੜਾ ਕੈਸ਼ ਮਿਲਦੀ ਹੈ, ਸਿੱਧਾ ਬੈਂਕ ਅਕਾਊਂਟ ਚ ਆਉਂਦੀ ਹੈ। ਜਿੰਨੇ ਚਾਹੀਦੇ ਨੇ ਦੱਸ ਦਿਓ, ਮੈਂ ਕਢਾ ਕੇ ਲਿਆ ਦੂੰਗੀ। ਨਹੀਂ ਮੈਂ ਕੀ ਕਰਨੀ ਆ ਤੇਰੀ ਤਨਖਾਹ, ਮੈਂ ਤਾਂ ਆਪਦੇ ਗੁਜ਼ਾਰੇ ਜੋਗੇ ਆਪਦਾ ਦੁੱਧ ਪਾ ਕੇ ਬਣਾ ਲੈਣੀ ਆ। ਤੇਰੀ ਮਾਂ ਨੂੰ ਆਦਤ ਹੋਣੀ ਤੇਰੇ ਤਨਖਾਹ ਦੀ। ਬੇਬੇ ਜੀ ਮੈਂ ਨਹੀਂ ਤੁਹਾਡੇ ਨਾਲ ਬਹਿਸ ਕਰ ਸਕਦੀ, ਤੁਸੀਂ ਤਾਂ ਕਿਸੇ ਪਾਸੇ ਮਾਨ ਨਹੀਂ ਆਉਂਦੇ, ਲਗਾਤਾਰ ਬੋਲੀ ਜਾਂਦੇ ਹੋ। ਆਹ ਕਰਤਾ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਆਹ ਕਿਉਂ ਕੀਤਾ। ਉਹ ਹਾਂਜੀ ਮੈਡਮ, ਨਵੇੜੇ ਕੰਮ ਕਰ। ਕੰਮ ਤਾਂ ਨਹੀਂ ਬੜਨਗੇ ਨਾ ਜੇ ਤੁਹਾਡੀ ਮਾਂ ਆਪਣੀ ਜ਼ੁਬਾਨ ਨੂੰ ਰੈਸ ਦੇਵੇ। 24 ਘੰਟੇ ਬੋਲੀ ਜਾਂਦੀ ਹੈ, ਕੋਈ ਕੰਮ ਹੀ ਨਹੀਂ ਕਰਨ ਦਿੰਦੀ ਚੈਨ ਨਾਲ। ਉਹ ਯਾਰ ਮੈਂ ਉਹਨੂੰ ਬਹੁਤ ਵਾਰ ਸਮਝਾਇਆ ਵੀ ਤੂੰ ਕਾਵਿਆ ਨੂੰ ਨਾ ਕੁਛ ਹੁਣ ਬੋਲਿਆ ਕਰ, ਪਰ ਉਹ ਕਿੱਥੇ ਸਮਝਦੀ ਹੈ। ਚੱਲ ਯਾਰ ਤੂੰ ਤਾਂ ਪੜ੍ਹੀ ਲਿਖੀ ਹੈ, ਤੂੰ ਆਪਦਾ ਕੰਮ ਕਰਕੇ ਲੰਘ ਜਾ ਕਰ ਡਿਊਟੀ ਤੇ। ਕੰਮ ਤਾਂ ਹੋਏਗਾ ਨਾ ਜੇ ਉਹ ਕਰਨ ਦੇਣਗੇ, ਕਰਨ ਹੀ ਨਹੀਂ ਦਿੰਦੇ ਸ਼ਾਂਤੀ ਨਾਲ ਕੋਈ ਕੰਮ ਮੈਨੂੰ। ਓਏ ਉਹਦਾ ਤਾਂ ਸ਼ੁਰੂ ਤੋਂ ਹੀ ਸਵਾਲ ਤੱਤਾ, ਬਾਪੂ ਨਾਲ ਬਥੇਰਾ ਲੜਦੀ ਹੁੰਦੀ ਸੀ। ਤੁਸੀਂ ਦੱਸੋ, ਮੈਂ ਕੰਮ ਨਹੀਂ ਕਰਦੀ, ਸਾਰਾ ਘਰ ਦਾ ਕੰਮ ਕਰਕੇ ਮੈਂ ਫਿਰ ਡਿਊਟੀ ਤੇ ਜਾਂਦੀ ਆ। ਉਹ ਮੈਨੂੰ ਤਾਂ ਪਤਾ ਤੂੰ ਸਾਰਾ ਘਰ ਦਾ ਕੰਮ ਕਰਕੇ ਡਿਊਟੀ ਜਾਂਦੀ ਹੈ, ਪਰ ਬੇਬੇ ਨੂੰ ਕੌਣ ਸਮਝਾਵੇ। ਚੱਲ ਯਾਰ ਤੂੰ ਲੇਟ ਹੋ ਰਹੀ ਹੈ, ਤੇਰਾ ਟਾਈਮ ਹੋਇਆ ਪਿਆ, ਜਾ ਤੂੰ ਕੰਮ ਨਿਬੇੜ ਕੇ ਆਪਦਾ ਲੰਘ ਜਾ ਡਿਊਟੀ ਤੇ। ਹਜੇ ਕਿੱਥੋਂ ਤਿਆਰ ਹੋ ਜਾ, ਹਜੇ ਤਾਂ ਰੋਟੀ ਵੀ ਬਣਾਉਣ ਵਾਲੀ ਪਈ ਹੈ ਤੇ ਮਸ਼ੀਨ ਚੋਂ ਕੱਪੜੇ ਵੀ ਕੱਢਣੇ ਨੇ। ਉਹ ਚੱਲ ਫਿਰ ਤੂੰ ਐਵੇਂ ਕਰ, ਤੂੰ ਮਸ਼ੀਨ ਚੋਂ ਕੱਪੜੇ ਕੱਢ ਕੇ ਨਾ ਨਹਾ ਕੇ ਡਿਊਟੀ ਤੇ ਚਲੀ ਜਾ, ਰੋਟੀ ਟੋਕਰ ਰਹਿਣ ਦੇ। ਆਪਦੀ ਰੋਟੀ ਤੂੰ ਉੱਥੇ ਮੰਗਵਾ ਲਈ, ਸਾਡੀ ਬੇਬੇ ਆਪੇ ਬਣਾ ਲੂਗੀ। ਠੀਕ ਹੈ। ਜੇ ਚੱਜਦੀਆਂ ਹੋਣ ਕਾਹਨੂੰ ਕੋਈ ਤਲਾਕ ਦੇਵੇ। ਇਹੋ ਜਿਹੇ ਮੁੰਡੇ ਆ ਜਿਹੜੇ ਸੁੱਟੜਾਂ ਦੇ ਮਗਰ ਲੱਗ ਰਹੇ ਨੇਗੇ, ਪਹਿਲਾਂ ਕੋਈ ਚੱਜ ਦੀ ਦੇਖ ਕੇ ਵਿਆਹ ਕਰਾ ਲਓ। ਬੇਬੇ ਜੀ ਤੁਸੀਂ ਮੈਨੂੰ ਕਿੰਨਾ ਗਲਤ ਬੋਲ ਰਹੇ ਹੋ। ਜੇ ਤੁਹਾਡੇ ਆਪਦੇ ਧੀ ਹੁੰਦੀ ਨਾ ਫਿਰ ਤੁਹਾਨੂੰ ਪਤਾ ਲੱਗਦਾ ਧੀਆਂ ਦੇ ਕੀ ਦੁੱਖ ਹੁੰਦੇ ਨੇ। ਮੇਰੇ ਸੋਨੇ ਵਰਗਾ ਪੁੱਤ ਮਗਰ ਲਾ ਲਿਆ, ਜਾਏ ਵੱਡੀ ਨੇ ਪਤਾ ਨਹੀਂ ਕੀ ਸਿਰ ਚ ਪਾਇਆਗਾ। ਬੇਬੇ ਤੇਰਾ ਪੁੱਤ ਮੈਂ ਨਹੀਂ ਮਗਰ ਲਾਇਆ, ਉਹ ਖੁਦ ਮੇਰੇ ਮਗਰ ਲੱਗਾ ਫਿਰਦਾ ਸੀ ਨੌਕਰੀ ਦੇ ਲਾਲਚ ਚ। ਅਸੀਂ ਕੀ ਅੱਗ ਲਾਉਣੀ ਹੈ ਤੇਰੀ ਨੌਕਰੀ, ਤੇਰੇ ਨਾਲ ਸਾਡੀ ਜਾਤ ਵੀ ਨਹੀਂ ਮਿਲਦੀ, ਅਸੀਂ ਜੱਟ ਜ਼ਿਮੀਂਦਾਰ। ਬੇਬੇ ਜੀ ਬਸ ਕਰੋ, ਆ ਮੈਥੋਂ ਰੋਜ਼-ਰੋਜ਼ ਦੀਆਂ ਨਾ ਲੜਾਈਆਂ ਨਹੀਂ ਹੁੰਦੀਆਂ। ਤੁਸੀਂ ਜਦ ਵੀ ਆਓ ਤਦ ਮੈਨੂੰ ਤਲਾਕ ਦੇ ਮੇਰੇ ਦੇਣ ਲੱਗ ਜਾਂਦੇ ਹੋ। ਵੈਸੇ ਵੀ ਤਲਾਕ ਹੀ ਲੈ ਲੈਣੀ ਹੈ ਮੈਥੋਂ, ਤੁਸੀਂ ਨਾ ਕੋਈ ਜੱਟਾਂ ਦੀ ਵਧੀਆ ਜਿਹੀ ਕੁੜੀ ਲੈ ਆਇਓ। ਮੈਥੋਂ ਰੋਜ਼ ਦੇ ਤਾਨੇ ਸੁਣੇ ਜਾਂਦੇ ਹੁਣ। ਨਹੀਂ ਤੂੰ ਤਾਂ ਗਿੱਜੀ ਹੋਈਆਂ ਤਲਾਕ ਲੈਣ, ਪਹਿਲਾਂ ਪਤਾ ਨਹੀਂ ਕਿੰਨੇ ਕ ਛੱਡ ਕੇ ਆਈਆਂਗੀ। ਅਸੀਂ ਇੱਜ਼ਤਦਾਰ ਆ, ਸਾਨੂੰ ਨਹੀਂ ਲੋੜ ਤਲਾਕ ਦੀ। ਤੁਹਾਨੂੰ ਨਹੀਂ ਲੋੜ ਹੋਣੀ, ਪਰ ਮੈਨੂੰ ਤਾਂ ਬਹੁਤ ਲੋੜ ਹੈ ਤਲਾਕ ਦੀ। ਮੈਂ ਬਹੁਤ ਬਰਦਾਸ਼ਤ ਕਰ ਲਿਆ। ਆਹ ਚੰਗਾ ਤਰੀਕਾ ਡਰਾਉਣ ਦਾ, ਕਹਿੰਦੀ ਤਲਾਕ ਲੈ ਲੂੰਗੀ। ਬੇਬੇ ਫਿਰ ਮੈਨੂੰ ਹੱਲ ਵੀ ਦੱਸ ਦੇ, ਮੈਂ ਕੀ ਕਰਾਂ? ਤੂੰ ਤਾਂ ਮੈਨੂੰ ਜੀਣ ਹੀ ਨਹੀਂ ਦਿੰਦੀ, ਮੈਂ ਖੁਦਕੁਸ਼ੀ ਕਰ ਲੈਣੀ ਆ ਫਿਰ। ਆਹੋ ਸਾਨੂੰ ਫਸਾ ਜੇਲ੍ਹ ਚ। ਨਹੀਂ ਜੇ ਇੰਨੀ ਮਰਨ ਦਾ ਸ਼ੌਂਕ ਸੀ ਪਹਿਲਾਂ ਮਰਦੀ, ਜਦੋਂ ਪਹਿਲਾਂ ਕਿਸੇ ਨੇ ਘਰੋਂ ਕੱਢਿਆ ਸੀ। ਬਸ ਬੇਬੇ ਮੇਰੇ ਕੋਲ ਨਹੀਂ ਹੈਗੀ ਹੋਰ ਬਰਦਾਸ਼ਤ ਕਰਨ ਦੀ ਹਿੰਮਤ, ਮੈਂ ਅੱਜ ਹੀ ਜਾ ਰਹੀ ਹਾਂ ਤੁਹਾਡਾ ਘਰ ਛੱਡ ਕੇ। ਉਹ ਕੀ ਗੱਲ ਮੈਡਮ, ਅੱਜ ਵੀ ਕੋਈ ਇਲੈਕਸ਼ਨ ਡਿਊਟੀ ਲੱਗੀ ਜਿਹੜਾ ਇੰਨੀ ਪੈਕਿੰਗ ਕਰੀ ਜਾ ਰਹੀ ਆ? ਹਾਂ ਡਿਊਟੀ ਲੱਗੀ ਹੈ, ਪਰ ਇਲੈਕਸ਼ਨ 'ਚ ਨਹੀਂ, ਮੇਰੇ ਬੇਬੇ ਦੇ ਘਰ ਰਹਿਣ ਦੀ। ਪਤਾ ਨਹੀਂ ਉਹ ਕਿਹੜੀ ਮਾੜੀ ਘੜੀ ਸੀ ਜੋ ਮੈਂ ਤੁਹਾਡੇ ਨਾਲ ਹਾਂ ਕਰਤੀ ਵਿਆਹ ਕਰਾਉਣ ਨੂੰ। ਉਹ ਯਾਰ ਤੈਨੂੰ ਮੈਂ ਤਾਂ ਨਹੀਂ ਕੁਝ ਕਹਿੰਦਾ, ਬੇਬੇ ਨੂੰ ਤਾਂ ਆਦਤ ਆ ਬੋਲਣ ਦੀ। ਤੁਹਾਡੀ ਬੇਬੇ ਤੁਹਾਨੂੰ ਮੁਬਾਰਕ, ਮੈਥੋਂ ਨਹੀਂ ਬਰਦਾਸ਼ਤ ਹੁੰਦਾ। ਕਿਹੋ ਜਿਹੀਆਂ ਗੱਲਾਂ ਕਹਿੰਦੇ ਨੇ, ਤੂੰ ਛੱਡੀ ਹੋਈ ਐ, ਤੈਨੂੰ ਕਿਸੇ ਨੇ ਛੱਡਤਾ, ਇਹ ਤੂੰ ਮੈਥੋਂ ਨਹੀਂ ਬਰਦਾਸ਼ਤ ਹੁੰਦਾ। ਮੇਰਾ ਦਿਲ ਕਰਦਾ ਖੁਦਕੁਸ਼ੀ ਕਰ ਲੈ ਜਾ ਕੇ। ਓਏ ਤੂੰ ਗੁੱਸਾ ਛੱਡ ਤੇ ਰਿਲੈਕਸ ਹੋ ਕੇ ਬੈਠ, ਠੀਕ ਆ? ਮੈਂ ਕਰਦਾ ਜਾ ਕੇ ਬੇਬੇ ਨਾਲ ਗੱਲ। ਬੇਬੇ ਆ ਕੀ ਤਮਾਸ਼ਾ ਫੜ ਰੱਖਿਆ ਤੈਂ? ਤੂੰ ਰੋਜ਼ ਇਹ ਕਲੇਸ਼ ਕਰੀ ਜਾਂਦੀ ਆ ਉਹਦੇ ਨਾਲ, ਦੱਸ ਉਹ ਤੈਨੂੰ ਕੀ ਕਹਿੰਦੀ ਆ? ਭੇਜ ਤਾਂ ਕਰਨ ਭਰ ਕੇ ਮੇਰੇ ਬਾਪ ਦੀ ਸਾਲੀ ਨੇ, ਚੁਗਲੀਆਂ ਕਰਨ ਤੋਂ ਬਿਨਾ ਹੁਣ ਉਹਨੂੰ ਕੰਮ ਵੀ ਕੀ ਆ? ਓਏ ਬੇਬੇ ਉਹ ਡਿਊਟੀ ਤੇ ਲੱਗੀ ਹੋਈ ਆ, ਫੇਰ ਵੀ ਘਰ ਦਾ ਸਾਰਾ ਕੰਮ ਨਿਬੇੜ ਕੇ ਜਾਂਦੀ ਆ। ਓਏ ਮਾੜੀ ਮੋਟੀ ਸ਼ਰਮ ਕਰ ਲੈ, ਸ਼ਰਮ। ਵੇ ਮੈਂ ਕਾਹਦੀ ਸ਼ਰਮ ਕਰਾਂ, ਮੈਂ ਕੀ ਕੋਈ ਗੁਨਾਹ ਕਰਤਾ? ਸ਼ਰਮ ਕਰੇ ਤੇਰੀ ਤੀਵੀਂ ਜਿਹੜੀ ਸਾਰਾ ਦਿਨ ਮਸਟੰਡਿਆਂ ਨਾਲ ਹਾ ਹਾ ਹੀ ਕਰਕੇ ਆਉਂਦੀ ਆ। ਘਰ ਦੇ ਕੰਮ ਕਰਨੇ ਉਹਨੂੰ ਔਖੇ ਲੱਗਦੇ ਨੇ। ਓਏ ਬੇਬੇ ਤੂੰ ਹਾਲੇ ਵੀ ਸਮਝ ਜਾ, ਮੌਕਾ ਤੇਰੇ ਕੋਲੇ। ਜੇ ਉਹ ਚਲੀ ਗਈ ਨਾ ਫਿਰ ਤੂੰ ਘਰ ਦੇ ਨਾਲ ਤਾਂ ਸਾਰੇ ਕੰਮ ਕਰਿਆ ਕਰੇਂਗੀ, ਨਾਲੇ ਪਛਤਾਵੇਂਗੀ ਬਹੁਤ। ਤੂੰ ਸਮਝ ਜਾ ਤੂੰ ਹਾਲੇ ਵੀ। ਅੱਛਾ ਆਹ ਡਰਾਪਾ ਦੇ ਰੱਖਿਆ ਤੈਨੂੰ ਜਾਣ ਦਾ, ਤਾਈਓ ਮੇਰੇ ਨਾਲ ਲੜ ਰਿਹਾ ਤੂੰ। ਬੇਬੇ ਮੈਂ ਤੇਰੇ ਨਾਲ ਲੜ ਨਹੀਂ ਰਿਹਾ, ਮੈਂ ਤੈਨੂੰ ਸਿਰਫ ਸਮਝਾ ਰਿਹਾ। ਵੇ ਸਮਝਾ ਜਾ ਕੇ ਆਪਦੀ ਤੀਵੀਂ ਨੂੰ, ਮੈਂ ਤਾਂ ਸਮਝੀ ਹੋਈ ਆ, ਮੈਨੂੰ ਸਮਝਾਉਣ ਦੀ ਲੋੜ ਨਹੀਂ।
ਤੂੰ ਸਮਝਣਾ ਹੀ ਨਹੀਂ ਹੈਗਾ। ਤੂੰ ਆਪਣਾ ਘਰ ਪੱਟਣਾ ਹੀ ਪੱਟਣਾ, ਚਾਹੇ ਤਾਂ ਰਲ ਕੇ ਉਹ ਚਲੀ ਜਾਵੇ, ਚਾਹੇ ਮੈਨੂੰ ਕੁਝ ਖਾ ਕੇ ਮਰਨਾ ਪੈ ਜੇ। ਵੇ ਉਹ ਕਿਧਰੇ ਨਹੀਂ ਜਾਂਦੀ। ਕੌਣ ਰੱਖਣ ਲੱਗਿਆ ਉਹਨੂੰ ਛੁੱਟਣ ਨੂੰ? ਇਹ ਤਾਂ ਤੂੰ ਹੀ ਆ ਮੋਟੇ ਦਿਮਾਗ ਦਾ, ਜਿਹੜਾ ਇਹਦੇ ਮਗਰ ਲੱਗਿਆ ਹੋਇਆ। ਓਏ ਬੇਬੇ, ਰੱਬ ਤੋਂ ਡਰ ਕੇ ਗੱਲ ਕਰੀਦੀ ਹੁੰਦੀ ਆ, ਹਰ ਵੇਲੇ ਨਹੀਂ ਹੰਕਾਰ 'ਚ ਰਹੀਦਾ ਹੁੰਦਾ। ਵੇ ਮੇਰੀਆਂ ਤਾਂ ਦੱਸਦੀਆਂ ਹੋਈਆਂ, ਬੇਬੇ ਆਹ ਬੋਲਦੀ ਆ, ਬੇਬੇ ਉਹ ਬੋਲਦੀ ਆ, ਆਪਦੀਆਂ ਤਾਂ ਨਹੀਂ ਦੱਸੀਆਂ। ਮੇਰਾ ਸੂਟ ਆਪਦੇ ਸੂਟਾਂ ਤੋਂ ਅਲੱਗ ਕੱਢ ਕੇ ਸਿੱਟਤਾ। ਓਏ ਬੇਬੇ, ਤੂੰ ਵੀ ਤਾਂ ਨਖਰੇ ਮਾਰਦੀ ਐ, ਤੂੰ ਕਿਹੜਾ ਘੱਟ ਐ? ਜਦੋਂ ਤੇਰੀ ਜੀਭ ਨਹੀਂ ਕੰਟਰੋਲ 'ਚ, ਫਿਰ ਅਗਲੀ ਕਿਉਂ ਤੂੰ ਤੇਰੇ ਕੱਪੜੇ? ਮੇਰੀ ਜੀਭ ਤਾਂ ਨਹੀਂ ਕੰਟਰੋਲ 'ਚ, ਤੂੰ ਤਾਂ ਕੰਟਰੋਲ 'ਚ ਕਰ ਰੱਖਿਆ। ਪਤਾ ਨਹੀਂ ਮੇਰੀ ਸੌਕਣ ਕਿਹੜੇ ਸਾਹ ਤੋਂ ਪੁੜੀਆਂ ਕਰਾ ਕੇ ਲਿਆਈ ਆ, ਤੇਰੇ ਸਿਰ 'ਚ ਪਾ ਰੱਖੀਆਂ ਨੇ। ਬਹੁਤ ਔਖਾ ਤੈਨੂੰ ਸਮਝਾਉਣਾ ਤਾਂ ਮੱਝ ਮੂਹਰੇ ਬੀਨ ਵਜਾਉਣ ਵਾਲਾ ਕੰਮ ਆ। ਸ਼ਾਬਾਸ਼ ਵੇ ਤੈਨੂੰ, ਮੈਂ ਤਾਂ ਤੈਨੂੰ ਜੰਮ ਕੇ ਤਰ ਗਈ। ਵੇ ਤੀਵੀਂ ਮਗਰ ਲੱਗ ਕੇ ਮਾਂ ਨੂੰ ਮੱਝ ਕਹਿਣਾ। ਤੂੰ ਐਵੇਂ ਕਰ, ਪੈਕਿੰਗ ਕਰੇ ਲੈ, ਕੱਲੀ ਆਪਦੀ ਨਹੀਂ, ਮੇਰੇ ਸੂਟ ਵੀ ਵਿੱਚ ਹੀ ਪਾ ਲਾ। ਆਪਾਂ ਦੋਵੇਂ ਚੱਲਦੇ ਆ ਘਰ ਛੱਡ ਕੇ, ਇਹਨੂੰ ਇੱਥੇ ਕੱਲੀ ਨੂੰ ਹੀ ਰਹਿਣ ਦਿੰਦੇ ਆ। ਆਪਾਂ ਕਿਤੇ ਕਿਰਾਏ ਦੇ ਘਰ ਲੈ ਕੇ ਉੱਥੇ ਰਹਿ ਲਿਆ ਕਰਾਂਗੇ। ਨਹੀਂ ਨਹੀਂ ਨਹੀਂ, ਐਵੇਂ ਨਹੀਂ ਕਰਨਾ। ਲੋਕ ਕਹਿਣਗੇ ਕਿ ਮੈਂ ਆਂਦੀ ਨੇ ਮਾਂ ਪੁੱਤ 'ਚ ਵਿਆਹ ਪਾਤਾ। ਐਦਾਂ ਤਾਂ ਕੁਝ ਨਹੀਂ ਕਰਨਾ। ਲੋਕ ਤਾਂ ਮੈਨੂੰ ਹੀ ਮਾੜੀ ਕਹਿਣਗੇ ਨਾ। ਲੋਕ ਕਹਿਣਗੇ ਬੁੜੀ ਦੀ ਸੇਵਾ ਕਰਨ ਦੇ ਮਾਰੇ ਉਹਨੂੰ ਉਰੇ ਹੀ ਛੱਡ ਗਏ। ਲੋਕਾਂ ਨੂੰ ਕੀ ਪਤਾ ਆਪਣੇ ਘਰ ਦੇ ਹਾਲਾਤਾਂ ਦਾ। ਫਿਰ ਲੋਕਾਂ ਦੇ ਡਰ ਕਰਕੇ ਆਪਾਂ ਨਰਕ ਭੋਗੀ ਜਾਈਏ? ਓਏ ਲੋਕਾਂ ਦਾ ਤਾਂ ਮੇਰੇ ਸਾਲਿਆਂ ਦਾ ਕੰਮ ਹੀ ਹੁੰਦਾ ਗੱਲਾਂ ਬਣਾਉਣਾ। ਨਹੀਂ ਨਹੀਂ, ਤੁਸੀਂ ਰਹਿਣ ਦਿਓ, ਮੈਂ ਹੀ ਬੇਬੇ ਨੂੰ ਇਗਨੋਰ ਕਰ ਦੂੰਗੀ। ਐ ਸੋਚੂੰਗੀ ਕਿ ਕੁਝ ਸੁਣਿਆ ਹੀ ਨਹੀਂ ਮੈਂ। ਫਿਰ ਉਹੀ ਤਾਂ ਮੈਂ ਤੈਨੂੰ ਸਮਝਾ ਰਿਹਾ ਸੀ ਵੀ ਜਦੋਂ ਉਹ ਬੋਲਦੀ ਆ ਬੋਲੀ ਜਾਣ ਦੇ, ਤੂੰ ਚੁੱਪ ਕਰਕੇ ਉਹਦਾ ਸੁਣਿਆ ਹੀ ਨਾ ਕਰ। ਕਦੇ ਕਦੇ ਨਹੀਂ ਜਰਿਆ ਜਾਂਦਾ ਨਾ, ਇੰਨਾ ਵੀ ਨਹੀਂ ਸੁਣਿਆ ਜਾਂਦਾ ਕਦੇ ਕਦੇ ਇੰਨਾ। ਓ ਯਾਰ ਬੇਬੇ, ਕਿੰਨਾ ਕੁ ਚਿਰ ਆ? ਆਪਣੇ ਦੋਹਾਂ 'ਚ ਪਿਆਰ ਹੋਣਾ ਚਾਹੀਦਾ। ਉਹ ਤਾਂ 2-4 ਸਾਲਾਂ ਨੂੰ ਗੱਡੀ ਚੜ ਜਾਊਗੀ। ਮੈਂ ਨਹੀਂ ਚਾਹੁੰਦੀ ਬੇਬੇ ਨੂੰ ਕੁਝ ਹੋਵੇ, ਬਸ ਜਦੋਂ ਐ ਬੋਲਦੀ ਹੈ ਤਾਂ ਮੇਰੇ ਤੋਂ ਜਰਿਆ ਨਹੀਂ ਜਾਂਦਾ। ਚਲ ਕੋਈ ਨਹੀਂ, ਹੁਣ ਤੂੰ ਛੱਡ ਕਿਸੇ ਨੂੰ, ਜਾ ਤਿਆਰ ਹੋ, ਡਿਊਟੀ ਜਾ ਤੂੰ। ਬੇਬੇ ਤਾਂ ਬੋਲਦੇ ਰਹੋਗੀ, ਉਹਦੇ ਪਿੱਛੇ ਡਿਊਟੀ ਥੋੜਾ ਛੱਡਣੀ ਆਪਾਂ। ਕੀ ਗੱਲ ਭਾਈ, ਅੱਜ ਰੋਟੀ ਨਹੀਂ ਪਕਾਈ? ਗੁਰਦੁਆਰੇ ਖਾਣ ਜਾਵਾਂਗੇ? ਬੇਬੇ, ਮੇਰਾ ਡਿਊਟੀ ਦਾ ਟਾਈਮ ਹੋਇਆ ਪਿਆ, ਤੁਸੀਂ ਪਕਾ ਕੇ ਖਾ ਲਿਓ। ਜੇ ਨਹੀਂ ਪਕਾਉਣੀ ਸੀ ਟਾਈਮ ਨਾਲ ਨਹੀਂ ਦੱਸ ਸਕਦੀ, ਮੈਂ ਆਪਦੀ ਪਕਾ ਕੇ ਖਾ ਲੈਂਦੀ। ਕਿਹੜਾ ਵੇਲਾ ਹੋ ਗਿਆ, ਮੈਨੂੰ ਭੁੱਖੀ ਮਾਰਤਾ। ਹਜੇ ਕਹਿੰਦਾ ਮੇਰੀ ਤੀਵੀਂ ਸਾਰਾ ਕੰਮ ਕਰਦੀ ਆ, ਰੋਟੀ ਇਹ ਪਕਾ ਕੇ ਨਹੀਂ ਦੇ ਸਕਦੀ। ਚਲੋ ਮੈਂ ਡਿਊਟੀ ਤੇ ਲੇਟ ਚਲੀ ਜਾਊਂਗੀ, ਪਹਿਲਾਂ ਤੁਹਾਨੂੰ ਰੋਟੀਆਂ ਪਕਾ ਕੇ ਦੇ ਦਿੰਨੀ ਆ। ਬਸ ਕਰ, ਹੁਣ ਤਾਂ ਮੈਂ ਆਪੇ ਪਕਾ ਲੂੰਗੀ। ਜੇ ਪਕਾਉਣੀ ਹੁੰਦੀ ਪਹਿਲਾਂ ਨਾ ਪਕਾ ਕੇ ਰੱਖ ਦਿੰਦੀ। ਚਲੋ ਠੀਕ ਹੈ, ਫਿਰ ਪਕਾ ਲਓ, ਮੈਂ ਕਿਉਂ ਕੰਮ ਖਾ ਲੇਟ ਹੋਵਾਂ। ਅੱਜ ਤਾਂ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਉਂਗੇ। ਮੈਂ ਤਾਂ ਚੱਲੀ ਡਿਊਟੀ। ਅੱਛਾ ਜੀ। ਓਏ ਪਹਿਲਾਂ ਕਿਹੜਾ ਤੂੰ ਹੀ ਐਡਾ ਵੱਡਾ ਕਰਤਾ ਮੈਨੂੰ? ਮੇਰੀ ਮਾਂ ਇਹ ਰੋਟੀ ਲਾ ਕੇ ਖਵਾਉਂਦੀ ਰਹੀ ਆ ਹੁਣ ਤੱਕ। ਅੱਛਾ ਆ 4 ਦਿਨ ਲਾ ਕੇ ਰੋਟੀਆਂ ਹਵਾ ਕਰਦੀਆਂ ਮੇਰੇ ਤੇ। ਇੰਨਾ ਪਿਆਰ ਆ ਰਿਹਾ ਮਾਂ ਦਾ। ਹੁਣੇ ਤਾਂ ਅੰਦਰ ਤਵੇ ਲਾਂਦੇ ਫਿਰ ਰਹੇ ਸੀ, ਹੁਣੇ ਨੀਚੇ ਤੇ ਰੰਗ ਵੀ ਬਦਲ ਲਿਆ ਤੁਸੀਂ। ਤੂੰ ਸਾਨੂੰ ਮਾਂ ਪੁੱਤ ਨੂੰ ਲਾ ਕੇ ਖੁਸ਼ ਆ? ਮੈਂ ਕਿਉਂ ਲੜਾਵਾਂਗੀ? ਮੈਂ ਤਾਂ ਆਪ ਸ਼ਾਂਤੀ ਭਾਲਦੀ ਹਾਂ। ਅੱਛਾ ਚੱਲ ਹੁਣ ਫਟਾਫਟ ਡਿਊਟੀ ਤੇ ਲੰਘ ਜਾ। ਜੇ ਬੇਬੇ ਆ ਗਈ ਕਹੂਗੀ ਬੈਠੀ ਤੇ ਆਰਾਮ ਨਾਲ ਗੱਲਾਂ ਮਾਰ ਰਹੀ ਆ। ਉਹ ਤਾਂ ਰੋਟੀ ਲਾਉਣ ਵੇਲੇ ਲੇਟ ਹੋ ਰਹੀ ਸੀ। ਬੜਾ ਡਰ ਹੈ ਤੁਹਾਨੂੰ ਬੇਬੇ ਦਾ। ਓਏ ਡਰ ਤਾਂ ਤੈਨੂੰ ਵੀ ਬਥੇਰਾ। ਦੇਖ ਲੈ ਮੇਰੀ ਅਨਪੜ੍ਹ ਮਾਂ ਨੇ ਪੁਲਿਸ ਵਾਲੀ ਮੂਹਰੇ ਲਾ ਰੱਖੀ ਆ। ਪੜ੍ਹੇ ਲਿਖਿਆਂ ਨੂੰ ਸਮਝਾਇਆ ਜਾ ਸਕਦਾ ਹੈ, ਅਬ ਬਿਗੜੇ ਅਨਪੜ੍ਹ ਨੂੰ ਸਮਝਾਉਣਾ ਮੇਰੇ ਵੱਸ ਦੀ ਖੇਡ ਨਹੀਂ ਹੈਗੀ। ਚਲੋ ਮੈਂ ਚੱਲੀ ਡਿਊਟੀ ਤੇ, ਤੁਸੀਂ ਬੈਠੋ ਤੇ ਖਾਓ ਆਪਣੇ ਬੇਬੇ ਦੇ ਹੱਥ ਦੀ ਰੋਟੀ। ਬਾਏ। ਭਾਈ ਉਹਨੂੰ ਦਵਾਈ ਦਵਾ ਦੇ। ਕਿੰਨਾ ਕੁ ਟਾਈਮ ਫਿਰਦੀ ਰਹੂਗੀ ਫੰਡਰਗਾ ਵਾਂਗੂ? ਤੁਹਾਡੇ ਤੋਂ ਮਗਰੋਂ ਵਿਆਹਾਂ ਦੇ ਬੱਚੇ ਹੋ ਗਏ। ਓਏ ਬੇਬੇ, ਉਹ ਤੈਨੂੰ ਦੱਸਣਾ ਭੁੱਲ ਗਈ ਹੋਣੀ, ਆਪਣੇ ਘਰੇ ਵੀ ਖੁਸ਼ਖਬਰੀ ਹੋ ਗਈ ਆ। ਅੱਛਾ, ਤੁਸੀਂ ਮੈਨੂੰ ਜਾਣ ਕੇ ਨਹੀਂ ਦੱਸਿਆ। ਬੇਬੇ ਤੈਨੂੰ ਦੱਸੀਏ ਵੀ ਕੀ, ਤੂੰ ਸਿੱਧੇ ਮੂੰਹ ਤਾਂ ਕਦੇ ਗੱਲ ਨਹੀਂ ਕਰਦੀ। ਚਲ ਕੋਈ ਨਹੀਂ ਭਾਈ, ਕਿਸੇ ਸੰਤ ਤੋਂ ਦਵਾਈ ਦਵਾ ਦੇ, ਕੋਈ ਚੰਗੀ ਚੀਜ਼ ਹੋ ਜਾਊਗੀ। ਬੇਬੇ ਦਵਾਈ ਨਾ ਦਵਾਈ ਫਿਰ ਕਿਹੜੀ ਮਾੜੀ ਚੀਜ਼ ਹੋਣ ਲੱਗੀ ਆ? ਚਲ ਭਾਈ, ਮੈਂ ਤਾਂ ਕੀ ਤੁਹਾਡੇ ਨਾਲ ਮੱਥਾ ਮਾਰਨਾ, ਜਿਵੇਂ ਮਰਜ਼ੀ ਕਰੋ। ਬੇਬੇ ਉਹ ਪੜ੍ਹੀ ਲਿਖੀ ਆ, ਪੁਲਿਸ 'ਚ ਨੌਕਰੀ ਕਰਦੀ ਆ, ਉਹ ਬਾਬਿਆਂ ਕੋਲ ਦਵਾਈ ਲੈਂਦੀ ਫਿਰਦੀ ਚੰਗੀ ਲੱਗੂਗੀ? ਨਾਲੇ ਜਿਹੜੇ ਜੀਲੇ ਘਰ 'ਚ ਆਉਣਾ ਹੀ ਆ ਉਹ ਆਊਗਾ ਹੀ, ਚਾਹੇ ਮੁੰਡਾ ਹੋਵੇ ਚਾਹੇ ਕੁੜੀ। ਮੈਂ ਬੋਲਣਾ ਤਾਂ ਕੁਝ ਹੈ ਨਹੀਂ ਸੀ, ਫਿਰ ਵੀ ਮੈਨੂੰ ਬੋਲਣਾ ਪਿਆ। ਜਵਾਕ ਹੋਣ ਤੋਂ ਪਹਿਲਾਂ ਟੈਸਟ ਕਰਾ ਲਿਓ, ਕਿਤੇ ਕੁੜੀ ਨਾ ਜੰਮ ਕੇ ਧਰ ਦੇ। ਬੇਬੇ ਦੇਖੋ, ਟੈਸਟ ਨਾ ਅਸੀਂ ਕਰਾਉਣਾ ਨਹੀਂ, ਚਾਹੇ ਕੁੜੀ ਹੁੰਦੀ ਹੈ, ਇਸ ਗੱਲ ਨਾਲ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੇ ਤੁਹਾਨੂੰ ਨਹੀਂ ਫਰਕ ਪੈਂਦਾ, ਮੈਨੂੰ ਤਾਂ ਪੈਂਦਾ। ਨਾ ਤਾਂ ਮੇਰੀ ਸੱਸ ਦੇ ਕੁੜੀ ਆ, ਨਾ ਮੇਰੇ ਆ। ਕੀ ਫਿਰ ਤੁਸੀਂ ਜ਼ਰੂਰੀ ਜੰਮਣੀ ਆ?
ਉਹ ਬੇਬੇ ਜੇ ਆਪਣੇ ਕੁੜੀ ਹੋ ਜਾਊਗੀ ਫਿਰ ਕੀ ਫਰਕ ਪੈਂਦਾ? ਨਾਲੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਵੀ ਰੱਬ ਸਾਨੂੰ ਕੁੜੀ ਉਹ ਦੇ ਦੇਵੇ। ਬੇ ਦੁਰਫੱਟੇ ਮੂੰਹ ਤੇਰੇ, ਕੋਈ ਚੱਜ ਦੀ ਚੀਜ਼ ਨਾ ਮੰਗੀ। ਓਏ ਬੇਬੇ ਜੇ ਆਪਣੇ ਪਹਿਲਾਂ ਕੁੜੀਆਂ ਹੁੰਦੀਆਂ ਫਿਰ ਤੈਨੂੰ ਬੋਲਣ ਦੀ ਥੋੜੀ ਬਹੁਤੀ ਤਮੀਜ਼ ਹੁੰਦੀ। ਕੁੜੀ ਆਪਣੇ ਕੋਈ ਹੈਗੀ ਨਹੀਂ ਸੀ ਤਾਂ ਹੀ ਤੂੰ ਆਪਦੀ ਔਕਾਤ 'ਚ ਨਹੀਂ ਰਹਿੰਦੀ। ਨਾਲੇ ਰੱਬ ਵੀ ਕੁੜੀ ਉਸ ਘਰੇ ਦਿੰਦਾ ਜਿਹਦੇ 'ਚ ਕੁੜੀ ਪਾਲਣ ਦੀ ਔਕਾਤ ਹੋਵੇ। ਚੱਲ ਭਾਈ, ਤੁਹਾਡੇ 'ਚ ਤਾਂ ਔਕਾਤ ਹੈਗੀ ਆ, ਤੁਸੀਂ ਜੰਮੋ ਕੁੜੀ, ਮੇਰੇ 'ਚ ਤਾਂ ਹੈ ਨਹੀਂ ਔਕਾਤ। ਤਾਂ ਹੀ ਤਾਂ ਆਪਣਾ ਦੇਸ਼ ਤਰੱਕੀ ਨਹੀਂ ਕਰਦਾ। ਤੇਰੇ ਵਰਗੀਆਂ ਬੁੜੀਆਂ ਹਲੇ ਵੀ ਮੁੰਡੇ ਲੈਣ ਨੂੰ ਸਾਧਾਂ ਕੋਲ ਫਿਰੀਆਂ ਨੇ ਤਵੀਤ ਕਰਾਉਂਦੀ। ਲੈ ਬੇਬੇ ਪਾਣੀ। ਆਜਾ ਬਹਿ ਜਾ ਮੇਰਾ ਪੁੱਤ। ਦੇਖ ਲੈ ਬੇਬੇ ਹੁਣ ਆਪਣੀ ਬਾਣੀ ਕਿੰਨਾ ਪਿਆਰ ਲੈਂਦੀ ਹੈ। ਤੂੰ ਉਦੋਂ ਕਹਿੰਦੀ ਹੁੰਦੀ ਸੀ ਆਪਣੇ ਕੋਈ ਕੁੜੀ ਨਾ ਹੋਵੇ। ਦੱਸ ਕੀ ਫਰਕ ਆ ਹੁਣ ਮੁੰਡੇ ਕੁੜੀਆਂ 'ਚ? ਕਿੰਨਾ ਪਿਆਰ ਲੈਂਦੀ ਹੈ ਇਹ। ਆਪਣੇ ਕੋਈ ਕੁੜੀ ਨਹੀਂ ਸੀ ਨਾ ਤੇਰੇ ਭੂਆ ਸੀ ਨਾ ਭੈਣ ਸੀ, ਤਾਂ ਨਹੀਂ ਸੀ ਮੈਨੂੰ ਪਤਾ। ਇਹ ਤਾਂ ਗੋਲ ਗੱਪੀ ਜੀ ਬੜਾ ਪਿਆਰ ਲੈਂਦੀ ਆ। ਹੋਰ ਦੇਖ ਲੈ ਹੁਣ ਤੈਨੂੰ ਸਪੈਸ਼ਲ ਪਾਣੀ ਲੈ ਕੇ ਆਇਆ ਮੇਰਾ ਸੋਹਣਾ ਪੁੱਤ। ਹਾਂ ਤੁਸੀਂ ਆਰਾਮ ਨਾਲ ਸੁੱਤੇ ਪਏ ਹੋ। ਮੇਰੀ ਧੀ ਐਵੇਂ ਹੀ ਬੈਠੀ ਹੈ ਸਕੂਲ ਤੋਂ ਆ ਕੇ, ਨਾ ਇਹਨੂੰ ਕੁਝ ਖਵਾਇਆ ਪਿਲਾਇਆ, ਨਾ ਇਹਦੀ ਡਰੈਸ ਚੇਂਜ ਕਰੀ। ਚਲੋ ਉਠੋ, ਖਵਾਓ ਕੁਛ ਇਹਨੂੰ ਤੇ ਨਾਲੇ ਇਹਦੇ ਕੱਪੜੇ ਚੇਂਜ ਕਰੋ। ਮੈਂ ਤੁਹਾਡੇ ਸਾਰੇ ਤਾਂ ਛੱਡ ਕੇ ਗਈ ਸੀ ਇਹਨੂੰ। ਕਾਵਿਆ 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 ਮੇਰਾ ਪੁੱਤ ਆ ਗਿਆ। ਹਾਂ ਪਾਪਾ, ਮੈਂ ਤਾਂ ਕਦੋਂ ਦੀ ਆਈ ਸੀ। ਅੱਛਾ ਮੈਨੂੰ ਹੀ ਨਹੀਂ ਪਤਾ ਲੱਗਿਆ ਪੁੱਤ। ਭਾਵੇਂ ਉਹ ਇਸ ਦੁਨੀਆ ਤੋਂ ਚਲੀ ਹੋਵੇ ਪਰ ਕਮਲੀ ਜੀ ਅੱਜ ਵੀ ਕਿੰਨਾ ਖਿਆਲ ਰੱਖਦੀ ਹੈ ਮੇਰਾ ਤੇ ਮੇਰੀ ਧੀ ਦਾ। ਰਾਣੀ ਪੁੱਤ ਚਾਹ ਨਾਲ ਕੀ ਖਾਏਂਗੀ? ਪਾਪਾ ਮੈਂ ਚਾਹ ਨਾਲ ਬਿਸਕੁਟ ਖਾਊਂਗਾ। ਠੀਕ ਆ ਪੁੱਤ, ਮੈਂ ਚਾਹ ਨਾਲ ਫਿਰ ਤੈਨੂੰ ਬਿਸਕੁਟ ਲੈ ਕੇ ਆਉਣਾ। ਠੀਕ ਆ, ਤੇ ਉਸ ਤੋਂ ਪਹਿਲਾਂ ਤੇਰੇ ਆਪਾਂ ਡਰੈਸ ਚੇਂਜ ਕਰ ਦਈਏ। ਇਹਨੂੰ ਉਤਾਰ ਦਈਏ ਤੇ ਸੋਹਣੇ ਕੱਪੜੇ ਪਾ ਦਾਂਗੇ। ਠੀਕ ਆ। ਲੈ ਮੇਰਾ ਪੁੱਤ, ਨਾਲੇ ਪੀ ਲੈ ਚਾਹ ਤੇ ਨਾਲੇ ਖਾਓ ਬਿਸਕੁਟ। ਫੜੋ ਚਾਹ ਪੀਓ ਤੇ ਬਿਸਕੁਟ ਖਾਓ। ਠੀਕ ਹੈ, ਲਓ ਫੜੋ ਪੁੱਤ। ਅੱਜ ਤੇਰੀ ਮੰਮੀ ਮੇਰੇ ਸੁਪਨੇ 'ਚ ਆਈ ਸੀ। ਮੈਨੂੰ ਕਹਿੰਦੀ ਤੂੰ ਮੇਰੀ ਧੀ ਦਾ ਖਿਆਲ ਨਹੀਂ ਰੱਖਦਾ। ਤੂੰ ਦੱਸ ਪੁੱਤ, ਮੈਂ ਤੇਰਾ ਖਿਆਲ ਰੱਖਦਾ ਨਹੀਂ? ਪਾਪਾ ਤੁਸੀਂ ਮੇਰਾ ਬਹੁਤ ਖਿਆਲ ਰੱਖਦੇ, ਪਰ ਮੈਂ ਕਦੇ ਮੰਮੀ ਨਹੀਂ ਦੇਖੀ। ਪੁੱਤ ਤੇਰੀ ਮੰਮਾ ਤੂੰ ਤਾਂ ਨਹੀਂ ਦੇਖੀ, ਜਦੋਂ ਤੇਰਾ ਜਨਮ ਹੋਇਆ ਸੀ ਉਹ ਉਦੋਂ ਉੱਪਰ ਚਲੀ ਗਈ ਸੀ। ਰੱਬ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਸੀ ਤੇ ਮੇਰੇ ਕੋਲ ਤੈਨੂੰ ਭੇਜਤਾ ਸੀ। ਤੂੰ ਜਮਾਂ ਤੇਰੀ ਮੰਮਾ ਵਰਗੀ ਆ। ਉਹ ਜਿਹੜੀ ਸਾਹਮਣੇ ਵਰਦੀ ਟੰਗੀ ਹੋਈ ਆ ਉਹ ਤੇਰੀ ਮੰਮਾ ਦੀ ਆ। ਉਹ ਵਰਦੀ ਦੇਖ ਕੇ ਬਸ ਐਵੇਂ ਲੱਗਦਾ ਵੀ ਉਹ ਆਪਣੇ ਵਿੱਚ ਹੀ ਆ। ਪਾਪਾ ਮੰਮਾ ਪੁਲਿਸ 'ਚ ਸੀ। ਹਾਂ ਪੁੱਤ, ਤੇਰੀ ਮੰਮਾ ਪੁਲਿਸ ਸੀ। ਉਹਦਾ ਬਹੁਤ ਜ਼ਿਆਦਾ ਰੋਬ ਹੁੰਦਾ ਸੀ। ਇਹ ਵਰਦੀ ਉਹਨੂੰ ਬਹੁਤ ਜਲਦੀ ਸੀ। ਇੱਕ ਵੱਖਰਾ ਹੀ ਰੋਬ ਰੁਤਬਾ ਸੀ ਉਹਦਾ। ਪੁੱਤ ਗਰਮੇਲ ਸੋਂ ਆਇਆ ਸੀ ਤੇਰੇ ਰਿਸ਼ਤੇ ਲਈ। ਕਹਿੰਦਾ ਗਰੀਬ ਘਰ ਦੀ ਕੁੜੀ ਆ ਪਰ ਕੁੜੀ ਕੁਮਾਰੀ ਆ। ਬੇਬੇ ਮੈਂ ਤੈਨੂੰ ਕਿੰਨੀ ਵਾਰ ਕਹਿਤਾ ਮੈਂ ਵਿਆਹ ਨਹੀਂ ਕਰਾਉਣਾ। ਮੇਰੇ ਕੋਲ ਜ਼ਿੰਦਗੀ ਜਿਉਣ ਲਈ ਕਾਵਿਆ ਦੀਆਂ ਯਾਦਾਂ ਤੇ ਮੇਰੀ ਧੀ ਵਾਣੀ ਹੈਗੀ ਆ। ਪੁੱਤ ਕਿੰਨਾ ਕੁ ਟਾਈਮ ਚੁੱਲ੍ਹੇ 'ਚ ਫੂਕਾ ਮਾਰੀ ਜਾਵੇਂਗਾ? ਜਨਾਨੀ ਤੋਂ ਬਗੈਰ ਘਰ ਅਧੂਰਾ ਹੁੰਦਾ ਹੈ। ਬੇਬੇ ਮੈਨੂੰ ਕੰਮ ਕਰਦੇ ਕਰਨ ਕੋਈ ਔਖੇ ਨਹੀਂ ਲੱਗਦੇ। ਜਿੰਨਾ ਕੰਮ ਤੇਰੇ ਤੋਂ ਹੁੰਦਾ ਤੂੰ ਕਰ ਲਿਆ ਕਰ, ਬਾਕੀ ਮੈਂ ਆਪੇ ਕਰ ਲਿਆ ਕਰੂੰਗਾ। ਪੁੱਤ ਇੱਕ ਬਾਪ ਨੂੰ ਨਾ ਪੁੱਤ ਪਾਲਣਾ ਸੌਖਾ ਹੈ, ਧੀ ਪਾਲਣੀ ਬਹੁਤ ਔਖੀ ਹੈ। ਤੂੰ ਮੇਰੀ ਮੰਨ, ਵਿਆਹ ਕਰਾ ਲੈ, ਨਾਲੇ ਬਾਣੀ ਨੂੰ ਮਾਂ ਦਾ ਪਿਆਰ ਮਿਲ ਜੂਗਾ। ਬੇਬੇ ਮੈਂ ਵਿਆਹ ਕਰਵਾ ਕੇ ਮੇਰੀ ਧੀ ਵਾਣੀ ਨੂੰ ਮਤਰੇਆ ਪਿਆਰ ਨਹੀਂ ਦੇਣਾ। ਕਿਸੇ ਦਾ ਕੀ ਪਤਾ ਉਹਨੂੰ ਅਪਣਾਊਗੀ ਕਿ ਨਹੀਂ। ਨਾਲੇ ਮੈਂ ਮੇਰੀ ਧੀ ਚੋਂ ਕਾਵਿਆ ਨੂੰ ਹੀ ਦੇਖਦਾ। ਵੇ ਤੂੰ ਤਾਂ ਮੇਰੀ ਕਦੇ ਮੰਨਿਓ ਹੀ ਨਹੀਂ, ਨਾ ਹੁਣ ਮੰਨੀ। ਪਹਿਲਾਂ ਵੀ ਕਾਵਿਆ ਕਾਵਿਆ ਕਰਦਾ ਰਹਿੰਦਾ ਸੀ, ਹੁਣ ਵੀ। ਕਾਵਿਆ ਦੀ ਮੇਰੀ ਜ਼ਿੰਦਗੀ 'ਚ ਕੀ ਜਗ੍ਹਾ ਸੀ ਇਹ ਸਿਰਫ ਮੈਨੂੰ ਹੀ ਪਤਾ। ਤੂੰ ਬੇਬੇ ਸਮਝ ਨਹੀਂ ਸਕਦੀ। ਵੇ ਮੈਂ ਸਭ ਸਮਝਦੀ ਹਾਂ। ਤੇਰੇ ਨਾਲ ਕੋਈ ਇਹੋ ਜਿਹੀ ਕੁੜੀ ਝਾੜੀ ਹੋਈ ਹੈ ਸਿਰ 'ਚ। ਤੂੰ ਪਹਿਲਾਂ ਵੀ ਕਾਵਿਆ ਕਾਵਿਆ ਤੇ ਮਰੇ ਤੋਂ ਬਾਅਦ ਵੀ ਕਾਵਿਆ ਕਾਵਿਆ। ਬੇਬੇ ਤੈਨੂੰ ਤਾਂ ਸਿਰਫ ਇਹੀ ਲੱਗਦਾ, ਬਸ ਕੁੜੀਆਂ ਝਾੜ ਕੇ ਮਗਰ ਲਾਇਆ ਜਾਂਦਾ। ਤੈਨੂੰ ਕੀ ਪਤਾ ਸੱਚੀਆਂ ਮੁਹੱਬਤਾਂ ਕੀ ਹੁੰਦੀਆਂ ਨੇ। ਵੇ ਮੈਨੂੰ ਕਾਹਨੂੰ ਪਤਾ ਸੱਚੀਆਂ ਮੁਹੱਬਤਾਂ ਦਾ? ਤੂੰ ਤਾਂ ਬਿਨਾਂ ਮੁਹੱਬਤ ਦੇ ਜੰਮ ਪਿਆ ਸੀ। ਬੇਬੇ ਪਲੀਜ਼ ਮੇਰਾ ਖਹਿੜਾ ਛੱਡ ਦੇ। ਜੇ ਤੇ ਤੂੰ ਕੰਮ ਕਰਦੇ ਹੁੰਦੇ ਨੇ ਤਾਂ ਕਰ ਲਿਆ ਕਰ, ਨਹੀਂ ਰਹਿਣ ਦਿਆ ਕਰ, ਮੈਂ ਆਪੇ ਕਰ ਲਿਆ ਕਰੂੰਗਾ।
ਪਰ ਮੈਨੂੰ ਬਾਰ-ਬਾਰ ਪਰੇਸ਼ਾਨ ਨਾ ਕਰ ਵਿਆਹ ਕਹਿ ਕੇ। ਚੱਲ ਭਾਈ, ਤੈਨੂੰ ਤਾਂ ਮੇਰੀ ਸਲਾਹ ਪੁੱਠੀ ਹੋਈ ਲੱਗਦੀ ਆ। ਬੇਬੇ ਤੂੰ ਸਲਾਹ ਦਿੰਦੀ ਹੋ ਪੁੱਠੀ ਆ, ਚਾਚੀ ਦੀ ਗੱਲ ਕਦੇ ਕਰਦੀ ਹੋਣੀ। ਬੇਬੀ ਜਿਵੇਂ ਕਹਿੰਦੀ ਹੈ ਮੰਨ ਲਓ, ਕਰਾ ਲਓ ਵਿਆਹ। ਮੈਂ ਤੁਹਾਡੇ ਤੋਂ ਹੁਣ ਬਹੁਤ ਦੂਰ ਜਾ ਚੁੱਕੀ ਹਾਂ, ਮਰ ਚੁੱਕੀ ਹਾਂ ਮੈਂ। ਮੰਨ ਲਓ ਬੇਬੀ ਦੀ ਗੱਲ। ਨਹੀਂ ਗਈ ਤੂੰ ਮੇਰੇ ਤੋਂ ਦੂਰ। ਮੈਨੂੰ ਚਾਹਿਆ ਕਿ ਰੱਬ ਵੀ ਕਹਿ ਦੇਵੇ ਤੂੰ ਦੂਰ ਆ, ਮੈਂ ਤਾਂ ਵੀ ਨਹੀਂ ਮੰਨਦਾ। ਰੱਬਾ ਮੈਂ ਦੱਸ ਤੇਰਾ ਕੀ ਮਾੜਾ ਕੀਤਾ ਸੀ, ਤੂੰ ਕਿਉਂ ਮੇਰੇ ਤੋਂ ਮੇਰਾ ਪਿਆਰ ਖੋਹ ਲਿਆ? ਪਾਪਾ ਤੁਸੀਂ ਰੋ ਕਿਉਂ ਰਹੇ ਹੋ? ਪੁੱਤ ਮੈਂ ਰੋ ਨਹੀਂ ਰਿਹਾ, ਬਸ ਐਵੇਂ ਹੀ ਮਨ ਭਰ ਆਇਆ ਸੀ। ਪਾਪਾ ਮੇਰਾ ਤਾਂ ਭਰਦਾ ਨਹੀਂ। ਪੁੱਤ ਤੂੰ ਅਜੇ ਨਿਆਣੀ ਆ, ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਪਾਪਾ ਆਪਾਂ ਨਵੀਂ ਮੰਮੀ ਲੈ ਕੇ ਆਈਏ। ਪੁੱਤ ਤੈਨੂੰ ਇਹ ਗੱਲ ਕਿਹਨੇ ਕਹੀ ਆ? ਪਾਪਾ ਮੈਨੂੰ ਦਾਦੀ ਨੇ ਕਿਹਾ। ਪੁੱਤ ਆਪਾਂ ਨੂੰ ਕਿਸੇ ਮੰਮੀ ਦੀ ਕੋਈ ਲੋੜ ਨਹੀਂ ਹੈਗੀ, ਆਪਾਂ ਦੋਵੇਂ ਖੁਸ਼ ਹਾਂ ਪੂਰੇ, ਠੀਕ ਆ? ਨਾਲੇ ਤੂੰ ਇਹ ਗੱਲਾਂ ਵੱਲ ਨਾ ਧਿਆਨ ਦਿਆ ਕਰ, ਤੂੰ ਸਿਰਫ ਆਪਣਾ ਧਿਆਨ ਪੜ੍ਹਾਈ ਵੱਲ ਰੱਖਣਾ। ਚਲ ਮੈਂ ਤੈਨੂੰ ਕਿਤਾਬਾਂ ਲੈ ਕੇ ਦੇਣਾ, ਤੂੰ ਬੈਠ ਇੱਥੇ, ਠੀਕ ਆ? ਪੜ੍ਹ ਲੈ ਬੈਠ ਕੇ। ਬੇਬੇ ਤੂੰ ਮੇਰੀ ਧੀ ਨਾਲ ਕਿਹੋ ਜਿਹੀਆਂ ਗੱਲਾਂ ਕਰਦੀ, ਤੈਨੂੰ ਸ਼ਰਮ ਤਾਂ ਨਹੀਂ ਆਉਂਦੀ? ਤੂੰ ਉਹਨੂੰ ਕਹਿ ਰਹੀ ਹੈ ਨਵੀਂ ਮੰਮੀ ਲੈ ਆਓ, ਉਹਨੂੰ ਜਵਾਕੜੀ ਨੂੰ ਕੀ ਪਤਾ ਨਵੀਆਂ ਮੰਮੀਆਂ ਲਿਆਉਣ ਬਾਰੇ? ਨਹੀਂ ਪੁੱਤ, ਮੈਂ ਤਾਂ ਹੱਸ ਰਹੀ ਸੀ ਉਹਦੇ ਨਾਲ। ਨਾਲੇ ਮਰਿਆ ਤੂੰ ਦੁਨੀਆ ਹੀ ਵਿਆਹ ਕਰਾਉਂਦੀ ਹੈ, ਜੇ ਤੂੰ ਕਰਾ ਲੇਗਾ ਫਿਰ ਕੀ ਗੱਲ ਆ? ਕਾਵਿਆ ਮੇਰੇ ਲਈ ਮਰੀ ਨਹੀਂ ਹੈਗੀ, ਉਹ ਮੇਰੇ ਲਈ ਹਮੇਸ਼ਾ ਜਿਉਂਦੀ ਆ, ਮੇਰੇ ਦਿਲ 'ਚ, ਮੇਰੇ ਦਿਮਾਗ ਤੇ ਮੇਰੇ ਖਿਆਲਾਂ 'ਚ। ਪੁੱਤ ਇਹ ਸਤਮੇ ਤੋਂ ਬਾਹਰ ਆ ਜਾ, ਤੂੰ ਵਿਆਹ ਕਰਾ ਲੈ। ਜੇ ਰੱਬ ਨੇ ਮੁੰਡਾ ਦੇਤਾ ਤਾਂ ਭਾਂ ਖੁੱਲ ਜਾਣਗੇ ਇਸ ਘਰ ਦੇ। ਬੇਬੇ ਅੱਜ ਤਾਂ ਤੂੰ ਗੱਲ ਕਰਦੀ ਆ ਮੁੰਡੇ ਵਾਲੀ, ਅੱਜ ਤੋਂ ਬਾਅਦ ਨਾ ਕਰਦੀ। ਮੈਂ ਤੇਰੀ ਕਦੇ ਸ਼ਕਲ ਨਹੀਂ ਦੇਖਣੀ। ਮੈਂ ਬਹੁਤ ਪਿਆਰ ਕਰਦਾ ਮੇਰੀ ਧੀ ਨੂੰ ਤੇ ਮੇਰੀ ਕਾਵਿਆ ਨੂੰ। ਕਿੰਨਾ ਚਿਰ ਭੱਜ ਜਾਏਗਾ ਇਸ ਸੱਚ ਤੋਂ? ਮੈਂ ਮਰ ਚੁੱਕੀ ਹਾਂ। ਸੱਚ ਨੂੰ ਐਕਸੈਪਟ ਕਰ ਲਾ, ਮੈਂ ਮਰ ਚੁੱਕੀ ਹਾਂ। ਵੱਧ ਜਾ ਆਪਣੀ ਜ਼ਿੰਦਗੀ 'ਚ ਅੱਗੇ ਹੁਣ। ਜਿੰਨਾ ਚਿਰ ਇਸ ਸਰੀਰ 'ਚ ਸਾਹ ਨੇ, ਤੇਰਾ ਸੀ ਤੇ ਤੇਰਾ ਹੀ ਰਹੂੰਗਾ। ਕਿਹੜਾ ਆ ਗਿਆ? ਹੋ ਤੇਰੀ 7 ਵਜੇ ਪਏ ਨੇ, ਬਾਣੀ ਨੂੰ ਵੀ ਤਿਆਰ ਕਰਕੇ ਸਕੂਲ ਭੇਜਣਾ। ਤੇ ਭਾਈ ਕੁੜੀ ਦੀ ਸਕੂਲ ਵੈਨ ਖੜੀ ਆ ਬਾਹਰ, ਜਾਂ ਤਾਂ ਇਹਨੂੰ ਪੜਨੋਂ ਹਟਾ ਲੈ ਜਾਂ ਟਾਈਮ ਸਿਰ ਭੇਜ ਦਿਆ ਕਰ ਇਹਨੂੰ। ਉਹ ਬੇਬੇ ਕੱਲ ਖੇਤ ਦਾ ਕੰਮ ਜ਼ਿਆਦਾ ਕਰਨ ਕਰਕੇ ਨਾ ਥੱਕਿਆ ਹੋਇਆ ਸੀ, ਬਸ ਜਾ ਕੇ ਨਹੀਂ ਆਈ। ਬੇਬੇ ਚਾਹ ਨਹੀਂ ਬਣਾਈ? ਮੈਂ ਤਾਂ ਗੁਰੂ ਘਰ ਗਈ ਸੀ ਮੱਥਾ ਟੇਕਣ, ਮੈਂ ਕਿੱਥੋਂ ਚਾਹ ਬਣਾ ਲਈ? ਮੈਨੂੰ ਆਏ ਸੀ ਵੀ ਤੂੰ ਬਣਾ ਲੇਗਾ ਉੱਠ ਕੇ। ਉਹ ਮੈਂ ਕਿੱਥੇ ਬਣਾਉਣੀ ਸੀ ਬੇਬੇ, ਚੱਲ ਐਵੇਂ ਕਰ ਫਟਾਫਟ ਬਣਾ ਲਾ ਹੁਣ, ਮੈਂ ਬਾਣੀ ਨੂੰ ਤਿਆਰ ਕਰਕੇ ਫਿਰ ਸਕੂਲ ਵੀ ਛੱਡ ਕੇ ਆਉਣਾ। ਚੰਗਾ ਬਣਾਉਣੀ ਆ। ਜੇ ਸਾਰੇ ਕੰਮ ਮੈਂ ਹੀ ਕਰੂੰਗੀ ਫਿਰ ਤਾਂ ਇਹਨੇ ਵਿਆਹ ਹੀ ਨਹੀਂ ਕਰਾਉਣਾ। ਜੇ ਤੰਗ ਹੋਊਗਾ ਫੇਰ ਕਰਾਊਗਾ ਇਹ ਵਿਆਹ। ਹੁਣ ਤਾਂ ਬਣਾ ਦਿੰਨੀ ਆ। ਗੱਲ ਸੁਣ ਭਾਈ, ਆ ਚਾਹ ਦਾ ਪਾਣੀ ਮੈਂ ਧਰਤਾ, ਚਾਹ ਮਿੱਠਾ ਦੇਖ ਕੇ ਪਾ ਲਈ। ਉਹ ਬੇਬੇ ਐਵੇਂ ਕਿਉਂ ਕਰਦੀ ਆ, ਤੂੰ ਬਣਾ ਦੇ ਹੁਣ। ਮੇਰੇ ਤਾਂ ਦਰਦ ਹੋ ਜਾਂਦਾ, ਮੈਂ ਤਾਂ ਪੈਣੀ ਆ ਜਾ ਕੇ। ਬੇਬੇ ਸਹੀ ਹੋ ਕਹਿੰਦੀ ਸੀ, ਜਨਾਨੀ ਬਿਨਾਂ ਘਰ ਨਹੀਂ ਹੁੰਦਾ। ਕਾਵਿਆ ਦੇ ਹੁੰਦੇ ਹੋਏ ਮੈਨੂੰ ਕੋਈ ਫਿਕਰ ਹੀ ਨਹੀਂ ਸੀ। ਹੁਣ ਤਾਂ ਸਾਰੇ ਘਰ ਦੀ ਕਬੀਲਦਾਰੀ ਮੇਰੇ ਸਿਰ ਤੇ ਆ ਗਈ। ਪੁੱਤ ਉਠੋ, ਚਾਹ ਪੀਓ ਮੇਰਾ ਪੁੱਤ। ਇੱਥੇ ਬੈਠੋ, ਲੈ ਪੁੱਤ ਫੜ ਚਾਹ ਫੜੋ। ਪਾਪਾ ਮੈਨੂੰ ਛੇਤੀ ਰੈਡੀ ਕਰ ਦੋ, ਵਰਨਾ ਮੈਨੂੰ ਮੈਡਮ ਕੁੱਟੂਗੀ। ਉਹ ਪੁੱਤ ਤੈਨੂੰ ਸਕੂਲ ਜਾਣ ਦਾ ਫਿਕਰ ਪਿਆ, ਪਹਿਲਾਂ ਤੂੰ ਚਾਹ ਤਾਂ ਪੀ ਲਾ। ਪਾਪਾ ਮੇਰਾ ਤੁਸੀਂ ਖਾਣਾ ਤਿਆਰ ਕਰਤਾ?
ਨਹੀਂ ਪੁੱਤ, ਖਾਣਾ ਨਹੀਂ ਤਿਆਰ ਹੋਇਆ। ਤੂੰ ਐਵੇਂ ਕਰੀਆਂ ਚ ਬਿਸਕੁਟੇ ਲੈ ਜੀ, ਠੀਕ ਆ? ਫਿਰ ਰੋਟੀ ਘਰੇ ਆ ਕੇ ਖਾ ਲਈ। ਲੈ ਫੜ। ਪਾਪਾ ਸਾਰੇ ਬੱਚੇ ਖਾਣਾ ਲੈ ਕੇ ਆਉਂਦੇ ਨੇ, ਮੈਂ ਇਕੱਲੀ ਬਿਸਕੁਟ ਲੈ ਕੇ ਆਉਣੀ ਆ। ਮੈਂ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਭੁੱਖ ਲੱਗਦੀ ਹੈ। ਪੁੱਤ, ਜਦੋਂ ਬੱਚੇ ਖਾਣਾ ਖਾਂਦੇ ਨੇ ਤੂੰ ਤਾਂ ਆਪਣੇ ਬਿਸਕੁਟ ਖਾ ਲਿਆ ਕਰ। ਪਾਪਾ ਫਰੂਟ ਬ੍ਰੇਕ 'ਚ ਮੈਂ ਖਾ ਲੈਂਦੀ ਹਾਂ, ਫਿਰ ਮੇਰੇ ਕੋਲ ਬ੍ਰੇਕ 'ਚ ਕੁਝ ਖਾਣ ਹੁੰਦਾ ਹੀ ਨਹੀਂ। ਅੱਛਾ ਪੁੱਤ, ਚਲ ਕੋਈ ਨਹੀਂ, ਮੈਂ ਕੱਲ ਤੋਂ ਬਣਾ ਦਿਆ ਕਰੂੰ। ਅੱਜ ਤੂੰ ਬਿਸਕੁਟ ਹੀ ਲੈ ਜਾ, ਠੀਕ ਆ? ਅੱਜ ਤੂੰ 2 ਪੈਕਟ ਲੈ ਜੀ ਬਿਸਕੁਟਾਂ ਦੇ, ਇੱਕ ਪਹਿਲਾਂ ਖਾ ਲਈ, ਇੱਕ ਫਿਰ ਲੰਚ ਬ੍ਰੇਕ 'ਚ ਖਾ ਲਈ। ਓਕੇ, ਚੱਲ ਪੀ ਲੈ ਚਾਹ। ਜੇ ਅੱਜ ਕਾਵਿਆ ਹੁੰਦੀ ਤਾਂ ਮੈਂ ਤੇ ਮੇਰੀ ਧੀ ਐਵੇਂ ਨਾ ਰੁਲਦੇ। ਕਿਸਮਤ ਕਿੱਥੋਂ ਚੱਕ ਕੇ ਕਿੱਥੇ ਲੈ ਆਈ। ਪੁੱਤ ਛੱਡਿਆ ਬਾਣੀ ਨੂੰ, ਲੇਟ ਤਾਂ ਨਹੀਂ ਹੋਈ? ਉਹ ਲੇਟ ਤਾਂ ਬੇਬੇ ਹੋਏ ਗਈ, ਸਕੂਲ ਲੱਗਣ ਦਾ 1 ਘੰਟਾ ਹੋ ਗਿਆ। ਹੈਲੋ ਸਰ, ਹਾਂਜੀ ਮੈਂ ਬਾਣੀ ਦੀ ਟੀਚਰ ਬੋਲਦੀ ਹਾਂ। ਹਾਂਜੀ ਮੈਡਮ, ਬੋਲੋ ਜੀ। ਸਰ ਤੁਸੀਂ ਬਾਣੀ ਨੂੰ ਹਰ ਰੋਜ਼ ਬਿਸਕੁਟ ਦੇ ਕੇ ਕਿਉਂ ਭੇਜਦੇ ਹੋ? ਉਸ ਨੂੰ ਖਾਣਾ ਕਿਉਂ ਨਹੀਂ ਦਿੰਦੇ? ਮੈਂ ਹਰ ਰੋਜ਼ ਬੱਚਿਆਂ ਤੋਂ ਲੈ ਕੇ ਦਿੰਦੀ ਹਾਂ ਉਸ ਨੂੰ। ਠੀਕ ਹੈ ਜੀ ਮੈਡਮ, ਕੋਈ ਗੱਲ ਨਹੀਂ ਜੀ, ਕੱਲ ਤੋਂ ਅਸੀਂ ਪ੍ਰੋਪਰ ਖਾਣਾ ਦੇ ਕੇ ਭੇਜਾਂਗੇ ਜੀ ਬਾਣੀ ਨੂੰ। ਠੀਕ ਹੈ ਸਰ, ਓਕੇ। ਠੀਕ ਹੈ, ਓਕੇ ਜੀ। ਬਾਣੀ ਨੂੰ ਆਪਾਂ ਨੇ ਖਾਣਾ ਨਹੀਂ ਦੇ ਕੇ ਭੇਜਿਆ। ਮੈਡਮ ਕਹਿੰਦੀ ਉਹਨੂੰ ਪੂਰਾ ਖਾਣਾ ਦੇ ਕੇ ਭੇਜਿਆ ਕਰੋ। ਉਹ ਬਿਸਕੁਟ ਲੈ ਕੇ ਜਾਂਦੀ ਆ ਨਾ, ਸਵੇਰੇ ਆਪਾਂ ਤਾਂ ਰੋਟੀ ਨਹੀਂ ਬਣਦੀ ਉਸ ਟਾਈਮ। ਲੈ ਬਾਣੀ ਬੇਟਾ, ਅੱਜ ਤੂੰ ਮੇਰੇ ਵਾਲਾ ਖਾਣਾ ਖਾ ਲਾ, ਕੱਲ ਤੋਂ ਤੇਰੀ ਮੰਮੀ ਖਾਣਾ ਭੇਜ ਦਿਆ ਕਰਨਗੀ। ਮੈਡਮ ਜੀ ਮੇਰੇ ਤਾਂ ਮੰਮੀ ਹੈਗੀ ਹੀ ਨਹੀਂ। ਅੱਛਾ, ਤਾਂ ਹੀ ਕਦੇ ਜ਼ਿਕਰ ਨਹੀਂ ਕੀਤਾ ਤੇਰੇ ਪਾਪਾ ਨੇ ਤੇਰੀ ਮੰਮੀ ਬਾਰੇ। ਚਲੋ ਕੋਈ ਨਹੀਂ ਬੇਟਾ, ਮੈਂ ਹੀ ਤੇਰਾ ਖਾਣਾ ਲੈ ਕੇ ਆਇਆ ਕਰੂੰਗੀ। ਨਹੀਂ ਮੈਡਮ, ਮੇਰੇ ਪਾਪਾ ਬਣਾ ਦਿਆ ਕਰਨਗੇ। ਬੇਟਾ ਤੁਹਾਡੇ ਘਰ 'ਚ ਕੌਣ ਕੌਣ ਨੇ? ਮੈਂ, ਮੇਰੇ ਪਾਪਾ, ਮੇਰੇ ਦਾਦੀ। ਫਿਰ ਤੇਰੀ ਦਾਦੀ ਨਹੀਂ ਖਾਣਾ ਬਣਾਉਂਦੀ? ਮੈਡਮ ਜੀ ਤਾਂ ਕਦੇ ਕਦੇ ਬਣਾਉਂਦੇ ਨੇ, ਜ਼ਿਆਦਾ ਤਾਂ ਪਾਪਾ ਬਣਾਉਂਦੇ ਨੇ। ਚਲੋ ਕੋਈ ਨਹੀਂ ਬੇਟਾ, ਹੁਣ ਤਾਂ ਤੁਸੀਂ ਘਰ ਤੋਂ ਕੁਝ ਨਹੀਂ ਲੈ ਕੇ ਆਉਣਾ ਖਾਣ ਨੂੰ, ਮੈਂ ਆਪ ਹੀ ਤੁਹਾਨੂੰ ਲੈ ਕੇ ਆ ਕਰੂੰਗੀ ਖਾਣ ਨੂੰ। ਮੈਡਮ ਜੀ ਤੁਹਾਡੇ ਵੀ ਪਾਪਾ ਬਣਾਉਂਦੇ ਨੇ ਖਾਣਾ? ਨਹੀਂ ਨਹੀਂ ਬੇਟਾ, ਮੈਂ ਖੁਦ ਬਣਾ ਕੇ ਲੈ ਕੇ ਆਉਂਦੀ ਹਾਂ ਖਾਣਾ। ਮੈਂ ਤਾਂ ਵੱਡੀ ਹਾਂ, ਨਾਲ ਤੇਰੇ ਵਰਗੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਪਾਪਾ ਉਹਨਾਂ ਨੂੰ ਖਾਣਾ ਬਣਾ ਕੇ ਦਿੰਦੇ ਨੇ। ਚਲੋ ਬੇਟਾ ਹੁਣ ਖਾਣਾ ਖਾ ਲਓ, ਫਿਰ ਪੜ੍ਹਾਈ ਵੱਲ ਧਿਆਨ ਦਿਓ। ਬੇਬੇ, ਆਪਾਂ ਘਰੇ ਨੌਕਰਾਨੀ ਨਾ ਰੱਖ ਲਈਏ? ਬੇ ਨੌਕਰਾਨੀ ਤੇ ਰੱਖਣ ਨੂੰ ਫਿਰਦਾਂਗਾ, ਤੂੰ ਵਿਆਹ ਹੀ ਕਰਾ ਲੈਣਾ, ਨਾਲੇ ਫ੍ਰੀ ਕੰਮ ਹੋਇਆ ਕਰੂਗਾ। ਉਹ ਬੇਬੇ, ਮੈਂ ਕੋਈ ਵੀ ਗੱਲ ਕਰਾਂ ਤੂੰ ਘੁਮਾ ਫਿਰਿਆ ਕੇ ਵਿਆਹ ਤੇ ਲੈ ਜਾਨੀ ਆ। ਫਿਰ ਤੂੰ ਕੰਮ ਕਰਕੇ ਦਿਖਾਗਾ। ਬੇਬੇ ਮੈਨੂੰ ਤੇਰਾ ਸਭ ਪਤਾ, ਹੁਣ ਤੂੰ ਮੇਰੇ ਨਾਲ ਜਿੱਦ ਕਰਦੀ ਆ। ਤੈਨੂੰ ਇਹ ਆ ਵੀ ਜੇ ਮੈਂ ਘਰੇ ਕੰਮ ਨਹੀਂ ਕਰੂੰਗੀ ਇਹ ਤੰਗ ਆ ਕੇ ਵਿਆਹ ਕਰਵਾਊਗਾ। ਨਹੀਂ ਪੁੱਤ, ਹੁਣ ਮੈਂ ਬਿਮਾਰ ਹੀ ਰਹਿਨੀ ਹੈਗੀ, ਤਾਂ ਹੀ ਨਹੀਂ ਮੈਥੋਂ ਕੰਮ ਹੁੰਦਾ। ਬੇਬੇ ਤੂੰ ਪਹਿਲਾਂ ਚੰਗਾ ਭਲਾ ਸਾਰਾ ਕੰਮ ਕਰਦੀ ਸੀ, ਹੁਣ ਇਹ ਕੁਝ ਜ਼ਿਆਦਾ ਬਿਮਾਰ ਰਹਿਣ ਲੱਗੀ ਆ। ਕੰਮ ਵੀ ਪੁੱਤ ਉਮਰ ਦੇ ਹਿਸਾਬ ਨਾਲ ਹੁੰਦੇ ਆ, ਹੁਣ ਤਾਂ ਮੇਰੇ ਗੋਡੇ ਗਿੱਟੇ ਬਾਲੇ ਦੁਖਣ ਲੱਗ ਗਏ। ਚਲ ਕੋਈ ਨਹੀਂ, ਫਿਰ ਮੈਂ ਅੱਜ ਕਰਦਾ ਕਿਸੇ ਨਾਲ ਗੱਲ ਵੀ ਰੋਟੀ ਟੁੱਕ ਤੇ ਝਾੜੂ ਪੋਚਾ ਕਰ ਦਿਆ ਕਰਿਓ। ਮੈਂ ਤਾਂ ਨਹੀਂ ਭਾਈ ਕਿਸੇ ਕੰਮ ਵਾਲੀ ਦੇ ਹੱਥੋਂ ਖਾ ਸਕਦੀ ਰੋਟੀਆਂ, ਤੂੰ ਖਾ ਲਿਆ ਕਰੀ, ਮੈਂ ਤਾਂ ਗੁਰੂ ਘਰ ਹੀ ਖਾ ਲਿਆ ਕਰੂ ਜਾ ਕੇ। ਬੇਬੇ ਤੇਰੀ ਸਕੀਮ ਇਹ ਠੀਕ ਆ, ਮੈਂ ਵੀ ਗੁਰਦੁਆਰੇ ਜਾ ਕੇ ਖਾਇਆ ਕਰੂੰ, ਮੈਨੂੰ ਕਿਹੜਾ ਗੁਰਦੁਆਰੇ ਵਾਲੇ ਜਵਾਬ ਦਿੰਦੇ ਨੇ। ਬੇ ਤੂੰ ਕਿਹੜਾ ਮੂੰਹ ਲੈ ਕੇ ਜਾਇਆ ਕਰੇਂਗਾ? ਉਹ ਜਿਹੜਾ ਮੂੰਹ ਬੇਬੇ ਤੂੰ ਲੈ ਕੇ ਜਾਇਆ ਕਰੇਂਗੀ ਉਹੀ ਮੂੰਹ ਲੈ ਜਾਇਆ ਕਰੂੰਗਾ। ਬੇ ਮੈਂ ਤਾਂ ਬੁੜੀ ਆ, ਜਿੱਥੇ ਮਰਜ਼ੀ ਖਾ ਲਾਂ। ਚੱਲ ਠੀਕ ਆ ਫਿਰ ਬੇਬੇ, ਤੂੰ ਗੁਰਦੁਆਰੇ ਖਾਇਆ ਕਰੀ, ਮੇਰੇ ਤੇ ਬਾਣੀ ਵਾਸਤੇ ਮੈਂ ਕਿਸੇ ਨੂੰ ਲਗਾ ਲੂੰਗਾ। ਬੇ ਕੋਈ ਲੋੜ ਨਹੀਂ ਕਿਸੇ ਕੰਮ ਵਾਲੀ ਨੂੰ ਲਾਉਣ ਦੀ, ਮੈਂ ਆਪੇ ਪਕਾਇਆ ਕਰੂੰਗੀ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੀ ਮਾਂ ਦੀ ਨੀਤ ਦਾ, ਇਹ ਕਿਤੇ ਕਿਸੇ ਨੂੰ ਪੈਸੇ ਦੇ ਕੇ ਜਰ ਸਕਦੀ ਆ। ਮੈਂ ਬਾਹਲਾ ਚਿਰ ਨਹੀਂ ਪਕਾਉਂਦੀ, ਓਨਾ ਟਾਈਮ ਪਕਾਉਂਗੀ ਜਿੰਨਾ ਚਿਰ ਵਿਆਹ ਨਹੀਂ ਕਰਾਉਂਦਾ ਤੂੰ। ਉਹ ਚੱਲ ਕੋਈ ਨਹੀਂ ਬੇਬੇ, ਜਿੰਨਾ ਚਿਰ ਤੂੰ ਜਿਉਣੀ ਆ ਉਹਨਾਂ ਚਿਰ ਤਾਂ ਪਕਾਏਂਗੀ, ਉਹ ਬਾਅਦ 'ਚ ਮੈਂ ਆਪ ਪਕਾ ਲਿਆ ਕਰੂੰਗਾ। ਪਰ ਐ ਪੁੱਤ ਬਿੱਲ ਬੇਬੇ ਬਿੱਲ ਕਿੱਥੇ ਭਰਿਆ ਆ? ਕਿਉਂ? ਮੈਂ ਤਾਂ ਡਿਊਟੀ ਤੇ ਅੱਧਾ ਘੰਟਾ ਲੇਟ ਪਹੁੰਚਿਆ। ਗੱਲ ਸੁਣ ਪੁੱਤ, ਤੇਥੋਂ ਦਾ ਇੱਕੋ ਹੀ ਕੰਮ ਹੋਊਗਾ, ਜਾਂ ਤਾਂ ਕੁੜੀ ਪੜਾਈ ਜਾਊ ਜਾਂ ਡਿਊਟੀ ਹੋਊਗੀ।
ਉਹ ਬੇਬੇ ਮੈਂ ਐਵੇਂ ਕਰਿਆ ਕਰੂੰਗਾ, ਕੱਲ ਤੋਂ ਮੈਂ ਥੋੜਾ ਜਲਦੀ ਉੱਠਣ ਦੀ ਕੋਸ਼ਿਸ਼ ਕਰਿਆ ਕਰੂੰਗਾ, ਫਿਰ ਮੈਂ ਜਲਦੀ ਉੱਠ ਕੇ ਕੰਮ ਨਿਬੇੜਿਆ ਕਰੂੰਗਾ। ਪੁੱਤ ਤੂੰ ਕੁੜੀ ਨੂੰ ਪੜਨੋਂ ਹਟਾ ਲੈ, ਉਹਨੂੰ ਮੈਂ ਘਰ ਦੇ ਕੰਮ ਸਿਖਾ ਦੂੰਗੀ ਹੌਲੀ ਹੌਲੀ, ਫਿਰ ਆਪਾਂ ਨੂੰ ਸੌਖਾ ਹੋ ਜਾਊਗਾ। ਉਹ ਬੇਬੇ ਤੂੰ ਹੱਦ ਕਰਦੀ ਆ, ਤੂੰ ਕਹਿੰਦੀ ਕੁੜੀ ਨੂੰ ਪੜਨੋਂ ਹਟਾ ਲਾ, ਓਏ ਮੈਂ ਤਾਂ ਉਹਨੂੰ ਪੜਾ ਕੇ ਕਾਵਿਆ ਵਾਂਗੂ ਪੁਲਿਸ 'ਚ ਭਰਤੀ ਕਰਵਾਉਣਾ। ਪੁੱਤ ਤੂੰ ਆਪਦੀ ਨੌਕਰੀ ਛੱਡ ਦੇ, ਜੇ ਕੁੜੀ ਪੜਾਉਣੀ ਆ ਤਾਂ। ਉਹ ਬੇਬੇ ਮੇਰੀ ਨੌਕਰੀ ਛੱਡ ਕੇ ਵੀ ਨਹੀਂ ਸਰਦਾ, ਪਹਿਲਾਂ ਤਾਂ ਕਾਵਿਆ ਦੀ ਤਨਖਾਹ ਆ ਜਾਂਦੀ ਸੀ, ਹੁਣ ਫਿਰ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਜੇ ਮੈਂ ਨੌਕਰੀ ਛੱਡਦੀ। ਚੱਲ ਭਾਈ ਫਿਰ ਕਾਹਨੂੰ ਕਹਿਣਾਗਾ ਵੀ ਮੈਂ ਲੇਟ ਹੋ ਗਿਆ, ਫਿਰ ਤਾਂ ਐਵੇਂ ਹੀ ਹੋਇਆ ਕਰੂਗਾ, ਕਦੇ ਕੁੜੀ ਲੇਟ ਕਦੇ ਤੂੰ ਲੇਟ। ਓਏ ਬੇਬੇ ਮੈਂ ਬੇਸ਼ੱਕ ਲੇਟ ਹੋ ਜਾ, ਪਰ ਮੈਂ ਮੇਰੀ ਕਦੇ ਧੀ ਨੂੰ ਨਹੀਂ ਲੇਟ ਹੋਣ ਦਿੰਦਾ। ਜਦੋਂ ਤੂੰ ਰੋਜ਼-ਰੋਜ਼ ਲੇਟ ਜਾਇਆ ਕਰੇਗਾ ਫਿਰ ਅਗਲਾ ਤੇਰੀ ਤਨਖਾਹ ਨਹੀਂ ਕੱਟਿਆ ਕਰੂ। ਪੁੱਤ ਆ ਗੇਟ ਕੌਣ ਖੜਕਾਉਂਦਾ ਦੇਖ ਕੇ ਆਗਾ ਭਲਾ। ਪੁੱਤ ਮੀਂਹ ਆਉਣ ਲੱਗ ਗਿਆ, ਚੱਲ ਅੰਦਰ ਚੱਲ ਗਏ। ਪੱਚਾ ਕਨੀਆਂ ਨਾ ਚੱਲ ਪੁੱਤ ਬਹਿ ਜਾ ਇੱਥੇ। ਬਾਹਰ ਸੌਣ ਲੱਗ ਗਈ ਸੀ ਨਾ ਪੁੱਤ, ਤੂੰ ਮੇਰੇ ਪੁੱਤ ਨਾਲ ਡਿਊਟੀ ਕਰਦੀ ਹੈ? ਨਹੀਂ ਨਹੀਂ ਬੇਬੇ ਜੀ, ਮੈਂ ਬਾਣੀ ਦੀ ਟੀਚਰ ਆ, ਸਕੂਲ 'ਚ ਉਹਨੂੰ ਮੈਂ ਹੀ ਪੜਾਉਣੀ ਆ। ਅੱਛਾ ਪੁੱਤ, ਫਿਰ ਤਾਂ ਜ਼ਰੂਰ ਤੂੰ ਉਹਦੀ ਕੋਈ ਸ਼ਿਕਾਇਤ ਲੈ ਕੇ ਆਈ ਹੈ। ਨਹੀਂ ਨਹੀਂ ਬੇਬੇ ਜੀ, ਅਸੀਂ ਤਾਂ ਸਕੂਲ ਵੱਲੋਂ ਸਰਵੇ ਕਰਨ ਆਇਆ ਨਿਊ ਐਡਮਿਸ਼ਨ ਦੇ ਲਈ। ਸਰ ਆਪਣੇ ਪਿੰਡ ਵਿੱਚ ਕੋਈ ਨਿਊ ਐਡਮਿਸ਼ਨ ਹੈਗੀ ਆ? ਮੈਨੂੰ ਪਤਾ ਕਰਨਾ ਪਊਗਾ ਜੀ, ਐਵੇਂ ਤਾਂ ਯਾਦ ਜਾਂ ਨਹੀਂ ਆਉਂਦਾ ਨਾ। ਤੇ ਤੁਸੀਂ ਸਾਡੇ ਨਾਲ ਚੱਲੋਗੇ? ਸਾਡੇ ਖੇਤ ਦਾ ਬੱਚਿਆਂ ਨੂੰ ਲਗਾਉਂਦੇ ਨਹੀਂ ਨਾ ਲੋਕ, ਉਹਨਾਂ ਨੂੰ ਐਵੇਂ ਹੁੰਦਾ ਨਾ ਵੀ ਇਹਨਾਂ ਦਾ ਕਮਿਸ਼ਨ ਵਗੈਰਾ ਹੋਊਗਾ। ਇਹ ਵੀ ਗੱਲ ਤੁਹਾਡੀ ਸਹੀ ਆ, ਚਲੋ ਠੀਕ ਆ ਫਿਰ ਮੈਂ ਚੱਲਦੀ ਆ। ਪੁੱਤ ਆਈ ਕਿਵੇਂ ਜਾਣ ਦੇਵਾਂਗੇ, ਚਾਹ ਪੀ ਕੇ ਜਾਈ, ਮੈਂ ਬਣਾ ਕੇ ਲਿਆਉਣੀ ਆ। ਮੈਨੂੰ ਮੈਡਮ ਥੋੜਾ ਕੰਮ ਸੀ, ਮੈਂ ਜਾ ਕੇ ਆਉਣਾ, ਤੁਸੀਂ ਚਾਹ ਪੀ ਕੇ ਜਾਇਓ, ਚਾਹ ਤੋਂ ਬਿਨਾਂ ਨਾ ਜਾਇਓ, ਠੀਕ ਹੈ ਜੀ? ਠੀਕ ਹੈ। ਓਕੇ। ਤੇ ਬਾਣੀ ਦਾ ਪਤਾ ਧਿਆਨ ਰੱਖਿਓ ਪੜ੍ਹਾਈ ਦੇ ਵਿੱਚ ਵੀ। ਹਾਂਜੀ ਹਾਂਜੀ ਠੀਕ ਹੈ ਜੀ। ਓਏ ਬੇਬੇ ਬੇ ਹਾਂ। ਤੈਨੂੰ ਮੈਂ ਚਾਹ ਬਣਾਉਣ ਨੂੰ ਕਹਿਦਾ, ਉਹ ਤਾਂ ਤੈਨੂੰ ਮੌਤ ਪੈ ਜਾਂਦੀ ਆ, ਹੁਣ ਬੜੀ ਛੇਤੀ ਪਤੀਲਾ ਚੜਿਆ। ਬੇ ਪੁੱਤ ਥੱਕੀ ਹੋ ਗਈ ਵਿਚਾਰੀ, ਕਰ ਕਰ ਫਿਰਦੀ, ਚਾਹ ਦੀ ਘੁੱਟ ਦਾ ਕੀ ਹੈਗਾ, ਮੈਂ ਆਖਿਆ ਪੀ ਲੂਗੀ। ਅੱਛਾ ਉਹ ਮੈਂ ਤਾਂ ਹੱਸਦਾ ਬੇਬੇ ਤੈਨੂੰ, ਚਲੋ ਕੋਈ ਗੱਲ ਨਹੀਂ, ਬਣਾ ਕੇ ਦੇ ਦੀ ਮੈਡਮ ਨੂੰ, ਮੈਂ ਜਾ ਆਵਾਂ, ਕੰਮ ਜਾ ਕੇ ਆਉਣਾ ਸੀ। ਜਾਇਆ ਪੁੱਤ ਜਾ ਜਾ। ਲੈ ਪੁੱਤ ਚਾਹ ਪੀਓ। ਪੁੱਤ ਸਾਡੀ ਬਾਣੀ ਵਧੀਆ ਪੜ੍ਹਦੀ ਹੈ? ਹਾਂਜੀ ਬੇਬੇ ਜੀ, ਬਾਣੀ ਬਹੁਤ ਵਧੀਆ ਪੜ੍ਹਦੀ ਆ, ਬਹੁਤ ਚੁਸਤ ਆ ਉਹ। ਵੈਸੇ ਬੇਬੇ ਜੀ ਬਾਣੀ ਦੀ ਮੰਮੀ ਦੀ ਡੈਥ ਹੋਈ ਨੂੰ ਕਿੰਨਾ ਟਾਈਮ ਹੋ ਗਿਆ? ਪੁੱਤ ਉਹ ਤਾਂ ਜਨਮ ਦਿਨ ਸਾਰੀ ਮਰ ਗਈ ਸੀਗੀ, ਤੂੰ ਤਾਂ ਪੁੱਤ ਵਿਆਹੀ ਹੋਵੇਂਗੀ। ਨਹੀਂ ਨਹੀਂ ਬੇਬੇ ਜੀ, ਮੈਂ ਹਲੇ ਕੁਆਰੀ ਹੀ ਆ, ਬਸ ਘਰ ਦੇ ਮੁੰਡਾ ਲੱਭਦੇ ਹੀ ਫਿਰਦੇ ਆ। ਪੁੱਤ ਤੁਹਾਡੇ ਗੋਤ ਜਾਤ ਕੀ ਹੈ? ਬੇਬੇ ਜੀ ਮੈਂ ਜੱਟ ਜ਼ਿਮੀਂਦਾਰਾਂ ਦੀ ਹੀ ਕੁੜੀ ਆ, ਪਰ ਰਹਿੰਦੇ ਅਸੀਂ ਨਾਭਾ ਸ਼ਹਿਰ 'ਚ। ਅੱਛਾ ਅੱਛਾ, ਫਿਰ ਤਾਂ ਤੂੰ ਸਾਡੀ ਜਾਤ ਦੀ ਹੈ, ਅਸੀਂ ਵੀ ਜ਼ਿਮੀਂਦਾਰ ਹਾਂ ਪੁੱਤ। ਬੇਬੇ ਜੀ ਤੁਸੀਂ ਬਾਣੀ ਦੇ ਪਾਪਾ ਦਾ ਦੁਬਾਰਾ ਨਹੀਂ ਵਿਆਹ ਕੀਤਾ? ਨਾ ਨਾ ਪੁੱਤ ਕੀਤਾ ਨਹੀਂ। ਤੇਰੇ ਮੰਮੀ ਡੈਡੀ ਕਹੇ ਜਾ ਭਾਲਦੇ ਰਿਸ਼ਤਾ ਪੁੱਤ? ਬੇਬੇ ਜੀ ਮੇਰੇ ਮੰਮੀ ਡੈਡੀ ਨਹੀਂ ਹੈਗੇ, ਬਸ ਚਾਚਾ ਚਾਚੀ ਹੀ ਨੇ, ਉਹੀ ਕਰਨਗੇ ਮੇਰਾ ਰਿਸ਼ਤਾ। ਪੁੱਤ ਤੇਰਾ ਸੁਭਾਅ ਬਹੁਤ ਵਧੀਆ ਲੱਗਿਆ ਮੈਨੂੰ, ਜੇ ਤੂੰ ਹੀ ਮੇਰੀ ਨੂੰਹ ਬਣ ਜੇ। ਬੇਬੇ ਜੀ ਮੈਂ ਤੁਹਾਡੀ ਨੂੰਹ ਕਿਵੇਂ ਬਣ ਸਕਦੀ ਆ? ਕੀ ਗੱਲ ਪੁੱਤ, ਤੈਨੂੰ ਬੁਰਾ ਲੱਗਿਆ ਵੀ ਮੇਰਾ ਮੁੰਡਾ ਪਹਿਲਾਂ ਵਿਆਹਿਆ ਹੋਇਆ? ਨਹੀਂ ਨਹੀਂ ਬੇਬੇ ਜੀ, ਇਹ ਵਾਲੀ ਗੱਲ ਨਹੀਂ, ਸਗੋਂ ਮੈਨੂੰ ਤਾਂ ਖੁਦ ਬਾਣੀ ਦਾ ਬਹੁਤ ਪਿਆਰ ਆਉਂਦਾ, ਪਰ ਮੇਰੇ ਰਿਸ਼ਤੇ ਦਾ ਫੈਸਲਾ ਤਾਂ ਮੇਰੇ ਚਾਚਾ ਚਾਚੀ ਹੀ ਕਰਨਗੇ। ਪੁੱਤ ਤੈਨੂੰ ਤਾਂ ਨਹੀਂ ਕੋਈ ਇਤਰਾਜ਼ ਇਸ ਰਿਸ਼ਤੇ ਤੋਂ, ਜੇ ਮੈਂ ਤੇਰੇ ਚਾਚਾ ਚਾਚੀ ਨੂੰ ਮਨਾ ਲਾਂ? ਕੋਈ ਗੱਲ ਨਹੀਂ ਬੇਬੇ ਜੀ, ਮੇਰੇ ਚਾਚਾ ਚਾਚੀ ਨਾਲ ਗੱਲ ਕਰ ਲਿਓ। ਪਰ ਪੁੱਤ ਘਰ ਕਿੱਥੇ ਜੀ ਤੁਹਾਡਾ? ਪ੍ਰੀਤ ਇਨਕਲੇਵ 'ਚ, ਮਕਾਨ ਨੰਬਰ 5। ਕੋਈ ਨਹੀਂ ਪੁੱਤ, ਮਿਲ ਲੂੰਗੀ, ਮੈਂ ਆਉਂਗੀ ਕਿਸੇ ਦਿਨ ਟਾਈਮ ਕੱਢ ਕੇ। ਠੀਕ ਹੈ ਬੇਬੇ ਜੀ, ਚਲੋ ਮੈਂ ਚੱਲਦੀ ਹਾਂ ਹੁਣ। ਠੀਕ ਆ ਪੁੱਤ। ਬੇਬੇ ਬੜੀ ਖੁਸ਼ ਆ, ਗੱਲੀ ਹੋ ਬੈਠੀ ਹੱਸ ਰਹੀਆਂ, ਕੀ ਖਜ਼ਾਨਾ ਲੱਭ ਗਿਆ? ਵੇ ਪੁੱਤ ਖਜ਼ਾਨਾ ਨਹੀਂ, ਉਹ ਸਕੂਲ ਵਾਲੀ ਕੁੜੀ ਹੈ ਨਾ, ਮੈਂ ਤਾਂ ਉਹਦੇ ਨਾਲ ਗੱਲਾਂ ਕਰਕੇ ਆਈ ਹਾਂ, ਕੁੜੀ ਦਾ ਬੜਾ ਹੀ ਸੁਭਾਅ ਵਧੀਆ। ਅੱਛਾ ਫਿਰ ਤਾਂ ਦੇਤੀ ਹੋਣੀ ਸਾਰੇ ਪਿੰਡ ਦੀ ਹਿਸਟਰੀ ਮੈਡਮ ਨੂੰ। ਵੇ ਪੁੱਤ ਕੀ ਹਿਸਟਰੀ ਦੇਣੀ ਹੈਗੀ, 4 ਗੱਲਾਂ ਕਰ ਲੀਆਂ, ਮਨ ਖੁਸ਼ ਹੋ ਗਿਆ।
ਗੱਲਾਂ ਕਰਨ ਨੂੰ ਦੱਸ ਬੇਬੇ, ਕਿਹੜੀ ਤੇਰੀ ਉਹ ਭੂਆ ਦੀ ਕੁੜੀ ਲੱਗਦੀ ਸੀ? ਤੂੰ ਜਾਣਦੀ ਤਾਂ ਹੈ ਨਹੀਂ ਸੀ ਉਹਨੂੰ। ਬੇ ਪੁੱਤ, ਜਨਾਨੀਆਂ ਦੀ ਕੀ ਜਾਣ ਪਛਾਣ ਹੁੰਦੀ ਆ, ਤੁਰੀ ਜਾਂਦੇ ਨਾ ਜਾਣ ਪਛਾਣ ਪਾ ਲੈਂਦੀਆਂ ਨੇਗੀਆਂ। ਤੇ ਨਾਲੇ ਮੈਂ ਤੈਨੂੰ ਐਂ ਪੁੱਛਦੀ ਸੀ, ਉਹ ਮੈਡਮ ਕਿਵੇਂ ਲੱਗਦੀ ਹੈ ਤੈਨੂੰ? ਮੈਡਮ ਵਧੀਆ ਵਿਚਾਰੀ, ਸਾਊ ਆ, ਵਧੀਆ ਪੜਾਉਂਦੀ ਆ ਮੇਰੀ ਧੀ ਨੂੰ। ਤੇ ਜੇ ਪੜਾਉਣ ਵਾਸਤੇ ਆਪਾਂ ਘਰੇ ਹੀ ਲੈ ਆਈਏ ਉਹਨੂੰ? ਉਹ ਬੇਬੇ ਤੇਰਾ ਦਿਮਾਗ ਤਾਂ ਠੀਕ ਆ, ਤੂੰ ਕੋਈ ਪਕਾਈ ਤਾਂ ਨਹੀਂ ਮਾਰਤੀ ਉਹਨੂੰ? ਮੈਂ ਕੀ ਪਕਾਈ ਮਾਰਨੀ ਸੀ? ਇੱਕ ਤਾਂ ਤੇਰੀ ਰੋਟੀ ਪੱਕਦੀ ਕਰਦੀ ਆ, ਉੱਤੋਂ ਤੂੰ ਪਕਾਈ ਮਾਰਦੀ ਦੱਸਦਾ। ਓਏ ਬੇਬੇ ਸਿਆਣੀ ਬਣ ਸਿਆਣੀ, ਐਵੇਂ ਹਰੇਕ ਨੂੰ ਹੀ ਨਹੀਂ ਘਰੇ ਇਹਨੂੰ ਬੋਲੀਦਾ ਹੁੰਦਾ। ਪਤਾ ਨਹੀਂ ਕੀ ਕਿਹਾ ਹੋਣਾ ਮੈਡਮ ਨੂੰ, ਕੀ ਸੋਚੂਗੀ ਉਹ। ਵੀ ਉਹਨੇ ਕੀ ਸੋਚਣਾਗਾ? ਉਹ ਤਾਂ ਵਿਆਹ ਵਾਸਤੇ ਤਿਆਰ ਹੈ, ਕਹਿੰਦੀ ਬਸ ਮੇਰੇ ਘਰੇ ਗੱਲ ਕਰ ਲਓ। ਉਹ ਬੇਬੇ ਤੇਰਾ ਦਿਮਾਗ ਤਾਂ ਠੀਕ ਆ, ਉਹ ਆਪਣੀ ਬਾਣੀ ਦੀ ਟੀਚਰ ਆ। ਨਾਲੇ ਜੇ ਅਗਲੀ ਘਰੇ ਆ ਗਈ ਤਾਂ ਤੂੰ ਉਹਦੇ ਨਾਲ ਕਿਹੋ ਜਿਹੀਆਂ ਗੱਲਾਂ ਸ਼ੁਰੂ ਕਰਤੀਆਂ? ਕੁਆਰੀ ਕੁੜੀ ਆ ਉਹ, ਥੋੜਾ ਸੋਚ ਵਿਚਾਰ ਕੇ ਬੋਲਿਆ ਕਰ। ਵੇ ਵਿਆਹ ਤਾਂ ਕੁਮਾਰੀ ਵੀ ਕਰਾਊ, ਛੜੀ ਥੋੜੀ ਰਹੂਗੀ। ਨਾਲੇ ਉਹਨੂੰ ਨੀ ਇਤਰਾਜ਼, ਤੂੰ ਕਿਉਂ ਬੋਲਦਾ? ਓਏ ਬੇਬੇ ਉਹ ਕੁਛ ਤਾਂ ਨਹੀਂ ਬੋਲੀ ਹੋਣੀ, ਉਹ ਆਪਣੇ ਘਰੇ ਬੈਠੀ ਚਾਹ ਪੀ ਰਹੀ ਸੀ। ਕੀ ਜਵਾਬ ਦਿੰਦੀ ਤੈਨੂੰ ਵਿਚਾਰੀ? ਤੂੰ ਗਲਤ ਫਹਿਮੀਓ ਪਾੜ ਲਈ ਵੀ ਉਹ ਵਿਆਹ ਲਈ ਤਿਆਰ ਆ। ਮੇਰੀ ਗੱਲ ਸੁਣ, ਉਹਦੇ ਜ਼ਿੰਮੇਵਾਰੀ ਮੇਰੀ ਹੈ ਮਨਾਉਣ ਲਈ। ਤੂੰ ਦੱਸ, ਵਿਆਹ ਲਈ ਤਿਆਰ ਹੈ? ਮੇਰਾ ਵਿਆਹ ਲਈ ਪਹਿਲਾਂ ਵੀ ਜਵਾਬ ਸੀ ਤੇ ਹੁਣ ਵੀ ਜਵਾਬ ਆ। ਪੁੱਤ, ਕੱਲੇ ਪੜਾ ਕੇ ਤੇ ਕੰਮਕਾਰ ਕਰਕੇ ਨਹੀਂ ਜ਼ਿੰਮੇਵਾਰੀਆਂ ਖਤਮ ਹੁੰਦੀਆਂ। ਜਦੋਂ ਧੀ ਜਵਾਨ ਹੋ ਜਾਂਦੀਆਂ ਨਾ, ਮਾਂ ਦੀ ਪੈਰ ਪੈਰ ਤੇ ਲੋੜ ਪੈਂਦੀ ਆ। ਮੈਂ ਮੇਰੀ ਧੀ ਨੂੰ ਮਾਂ ਦਾ ਤੇ ਬਾਪ ਦਾ ਦੋਨਾਂ ਦਾ ਪਿਆਰ ਦੇ ਸਕਦਾ, ਇੰਨਾ ਕੁ ਵਿਸ਼ਵਾਸ ਹੈਗਾ ਮੈਨੂੰ ਮੇਰੇ ਤੇ। ਪੁੱਤ, ਹਜੇ ਤਾਂ ਬਾਣੀ ਨਿਆਣੀ ਹੈਗੀ। ਜਦੋਂ ਬਾਣੀ ਵੱਡੀ ਹੋ ਗਈ, ਜਿਹੜੀ ਮਾਂ ਨਾਲ ਗੱਲ ਕਰਨੀ ਹੈ ਉਹ ਤੇਰੇ ਨਾਲ ਕਿਵੇਂ ਕਰ ਲੂ? ਪੁੱਤ ਮੇਰੀ ਮੰਨ, ਤੂੰ ਵਿਆਹ ਕਰਾ ਲੈ। ਬੇਬੇ ਤੂੰ ਤਾਂ ਇਮੋਸ਼ਨਲ ਗੱਲਾਂ ਕਰਕੇ ਮੈਨੂੰ ਬਲੈਕਮੇਲ ਕਰ ਰਹੀ ਆ। ਪੁੱਤ ਮੈਂ ਦੁਨੀਆਦਾਰੀ ਦੇਖੀ ਹੋਈ ਆ, ਤਾਂ ਤੈਨੂੰ ਸਮਝਾ ਰਹੀ ਹਾਂ ਕਿ ਅੱਗੇ ਤੇਰੀ ਮਰਜ਼ੀ ਹੈ, ਪਰ ਮੇਰੀਆਂ ਗੱਲਾਂ ਤੇ ਗੌਰ ਜ਼ਰੂਰ ਕਰੀ। ਪੁੱਤ, ਜਿੱਥੇ ਮਾਂ ਦੀ ਲੋੜ ਹੁੰਦੀ ਹੈ ਨਾ, ਉੱਥੇ ਮਾਂ ਹੀ ਪੂਰੀ ਕਰਦੀ ਹੈ, ਬਾਪ ਨਹੀਂ। ਜੇ ਤੇਰੇ ਪੁੱਤ ਹੁੰਦਾ ਫਿਰ ਗੱਲ ਹੋਰ ਸੀ, ਇਹ ਤੇਰੇ ਧੀ ਆ। ਬੇਬੇ ਤੂੰ ਤਾਂ ਪੁੱਠੀਆਂ ਗੱਲਾਂ ਕਰਕੇ ਮੇਰਾ ਦਿਮਾਗ ਵੱਟਣ ਲਾਤਾ। ਪੁੱਤ, ਇਹ ਪੁੱਠੀਆਂ ਗੱਲਾਂ ਨਹੀਂ, ਇਹ ਸੱਚਾਈ ਹੈ, ਚਾਹੇ ਤੈਨੂੰ ਕੌੜੀ ਲੱਗੇ। ਦੇਖ ਮਨਮੀਤ, ਤੂੰ ਬਾਣੀ ਨੂੰ ਪੜਾਉਂਦੀ ਵੀ ਰਹੀ ਆ ਤੇ ਪੜਾ ਵੀ ਰਹੀ ਆ। ਤੈਨੂੰ ਉਹਦੇ ਸੁਭਾਅ ਬਾਰੇ ਵੀ ਪਤਾ ਤੇ ਉਹਦੀ ਪੜ੍ਹਾਈ ਬਾਰੇ ਵੀ ਪਤਾ। ਬਸ ਮੇਰੀ ਇੱਕ ਰਿਕੁਐਸਟ ਆ, ਕਦੇ ਵੀ ਮੇਰੀ ਧੀ ਨਾਲ ਮਤਰੇਈ ਮਾਂ ਵਾਲਾ ਬਿਹੇਵ ਨਾ ਕਰੀ। ਤੁਸੀਂ ਇਸ ਗੱਲੋਂ ਬੇਫਿਕਰ ਰਹੋ, ਮੈਂ ਬਾਣੀ ਨੂੰ ਹਮੇਸ਼ਾ ਆਪਣੀ ਧੀ ਸਮਝ ਕੇ ਹੀ ਪਿਆਰ ਕਰੂੰਗੀ। ਮੈਂ ਕਦੇ ਵੀ ਉਹਨੂੰ ਮਾਂ ਦੀ ਘਾਟ ਨਹੀਂ ਮਹਿਸੂਸ ਹੋਣ ਦਿੰਦੀ। ਮੈਂ ਹੁਣ ਤੱਕ ਵਿਆਹ ਪਤਾ ਕਿਉਂ ਨਹੀਂ ਕਰਾਇਆ ਸੀ? ਮੈਨੂੰ ਇਹ ਡਰ ਲੱਗਦਾ ਸੀ ਕਿਤੇ ਕੋਈ ਮੇਰੀ ਧੀ ਦੀ ਜ਼ਿੰਦਗੀ ਉਹਨਾਂ ਰੋਲ ਦੇ। ਮੈਂ ਤਾਂ ਬਾਣੀ ਨੂੰ ਸਕੂਲ 'ਚ ਵੀ ਸਾਰਿਆਂ ਤੋਂ ਵੱਧ ਪਿਆਰ ਕਰਦੀ ਸੀ, ਹੁਣ ਤਾਂ ਇਹ ਮੇਰੀ ਧੀ ਉਹ ਬਣ ਗਈ। ਦੇਖੋ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਵੀ ਉਹਨੂੰ ਨਾ ਘੂਰੋ, ਸਿਰਫ ਪਿਆਰ ਹੀ ਕਰੋ। ਜਿੱਥੇ ਤੁਹਾਨੂੰ ਲੱਗਦਾ ਉਹਨੂੰ ਘੂਰਨ ਦੀ ਲੋੜ ਆ ਤਾਂ ਉੱਥੇ ਘੂਰ ਵੀ ਜ਼ਰੂਰੀ ਆ। ਇੱਕ ਗੱਲ ਪੁੱਛਾਂ? ਹਾਂਜੀ ਜ਼ਰੂਰ ਪੁੱਛੋ। ਆਹ ਜੋ ਸਾਹਮਣੇ ਫੋਟੋ ਲੱਗੀ ਆ, ਉਹ ਬਾਣੀ ਦੇ ਮੰਮਾ ਦੀ ਆ? ਹਾਂਜੀ ਇਹ ਬਾਣੀ ਦੀ ਮੰਮੀ ਦੀ ਉਹ। ਇੱਕ ਗੱਲ ਕਹਾਂ, ਬੁਰਾ ਤਾਂ ਨਹੀਂ ਮੰਨਦੇ? ਹਾਂਜੀ ਹਾਂਜੀ, ਜੋ ਵੀ ਤੁਹਾਡੇ ਦਿਲ 'ਚ ਪੁੱਛੋ। ਤੁਸੀਂ ਇਸ ਤਸਵੀਰ ਨੂੰ ਉਤਾਰ ਕੇ ਦੂਸਰੇ ਰੂਮ 'ਚ ਲਗਾ ਸਕਦੇ ਹੋ? ਬਿਕੋਜ਼ ਮੇਰੀ ਹਿੰਮਤ ਨਹੀਂ ਹੁੰਦੀ ਇਸ ਤਸਵੀਰ ਨਾਲ ਨਜ਼ਰਾਂ ਮਿਲਾਉਣ ਦੀ। ਨਹੀਂ ਨਹੀਂ, ਇਹ ਤਸਵੀਰ ਇੱਥੇ ਸੀ ਤੇ ਇੱਥੇ ਹੀ ਰਹੂਗੀ। ਤੇ ਇੱਕ ਗੱਲ ਮੇਰੀ ਹੋਰ ਯਾਦ ਰੱਖਿਓ, ਮੇਰੇ ਪੁੱਛੇ ਤੋਂ ਬਿਨਾਂ ਕਦੇ ਵੀ ਕਾਵਿਆ ਜਾਂ ਬਾਣੀ ਦੀ ਕਿਸੇ ਵੀ ਚੀਜ਼ ਨੂੰ ਨਹੀਂ ਛੇੜਨਾ। ਵੈਸੇ ਤੁਸੀਂ ਮੈਨੂੰ ਆਪਣੀ ਪਤਨੀ ਮੰਨਦੇ ਹੋ ਜਾਂ ਨਹੀਂ? ਤੁਹਾਡੀ ਚੁੱਪ ਤੋਂ ਇਦਾਂ ਲੱਗ ਰਿਹਾ ਕਿ ਤੁਸੀਂ ਮੇਰੇ ਨਾਲ ਵਿਆਹ ਸਿਰਫ ਬਾਣੀ ਨੂੰ ਸੰਭਾਲ ਲਈ ਕਰਵਾਇਆ। ਕਿਤੇ ਤੁਸੀਂ ਮੈਨੂੰ ਆਪਣੀ ਨੌਕਰਾਨੀ ਬਣਾ ਕੇ ਤਾਂ ਨਹੀਂ ਰੱਖਣਾ ਚਾਹੁੰਦੇ? ਆਪਣੇ ਤੋਂ ਨਾ ਅੰਡਰਸਟੈਂਡਿੰਗ ਦੀ ਘਾਟ ਪੈ ਰਹੀ ਆ। ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਸ਼ਾਇਦ ਤੁਹਾਡੀ ਸਮਝ ਨਹੀਂ ਆ ਰਿਹਾ, ਤੇ ਜੋ ਤੁਸੀਂ ਕਹਿ ਰਹੇ ਹੋ ਉਹ ਮੇਰੀ ਸਮਝ ਤੋਂ ਬਾਹਰ ਆ। ਫਿਰ ਅੰਡਰਸਟੈਂਡਿੰਗ ਤਾਂ ਜ਼ਰੂਰੀ ਆ, ਉਹ ਤਾਂ ਰਿਸ਼ਤਾ ਚਲਾਉਣ ਲਈ ਕਰਨੀ ਪੈਣੀ ਆ। ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਆ। ਦੇਖ ਲੈ ਪੁੱਤ, ਮਾਂ ਆਪਦੇ ਪਸੰਦ ਦੀ ਕੁੜੀ ਲਈ ਹੈ ਕਿ ਨਾ ਤਾਂ ਸੋਹਣੀ ਬਥੇਰੀ ਹੈ ਤੇ ਨਾਲੇ ਸਾਊ ਬਥੇਰੀ ਹੈ। ਓਏ ਬੇਬੇ ਕੁੜੀ ਤਾਂ ਬਥੇਰੀ ਸਾਊ ਆ, ਪਰ ਤੇਰਾ ਸਾਊ ਹੋਣਾ ਵੀ ਜ਼ਰੂਰੀ ਆ। ਮੈਨੂੰ ਨਹੀਂ ਲੱਗਦਾ ਤੇਰੀ ਇਹਦੇ ਨਾਲ ਵੀ ਨਿਭੂਗੀ। ਪੁੱਤ ਰੋਟੀ ਬਣਾ ਲਈ? ਹਾਂਜੀ ਬੇਬੇ ਜੀ, ਸਬਜ਼ੀ ਵੀ ਬਣਾ ਲਈ ਤੇ ਰੋਟੀ ਵੀ ਬਣਾ ਲਈ। ਪੁੱਤ ਜਿਉਂਦੇ ਵਸਦੀ ਰਹਿ, ਤੂੰ ਤਾਂ ਆਉਂਦੀ ਨਹੀਂ ਮੇਰਾ ਦਿਲ ਜਿੱਤ ਲਿਆ। ਰੋਟੀ ਸਬਜ਼ੀ ਜਮਾਂ ਟਾਈਮ ਤੇ ਬਣਾ ਕੇ ਦਿੰਨੀ ਆ। ਇਹ ਤਾਂ ਮੇਰਾ ਫਰਜ਼ ਹੈ ਬੇਬੇ ਜੀ, ਨਾਲੇ ਮੇਰਾ ਆਪਣਾ ਹੀ ਤਾਂ ਘਰ ਹੈ, ਮੈਂ ਕਿਹੜਾ ਕੋਈ ਅਹਿਸਾਨਦਾਰੀ ਆ। ਇਹ ਵੀ ਤੇਰੀ ਗੱਲ ਠੀਕ ਆ ਪੁੱਤ, ਪਰ ਤੇਰੇ ਨਾਲ ਇੱਕ ਗੱਲ ਹੋਰ ਕਰਨੀ ਸੀ। ਹਾਂਜੀ ਪੁੱਛੋ। ਦੇਖ ਪੁੱਤ, ਪਹਿਲੀ ਬਹੂ ਨੇ ਮੇਰੀ ਮੰਨੀ ਨਹੀਂ, ਤਾਂ ਹੀ ਉਹਨੇ ਕੁੜੀ ਜੰਮ ਕੇ ਧਰਤੀ। ਤੂੰ ਨਾ ਪੁੱਤ ਐਂ ਕਰੀ, ਮੈਨੂੰ ਪਹਿਲੇ ਹੀ ਦੱਸ ਦੀ, ਫਿਰ ਮੈਂ ਤੈਨੂੰ ਬਾਬਾ ਜੀ ਤੋਂ ਦਵਾਈ ਦਵਾ ਲਿਆਉਂ। ਜਿਹੜਾ ਵੀ ਉਹ ਦਵਾਈ ਲੈਂਦਾ ਉਹਦਾ ਮੁੰਡਾ ਹੀ ਹੁੰਦਾ। ਬੇਬੇ ਜੀ ਮੈਂ ਹੋਰ ਬੱਚੇ ਤੋਂ ਕੀ ਕਰਾਉਣਾ? ਮੇਰੀ ਹੈਗੀ ਤਾਂ ਹੈ ਧੀ ਬਾਣੀ। ਉਹ ਤਾਂ ਧੀ ਹੈ, ਉਹਦਾ ਵਿਆਹ ਕੇ ਚਲੇ ਜਾਊ ਆਪਣੇ ਘਰੇ, ਤੇ ਆਪਾਂ ਨੂੰ ਪੁੱਤ ਵੀ ਤਾਂ ਚਾਹੀਦਾ ਹੈ ਗਾਹਾਂ ਵਧਣ ਨੂੰ।
ਨਹੀਂ ਨਹੀਂ ਬੇਬੇ ਜੀ, ਮੈਂ ਧੀ ਵੀ ਤੇ ਪੁੱਤ ਵੀ ਸਿਰਫ ਬਾਣੀ ਨੂੰ ਹੀ ਮੰਨਦੀ ਹਾਂ। ਮੈਨੂੰ ਹੋਰ ਕਿਸੇ ਪੁੱਤ ਦੀ ਕੋਈ ਲੋੜ ਨਹੀਂ, ਤੇ ਤੁਸੀਂ ਵੀ ਨਾ ਸੋਚੋ ਕਦੇ ਇਦਾਂ। ਮੈਂ ਤਾਂ ਕੁਝ ਹੋਰ ਹੀ ਸੋਚ ਰਿਹਾ ਸੀ, ਪਰ ਇਹ ਤਾਂ ਮੇਰੀ ਧੀ ਨੂੰ ਮੇਰੇ ਤੋਂ ਵੀ ਵੱਧ ਕੇ ਪਿਆਰ ਕਰਦੀ ਆ। ਵੇ ਪੁੱਤ, ਬਹੂ ਨੂੰ ਸਮਝਾ ਕੁਛ, ਉਹ ਤਾਂ ਕਹਿੰਦੀ ਮੈਨੂੰ ਜਵਾਬ ਦੀ ਲੋੜ ਹੀ ਨਹੀਂ। ਬੇਬੇ, ਕਾਵਿਆ ਮੇਰੀ ਪਸੰਦ ਸੀ, ਉਹ ਥਾਂ ਨਹੀਂ ਤੇਰੀ ਮੰਨਦੀ ਸੀ। ਇਹ ਤਾਂ ਤੇਰੀ ਪਸੰਦ ਦੀ ਆ, ਤੇਰੀ ਮੰਨਦੀ ਹੋਣੀ। ਤੇ ਕਾਂ ਨੂੰ ਅੱਜ ਕੱਲ ਦੀਆਂ ਕਿੱਥੇ ਮੰਨਦੀਆਂ ਨੇ, ਸਿਆਣੇ ਦੀ ਗੱਲ ਮੰਨਣੀ ਨਹੀਂ, ਫਿਰ ਪਛਤਾਉਂਦੀਆਂ ਨੇ। ਬੇਬੇ, ਸਿਆਣੇ ਵੀ ਸਿਆਣੀਆਂ ਗੱਲਾਂ ਕਰਨ ਵਾਲੇ ਹੋਣ ਨਾ ਤਾਂ ਮੰਨੀਆਂ ਜਾਂਦੀਆਂ ਨੇ। ਤੂੰ ਗੱਲਾਂ ਹੀ ਕਾਮਲੀਆਂ ਕਰਦੀਆਂ, ਮੰਨੇ ਅਗਲਾ ਕੀ ਤੇਰੀਆਂ। ਮਨਮੀਤ, ਤੂੰ ਮੈਨੂੰ ਕਿਤੇ ਨੂੰ ਪੁੱਛਿਆ ਸੀ ਨਾ ਕਿ ਤੁਸੀਂ ਮੈਨੂੰ ਆਪਣੀ ਪਤਨੀ ਮੰਨਦੇ ਹੋ ਜਾਂ ਨਹੀਂ, ਪਰ ਅੱਜ ਮੈਂ ਪੂਰੇ ਫਖਰ ਨਾਲ ਕਹਿ ਸਕਦਾ, ਮੈਂ ਤੈਨੂੰ ਆਪਣੀ ਪਤਨੀ ਮੰਨਦਾ ਹੀ ਨਹੀਂ। ਤੂੰ ਮੇਰੀ ਪਤਨੀ ਹੈਗੀ ਆ। ਪਰ ਅੱਜ ਤਾਂ ਮੈਂ ਕੁਝ ਪੁੱਛਿਆ ਹੀ ਨਹੀਂ, ਫਿਰ ਅਚਾਨਕ ਇਹ ਸਵਾਲ ਕਿਉਂ? ਮੈਂ ਤੇਰੀ ਤੇ ਬੇਬੇ ਦੀ ਸਾਰੀ ਗੱਲ ਸੁਣ ਲਈ ਸੀ, ਤੇ ਤੇਰੀ ਇੱਕ ਇੱਕ ਗੱਲ ਸੁਣ ਕੇ ਮੈਨੂੰ ਇੱਕ ਇੱਕ ਪਲ ਦਾ ਸਕੂਨ ਮਿਲ ਰਿਹਾ ਸੀ। ਯਾਰ, ਮੈਨੂੰ ਤਾਂ ਅੱਜ ਪਤਾ ਲੱਗਿਆ ਤੂੰ ਮੇਰੀ ਧੀ ਨੂੰ ਮੇਰੇ ਤੋਂ ਵੀ ਵੱਧ ਪਿਆਰ ਕਰਦੀ ਹੈ। ਤੁਸੀਂ ਕੀ ਮੇਰੀ ਧੀ ਲਾ ਰੱਖਿਆ? ਬਾਣੀ ਜਿੰਨੀ ਤੁਹਾਡੀ ਧੀ ਆ, ਉਨੀ ਮੇਰੀ ਵੀ ਧੀ ਆ। ਬੇਸ਼ੱਕ ਮੈਂ ਉਹਨੂੰ ਜਨਮ ਨਹੀਂ ਦਿੱਤਾ, ਪਰ ਬਾਣੀ ਨੂੰ ਮੈਂ ਕੁੱਖੋਂ ਜਨਮੇ ਬੱਚੇ ਤੋਂ ਵੀ ਵੱਧ ਪਿਆਰ ਕਰਦੀ ਹਾਂ। ਮਨਮੀਤ, ਇੰਨਾ ਪਿਆਰ ਤਾਂ ਸ਼ਾਇਦ ਮੇਰੇ ਤੋਂ ਵੀ ਨਹੀਂ ਹੋਣਾ ਸੀ ਬਾਣੀ ਨੂੰ, ਜਿੰਨਾ ਤੂੰ ਕਰ ਰਹੀ ਹੈ। ਤੂੰ ਤਾਂ ਆਪਣੀ ਸਾਰੀ ਜ਼ਿੰਦਗੀ ਯਾਰ ਉਹਦੇ ਲੇਖੇ ਲਾਤੀ। ਮੈਂ ਤੇਰਾ ਇਹ ਕਰਜ਼ ਖੇੜੇ ਜਨਮ 'ਚ ਉਤਾਰੂੰਗਾ। ਸੱਚ ਦੱਸਾਂ, ਮੈਨੂੰ ਖੁਦ ਵੀ ਨਹੀਂ ਪਤਾ ਸੀ ਕਿ ਬਾਣੀ ਨਾਲ ਮੇਰੇ ਨਾਲ ਲਗਾਓ ਕਿਉਂ ਸੀ। ਸ਼ੁਰੂ ਤੋਂ ਹੀ ਮੈਨੂੰ ਬਾਣੀ 'ਚ ਆਪਣਾਪਣ ਲੱਗਦਾ ਸੀ। ਸ਼ਾਇਦ ਬਾਣੀ ਨਾਲ ਮੇਰਾ ਕੋਈ ਪੁਰਾਣਾ ਰਿਸ਼ਤਾ ਹੋਣਾ। ਅੱਛਾ, ਸਿਰਫ ਬਾਣੀ ਨਾਲ ਹੀ ਸੀ, ਮੇਰੇ ਨਾਲ ਨਹੀਂ ਸੀ? ਤੁਹਾਡੇ ਨਾਲ ਤਾਂ ਹੁਣ ਸ਼ੁਰੂ ਹੋਊਗਾ, ਉਹ ਵੀ ਜਨਮਾਂ ਦਾ। ਅੱਛਾ, ਠੀਕ ਹੈ। बड़े खूबसूरत सफर हो गए ने ओ जग तो मेरे हम सफर हो गए ने। बड़े खूबसूरत सफर हो गए ने ओ जग तो मेरे हम सफर हो गए ने। हो मैं जिधर भी तक्का ने जलवे ना दे, ओ हर शय ओ हर एक बशर हो गए ने। बड़े खूबसूरत सफर हो गए ने ओ जग तो मेरे हम सफर हो गए।